ਲਓ ਜੀ, ਗੁੱਡ ਮਾਰਨਿੰਗ, ਸਵਾਗਤ, ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ। ਇਹ ਸਾਰੀਆਂ ਚੀਜ਼ਾਂ ਮੈਂ ਇਸ ਕਰਕੇ ਕਹਿਣਾ ਵੀ ਕਿਉਂਕਿ ਕੁਛ ਪਤਾ ਨਹੀਂ ਕਦੋਂ ਤੁਸੀਂ ਕਿਹੜੇ ਦੇਸ਼ 'ਚ ਬਹਿ ਕੇ ਇਸ ਪ੍ਰੋਗਰਾਮ ਨੂੰ ਦੇਖ ਰਿਹਾ ਹੋ ਤੇ ਫਿਰ ਕਹੋ ਯਾਰ ਵੀ ਸਾਡੇ ਤੇ ਹਨੇਰਾ ਹੋਇਆ ਤੇ ਬੰਦਾ ਗੁੱਡ ਮਾਰਨਿੰਗ ਕਹਿੰਦਾ, ਜਾਂ ਜੇ ਆਖੋ ਤੁਸੀਂ ਵੀ ਯਾਰ ਸਾਡੇ ਤੇ ਜੇ ਤੜਕਾ ਬੰਦਾ ਗੁੱਡ ਈਵਨਿੰਗ ਆਖੀ ਜਾਂਦਾ। ਇਸ ਕਰਕੇ ਰਲਿਆ ਮਿਲਿਆ ਜਿਹਾ ਕੰਮ ਆਪਾਂ ਚਲਾ ਦਈਦਾ। ਤੇ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਨਾਲ ਮੇਰੇ ਵੀਰ ਪਰਮਵੀਰ ਬਾਠ ਹੋਰੀ ਅੱਜ ਫਿਰ ਅਸੀਂ ਕਾਬੂ ਕੀਤੇ ਕਿਉਂਕਿ ਕੱਲ੍ਹ ਤੇ ਬੰਦਾ ਪਹੁੰਚ ਤੋਂ ਬਾਹਰ ਸੀ। ਪਰ ਅੱਜ ਜਿਸ ਹਾਲਤ ਦੇ ਵਿੱਚ ਸਾਨੂੰ ਇਹ ਬੰਦਾ ਮਿਲਿਆ ਜੀ, ਅਸੀਂ ਬੜੇ ਧੰਨਵਾਦੀ ਹਾਂ ਰਣਜੀਤ ਸਿੰਘ ਖੇੜਾ ਹੋਰਾਂ ਦੇ ਜਿਨ੍ਹਾਂ ਨੇ ਸਾਨੂੰ ਲੱਭ ਕੇ ਤੇ ਅੱਜ ਬੰਦਾ ਇਹ ਦੁਬਾਰਾ ਪੇਸ਼ ਕਰਾਇਆ। ਕੀ ਹਾਲ ਨੇ ਬਾਠ ਸਾਹਿਬ, ਸਿਹਤ ਹੁਣ ਕਿੱਦਾਂ? ਸਿਹਤ ਸੰਧਾਲੀਆ ਸਾਹਿਬ ਚੜ੍ਹਦੀ ਕਲਾ 'ਚ ਜੀ। ਤੁਸੀਂ ਦੇਖ ਹੀ ਰਹੇ ਹੋ ਕਿ ਖੇਸੀ ਲਈ ਆ ਡੱਬੀਆਂ ਵਾਲੀ। ਆਸਟ੍ਰੇਲੀਆ ਦੀ ਧਰਤੀ ਹੋਵੇ, ਸਿਡਨੀ ਸ਼ਹਿਰ ਹੋਵੇ, ਡੱਬੀਆਂ ਵਾਲੀ ਖੇਸੀ ਮਿਲ ਜਾਏ, ਮੰਜਾ ਮਿਲ ਜਾਏ, ਮੰਜੇ ਤੇ ਦਰੀ ਪਈ ਹੋਵੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਜੇ ਕਿਸੇ ਨੂੰ ਕੋਈ ਐਂ ਲੱਗਦਾ, ਦੇਖੋ ਲੱਡੂ ਵੀ ਲਾਗੇ ਪਿਆ, ਚਾਹ ਤੇ ਲੱਡੂ, ਇੰਨੀਆਂ ਚੀਜ਼ਾਂ ਮਿਲ ਜਾਣ ਤਾਂ ਹੋਰ ਫਿਰ ਬੰਦੇ ਨੂੰ ਚਾਹੀਦਾ ਕੀ ਹੈ। ਕਿਉਂਕਿ ਅੱਜ ਮੈਂ ਉਹਨਾਂ ਦੇ ਘਰ ਦੇ ਵਿਹੜੇ ਦੇ ਵਿੱਚ ਬੈਠ ਕੇ, ਜਦੋਂ ਹੁਣ ਮੈਂ ਕਿਹਾ ਪ੍ਰੋਗਰਾਮ ਵਿਹੜੇ 'ਚ ਬਹਿ ਕੇ ਕਰਦੇ ਆਲੇ ਦੁਆਲੇ ਕਾਂ ਬੋਲਣ, ਘੁੱਗੀਆਂ ਬਟੇਰ ਬੋਲਣ, ਹਲਕੀ ਹਲਕੀ ਠੰਡ ਲੱਗੀ। ਜਦੋਂ ਉਹਨਾਂ ਨੇ ਦੇਖਿਆ ਕਿ ਸਰੀਰ ਕਹਿਰਾ, ਠੰਡ ਲੱਗਦੀ ਆ, ਉਹਨਾਂ ਲਿਆ ਕੇ ਡੱਬੀਆਂ ਵਾਲੀ ਖੇਸੀ ਅੰਦਰੋਂ ਦੇਤੀ। ਮੌਜਾਂ ਲੱਗੀਆਂ ਪਈਆਂ ਪੰਜਾਬ ਦੇ ਪਿੰਡਾਂ ਨੂੰ। ਨਹੀਂ ਪੂਰੀਆਂ ਮੌਜਾਂ। ਇਸੇ ਕਰਕੇ ਇੱਥੇ ਵੀ ਗੱਲ ਚੱਲਦੀ ਸੀ ਵੀ ਯਾਰ ਬੰਦਾ ਮੁੜ ਨਹੀਂ ਰਿਹਾ ਕਿਉਂਕਿ ਕੰਮ ਤੇ ਉੱਥੇ ਨਿਬੜੇ ਨੂੰ ਵਾਹਵਾ ਦਿਨ ਹੋ ਗਿਆ। ਆਹ ਹੁਣ ਪਤਾ ਲੱਗਣ ਡਈਆਂ ਨਾ ਗੱਲਾਂ ਵੀ ਕਿਉਂ ਨਹੀਂ ਮੁੜਦਾ ਬੰਦਾ। ਨਹੀਂ ਸੰਧਾਲੀਆ ਸਾਹਿਬ ਦੇਖੋ, ਰੌਲਾ ਇਹ ਆ ਕਿ ਗੰਨੇ ਘਰ ਦੇ, ਮੂਲੀਆਂ ਘਰ ਦੀਆਂ, ਖੀਰੇ ਘਰ ਦੇ, ਲੱਡੂ ਘਰ ਪਏ ਹੋਣ। ਵਿਆਹ ਹੁੰਦਾ, ਵਿਆਹ ਵਾਲੇ ਦੇ ਘਰ 2-4 ਦਿਨ ਉਹੀ ਰਹਿ ਹੀਦਾ। ਇੱਦਾਂ ਮੇਰੇ ਦਾ ਵਿਆਹ ਵਾਲਾ ਹੀ ਕੰਮ ਹੋ ਗਿਆ ਖੇੜਾ ਸਾਹਿਬ ਕੇ ਘਰੇ। ਇੱਥੇ ਤੇ ਚਲੋ ਅੱਜ ਮੌਜਾਂ ਪੂਰੀਆਂ, ਨਿੱਘ ਆਇਆ ਪਿਆ। ਨਹੀਂ ਚਲੋ ਵਧੀਆ। ਇਹ ਵੀ ਵੈਸੇ ਇੱਕ ਗੱਲ ਆ ਵੀ ਵੈਸੇ ਇੱਕ ਚੱਕਰ ਆ ਵੀ ਇਹ ਪੰਜਾਬੀ ਵੇਖ ਲਓ ਜਿੱਥੇ ਜਾਂਦੇ ਆ ਆਪਣਾ ਪੰਜਾਬ ਬਣਾ ਲੈਂਦੇ ਆ। ਹੁਣ ਆਹ ਮਾਹੌਲ ਚਾਲ ਵੇਖ ਕੇ ਜੇ ਆਪਾਂ ਨਾ ਕਹੀਏ ਵੀ ਆਪਾਂ ਆਸਟ੍ਰੇਲੀਆ ਬੈਠੇ, ਸਿਡਨੀ ਬੈਠੇ, ਤਾਂ ਕੋਈ ਅੰਦਾਜ਼ਾ ਥੋੜ੍ਹਾ ਲਾ ਸਕਦਾ ਵੀ ਆਪਾਂ ਪੰਜਾਬੋਂ ਬਾਹਰ ਆ। ਆਹ ਮਾਹੌਲ ਚਾਲ ਜਿੱਦਾਂ ਮਗਰ ਪੰਛੀਆਂ ਦੀਆਂ ਆਵਾਜ਼ਾਂ ਵਾਲਾ, ਉਹ ਵੀ ਬਿਲਕੁਲ ਉਸੇ ਤਰ੍ਹਾਂ। ਇਹ ਗੱਲ ਹੀ ਮੈਨੂੰ ਸਮਝੀ ਵੀ ਇਹ ਕਾਂ ਜਿਹਾ ਜਿਹੜਾ ਵਿੱਚ ਜੇ ਬੋਲਦਾ, ਇਹਦਾ ਸੰਗ ਬੈਠਾ ਕਿ ਹੈ ਹੀ ਇੱਦਾਂ ਦੀ ਆਵਾਜ਼ ਇਹਦੀ? ਨਹੀਂ ਸੰਧਾਲੀਆ ਸਾਹਿਬ, ਇਹ ਮੈਨੂੰ ਲੱਗਦਾ ਰਾਤੀ ਜ਼ਿਆਦਾ ਹੋ ਗਿਆ ਹੋਣਾ ਕਾਂ ਜਿਹੜਾ ਸੰਗ ਜਿਹਾ ਬੈਠਾ। ਅੱਛਾ। ਤੇ ਦੂਸਰੀ ਗੱਲ ਸੰਧਾਲੀਆ ਸਾਹਿਬ ਇਹ ਆ, ਮੈਂ ਨਾ 12:30 ਵਜੇ ਜਾਣੀ ਕਿ ਵਿਹਲਾ ਹੋਇਆ ਕੰਮ ਕਾਰ ਤੋਂ, ਤੇ 12:30 ਵਜੇ ਲੱਕ ਸਿੱਧਾ ਕੀਤਾ, ਮੰਜੇ ਤੇ ਪਿਆ। 4 ਵਜੇ ਨੂੰ ਨਾ ਕੁੱਕੜ ਬੋਲੇ। ਹਾਂ, ਰਾਤ ਨੂੰ 12:30 ਵਜੇ 4 ਵਜੇ ਨੂੰ ਕੁੱਕੜ ਵਾਂਗਾਂ ਦਵੇ। ਮੈਂ ਉੱਠਿਆ, ਮੈਂ ਕਿਹਾ ਯਾਰ ਇਹ ਕੀ ਹੋ ਗਿਆ। ਤੁਸੀਂ ਦੇਖੋ ਹੁਣ ਬੰਦਾ ਸਿਡਨੀ ਬੈਠਾ ਹੋਵੇ, ਆਸਟ੍ਰੇਲੀਆ ਹੋਵੇ, ਡਾਲਰਾਂ ਵਾਲਾ ਦੇਸ਼ ਹੋਵੇ, ਤੇ ਉੱਥੇ ਆਪਾਂ ਕੁੱਕੜ ਦੀ ਮਾਂਗ ਤਾਂ ਹੁਣ ਪਿੰਡਾਂ ਦੇ ਵਿੱਚ ਵੀ ਘੱਟ ਹੀ ਸੁਣਦੀ ਆ ਕਿਉਂਕਿ ਕਿੰਨਾ ਗਿਆ ਉਦਾਂ ਤਾਂ ਸੌਦਾ ਪੱਤਾ ਜਿਹਾ। ਮੈਂ ਉੱਠ ਕੇ ਦੇਖਿਆ ਤਾਂ ਗੁਆਂਢੀਆਂ ਦਾ ਮਾਰਕ ਹੋਣਾ ਦਾ ਕੁੱਕੜ। ਮੈਂ ਕਿਹੜਾ ਸਾਨੂੰ ਉਠਾਇਆ, ਮੈਂ ਕਿਹਾ ਮੈਨੂੰ ਉੱਠ ਕੇ ਪਹਿਲਾਂ ਦੱਸੋ ਵੀ ਕੁੱਕੜ ਤੁਸੀਂ ਰੱਖੇ, ਦੱਸਿਆ ਹੈ ਨਹੀਂ, ਖੁੱਡਾ ਵਿਖਾਇਆ ਹੀ ਨਹੀਂ। ਉਹ ਕਹਿੰਦੇ ਭਰਾ ਸਾਡਾ ਨਹੀਂ, ਗੁਆਂਢੀਆਂ ਦਾ ਮਾਰਕ ਹੋਣਾ ਦਾ ਕੁੱਕੜ ਹੈ। 3:45 ਵਜੇ ਦਾ ਲੱਗਾ ਹੋਰ ਕਰਨ, ਤੇ ਫਿਰ ਮੈਂ ਮਸੀਂ ਤਾਕੀਆਂ ਤੁਕੀਆਂ ਬੰਦ ਕਰਕੇ ਪਿਆ। ਮਾਹੌਲ ਪੰਜਾਬ ਵਾਲਾ ਹੀ ਆ। ਨਹੀਂ ਪਰ ਇੱਕ ਗੱਲ ਤੁਸੀਂ ਵੇਖੋ, ਕੁੱਕੜ ਭਾਵੇਂ ਪੰਜਾਬ 'ਚ ਹੋਵੇ ਤੇ ਭਾਵੇਂ ਆਸਟ੍ਰੇਲੀਆ 'ਚ ਮਾਰਕ ਹੋਣਾ ਦਾ ਹੋਵੇ, ਉਹਨੂੰ ਪਤਾ ਆਪਣੇ ਟਾਈਮ ਦਾ ਵੀ 4:45 ਮੰਗ ਦੇਣੀ। ਸਹੀ ਗੱਲ। ਉਹ ਅੱਗੇ ਪਿੱਛੇ ਨਹੀਂ ਹੁੰਦਾ। ਪਰ ਇਹਨਾਂ ਵੀ ਤੁਸੀਂ ਵੇਖੋ ਹੁਣ ਮੁੜਿਆ ਉਹ ਅੱਜ ਜਿੱਦਾਂ ਤੁਸੀਂ ਬਾਂਗ ਤੋਂ ਗੱਲ ਚਲਾਈ ਹੈ ਨਾ, ਮੈਨੂੰ ਲੱਗਦਾ ਵੀ ਜੇ ਤੇ ਅੱਜ ਚੜ੍ਹ ਆਉਂਗੇ ਤੇ ਠੀਕ ਹੈ, ਨਹੀਂ ਤੇ ਅੱਜ ਦੀ ਰਾਤ ਜੇ ਤੁਸੀਂ ਰਹਿ ਗਏ ਕੁੱਕੜ ਹੈ ਨਹੀਂ ਜੇ। ਨਹੀਂ ਮੈਂ ਅੱਜ ਮੈਂ ਤੁਰ ਪੈਣਾ ਮਾਰਿਆ। ਹੁਣ ਨਹੀਂ ਏਦਾਂ ਦੀ ਗੱਲ ਕੋਈ ਨਹੀਂ ਆਈ। ਕੁੱਕੜ ਰਹੂਗਾ, ਕੁੱਕੜ ਦਾ ਵਜੂਦ ਕਾਇਮ ਰੱਖਿਆ ਜਾਊਗਾ। ਓਕੇ ਮੈਂ ਪਤਾ ਲੱਗੇ ਬਾਅਦ ਵਿੱਚ ਆਖੋ ਵੀ ਉਹਨੇ ਫਿਰ ਮੇਰੀ ਨੀਂਦ ਖਰਾਬ ਕੀਤੀ ਤੇ ਮੈਂ ਕਿਹਾ ਤੈਨੂੰ ਐਸੀ ਸਜ਼ਾ ਦੇਵਾਂਗੇ ਕੁੱਕੜਾ ਵੀ ਅੱਜ ਤੋਂ ਬਾਅਦ ਬਾਂਗ ਨਹੀਂ ਦੇ ਸਕੇਗਾ। ਹੈ ਨਹੀਂ ਜੀ, ਕੁੱਕੜ ਜਿਉਂਦਾ ਰਹੂਗਾ, ਕੁੱਕੜ ਦੀ ਕੋਈ ਗੱਲ ਨਹੀਂ। ਬਾਕੀ ਸੰਧਾਲੀਆ ਸਾਹਿਬ ਜਿੰਨੇ ਵੀ ਸੱਜਣ ਮਿੱਤਰ ਮਿਲਦੇ ਆ, ਤੁਹਾਨੂੰ ਵੀ ਯਾਦ ਕਰਦੇ, ਸਾਰੀ ਟੀਮ ਨੂੰ ਯਾਦ ਕਰਦੇ ਆ। ਤੇ ਅਸੀਂ ਸੁੱਖ ਮੰਗਦੇ ਆ ਕਿ ਭਾਈ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਨੇ, ਭੰਗੜੇ ਗਿੱਧੇ ਨੂੰ ਪਿਆਰ ਕਰਦੇ, ਆਪਦੀ ਪੰਜਾਬੀ ਬੋਲੀ ਦੇ ਲਈ ਸੰਘਰਸ਼ੀ ਕਰਦੇ ਆ। ਕੰਮਾਂ ਕਾਰਾਂ ਤੋਂ ਬਾਅਦ ਆ ਕੇ ਬੱਚਿਆਂ ਨੂੰ ਪੰਜਾਬੀ ਦੀਆਂ ਜਮਾਤਾਂ ਲਵਾਉਣ ਲਿਜਾਂਦੇ ਆ। ਬਹੁਤ ਚੰਗਾ ਲੱਗਾ, ਸੰਤੁਸ਼ਟੀ ਹੁੰਦੀ ਹੈ ਕਿ ਭਾਈ ਨਹੀਂ, ਸਾਰੇ ਬੰਦੇ ਆਪੋ ਆਪਣੀ ਪੱਧਰ ਦੇ ਉੱਤੇ ਜਦੋਜਹਿਦ ਜਿਹੜਾ ਉਹ ਕਰ ਰਹੇ ਨੇ। ਤੇ ਮੈਂ ਤੁਹਾਡੇ ਮਾਰਫਤ, ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰ ਦਿੰਦਾ ਕਿ ਬਹੁਤ ਸਾਰੇ ਸੱਜਣਾਂ ਨੂੰ ਨਹੀਂ ਮਿਲ ਸਕੇ, ਸਮੇਂ ਦੀ ਬੜੀ ਘਾਟ ਸੀ, 1.5 2 ਦਿਨ ਦਾ ਹੀ ਤਾਂ ਸਮਾਂ ਸੀ। ਅਗਲੀ ਵਾਰੀ ਦੋਏ ਭਾਊ ਇਕੱਠੇ ਆਵਾਂਗੇ, ਫਿਰ ਮਿਲਾਂਗੇ ਸਾਰਿਆਂ ਨੂੰ। ਐਤਕੀ ਮਾਫੀ। ਨਹੀਂ ਪੱਕਾ ਨਾਲੇ ਮੁੜ ਕੇ ਕੁੱਕੜ ਦਾ ਵੀ ਹਿਸਾਬ ਕਰਨਾ। ਨਹੀਂ ਰਹਿ ਗਿਆ। ਚਲੋ ਆਪਾਂ ਹੁਣ ਖਬਰਾਂ ਵਾਲੇ ਪਾਸੇ ਮੋੜਾ ਕੱਟੀਏ। ਉਹ ਆਹ ਕਿਹੜੀ ਚਿੜੀ ਦੇ ਪੈਰ ਥੱਲੇ ਦੇਤਾ, ਕੁਛ ਕੀ ਹੋ ਗਿਆ? ਨਹੀਂ ਸੰਧਾਲੀਆ ਸਾਹਿਬ, ਦਰਖਤ ਨੇ ਆਲੇ ਦੁਆਲੇ, ਹੁਣ ਦ੍ਰਿਸ਼ ਨਹੀਂ ਦਿਖਾ ਸਕਦੇ, ਜਾਣੀ ਐਨ ਫਾਰਮ ਆ ਪੂਰਾ, ਤੇ ਉੱਥੇ ਪਤਾ ਨਹੀਂ ਕਿਹੜੀ ਚੀਜ਼ ਆ ਜੀ। ਚਲੋ ਚੱਲਦਾ ਰਹਿਣ ਦਿਓ, ਨਾਲੋਂ ਨਾਲੇ ਸਾਰਾ ਕੁਛ। ਅੱਛਾ, ਆਪਾਂ ਕਰੀਏ ਖਬਰਾਂ ਵਾਲੇ ਪਾਸੇ ਗੱਲਬਾਤ। ਤੇ ਖਬਰਾਂ ਦੇ ਵਿੱਚ ਨਾ ਇੱਕ ਖਬਰ ਵਾਹਵਾ ਦਿਨਾਂ ਤੋਂ ਇਦਾਂ ਦੀ ਚੱਲਦੀ ਪਈ ਹੈ ਵੀ
ਉਹਨੂੰ ਇੱਕ ਪਾਸਾ ਸੁਣੀਏ ਤੇ ਜਾਪਦਾ ਵੀ ਇਹ ਸੱਚਾ, ਦੂਜਾ ਸੁਣੀਏ ਤੇ ਜਾਪਦਾ ਵੀ ਉਹ ਸੱਚਾ। ਤੇ ਖਬਰ ਆ ਗੋਲਡੀ ਬਰਾੜ ਹੋਰਾਂ ਦੇ ਨਾਲ ਸੰਬੰਧਿਤ। ਹੁਣ ਜਿੱਦਣ ਪਹਿਲੇ ਦਿਨ ਗੱਲ ਚੱਲੀ ਸੀ ਵੀ ਗੋਲਡੀ ਬਰਾੜ ਹੋਰਾਂ ਨੂੰ ਤਾਂ ਜੀ ਡਿਟੇਨ ਕਰ ਲਿਆ ਗਿਆ ਤੇ ਪਹਿਲਾਂ ਕੋਈ ਯਕੀਨ ਨਾ ਕਰੇ, ਫਿਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਜਦੋਂ ਕਿਹਾ ਕਿ ਵੀ ਇਹ ਖਬਰ ਬਿਲਕੁਲ ਸਹੀ ਆ ਤੇ ਉਸ ਤੋਂ ਬਾਅਦ ਲੋਕਾਂ ਨੇ ਮੰਨ ਲਿਆ, ਸਾਰੇ ਪਾਸੇ ਖਬਰਾਂ ਚੱਲ ਪਈਆਂ। ਅਜੇ ਦਿਨ ਮੇਰਾ ਖਿਆਲ ਇੱਕ ਨਹੀਂ ਲੰਘਿਆ ਸੀ ਤੇ ਦੂਸਰੇ ਪਾਸੇ ਫੇਰ ਰੌਲਾ ਪੈ ਗਿਆ ਜੀ ਵੀ ਇੱਕ ਕੋਈ ਕਿਸੇ YouTube ਦੇ ਉੱਪਰ ਉਹ ਬੰਦੇ ਦੀ ਇੰਟਰਵਿਊ ਚੱਲਦੀ ਪਈ ਆ ਤੇ ਉਹਦੇ 'ਚ ਉਹ ਬੰਦਾ ਜਿਹੜਾ ਗੱਲ ਕਰ ਰਿਹਾ ਉਹ ਦਾਅਵਾ ਕਰ ਰਿਹਾ ਵੀ ਮੈਂ ਗੋਲਡੀ ਬਰਾੜ ਹਾਂ ਤੇ ਮੈਂ ਤੇ ਉੱਥੇ ਹੈ ਹੀ ਨਹੀਂ ਜਿੱਥੇ ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਤਾਂ ਕਿਤੇ ਹੋਰ ਹਾਂ ਤੇ ਮੈਂ ਆਜ਼ਾਦ ਪੰਛੀ ਹਾਂ, ਫੜੇ ਮੈਂ ਜਾਣਾ ਨਹੀਂ, ਪਿਸਤੌਲ ਮੇਰੇ ਕੋਲ ਹੈ, ਜਿੱਦਣ ਕਿਤੇ ਕੋਈ ਫੜਨ ਦੀ ਗੱਲ ਚੱਲੀ ਤੇ ਮੈਂ ਸਿਰ 'ਚ ਗੋਲੀ ਮਾਰ ਲੈਣੀ ਆ, ਜਿੰਨਾ ਚਿਰ ਜੀਣਾ ਆਜ਼ਾਦ ਜੀਣਾ। ਫਿਰ ਲੋਕਾਂ ਨੂੰ ਲੱਗਿਆ ਵੀ ਯਾਰ ਬੰਦਾ ਅਜੇ ਤਾਂ ਜਿਹੜਾ ਗਿਰਫਤ 'ਚੋਂ ਬਾਹਰ ਆ। ਨਾਲ ਹੀ ਵਿਰੋਧੀਆਂ ਨੇ ਨਿਸ਼ਾਨੇ ਸਾਧ ਦਿੱਤੇ ਵੀ ਕੱਲ੍ਹ ਤੱਕ ਆਖੀ ਜਾਂਦੇ ਸੀ ਜੀ ਭਗਵੰਤ ਮਾਨ ਹੋਰੀ ਵੀ ਮਹਾਰਾਜ ਅਸੀਂ ਫੜ ਲਿਆ ਇਹਦਾ ਮਤਲਬ ਇਹ ਗਲਤ ਗਾਈਡ ਕਰਦੇ ਨੇ। ਹੁਣ ਜਿਹੜੀ ਖਬਰ ਇਹੋ ਜਿਹੀ ਕੋਈ ਆਉਂਦੀ ਪਈ ਆ ਉਹਦੇ 'ਚ ਇਹ ਕਿਹਾ ਜਾ ਰਿਹਾ ਵੀ ਨਹੀਂ ਜੀ ਉਹ ਵਾਕਿਆ ਏਜੰਸੀਆਂ ਦੀ ਨਜ਼ਰ 'ਚ ਹੈ ਤੇ ਉਹ ਉਹਨਾਂ ਦੀ ਪਹੁੰਚ ਤੋਂ ਕਿਤੇ ਬਾਹਰ ਅੰਦਰ ਜਾ ਨਹੀਂ ਸਕਦਾ। ਹੁਣ ਸਮਝ ਨਹੀਂ ਆਉਂਦੀ ਵੀ ਪਹਿਲੀ ਖਬਰ ਮੰਨੀਏ, ਦੂਜੀ ਮੰਨੀਏ, ਜਾਂ ਜਿਹੜੀ ਹੁਣ ਫਿਰ ਕਹਿੰਦੇ ਨੇ ਵੀ ਉਹਨਾਂ ਦੇ ਉਹਦੇ 'ਤੇ ਏਜੰਸੀਆਂ ਦੀ ਨਜ਼ਰ ਹੈ ਤੇ ਏਜੰਸੀਆਂ ਦੇ ਇੱਕ ਤਰ੍ਹਾਂ ਨਾਲ ਉਹ ਕਬਜ਼ੇ 'ਚ ਹੀ ਆ। ਹੁਣ ਕਿਹੜੀ ਗੱਲ ਨੂੰ ਸੱਚ ਮੰਨੇ ਬੰਦਾ? ਸੰਧਾਵਲੀਆ ਸਾਹਿਬ, ਪਹਿਲੀ ਗੱਲ ਕਿ 5.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਆਪਾਂ ਸਾਰੇ ਹੀ ਕਹਿੰਦੇ ਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜਿਹੜੇ ਵੀ ਬੰਦੇ ਸ਼ਾਮਿਲ ਨੇ, ਯੋਜਨਾ ਘਾੜੇ, ਗੋਲੀਆਂ ਚਲਾਉਣ ਵਾਲੇ, ਗੋਲੀਆਂ ਉਹਨਾਂ ਤੱਕ ਪਹੁੰਚਾਉਣ ਵਾਲੇ, ਸਾਰੇ ਬੰਦੇ ਫੜ ਹੋਣੇ ਚਾਹੀਦੇ ਆ। ਸਾਜ਼ਿਸ਼ ਘਾੜਿਆਂ ਦਾ ਪਤਾ ਲੱਗਣਾ ਚਾਹੀਦਾ। ਤੇ ਗੋਲਡੀ ਬਰਾੜ ਨੇ ਪਹਿਲੇ ਦਿਨ ਹੀ ਪੱਟ ਤੇ ਥਾਪੀ ਮਾਰ ਕੇ ਹੱਥ ਤਾਂ ਨੂੰ ਚੱਕ ਕੇ ਕਿਹਾ ਸੀ ਕਿ ਭਾਈ ਮੈਂ ਕਰਾਇਆ, ਅਸੀਂ ਲਿਆ ਬਦਲਾ। ਹਾਲਾਂਕਿ ਅੱਜ ਤੱਕ ਉਹ ਕਦੇ ਵੀਡੀਓ ਦੇ ਰਾਹੀਂ ਲੋਕਾਂ ਦੇ ਸਾਹਮਣੇ ਨਹੀਂ ਆਇਆ। ਬਹੁਤ ਸਾਰੇ ਲੋਕ ਨੇ, ਕਿਉਂਕਿ ਜੇ ਆਪਾਂ ਇੰਨਾ ਹੀ ਜ਼ਿਆਦਾ ਸੁਰਖਰੂ ਆ, ਜੇ ਆਪਾਂ ਇੰਨਾ ਹੀ ਆਪਣੇ ਆਪ ਤੇ ਯਕੀਨ ਤੇ ਵਿਸ਼ਵਾਸ ਕਰਦੇ ਆ ਤੇ ਵੀਡੀਓ ਦੇ ਰੂਪ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ। ਨਾ ਦੱਸੋ ਤੁਸੀਂ ਕਿੱਥੇ ਆ, ਪਰ ਘੱਟੋ ਘੱਟ ਲੋਕਾਂ ਨੂੰ ਯਕੀਨ ਤਾਂ ਹੋਵੇ ਕਿ ਭਾਈ ਗੋਲਡੀ ਬਰਾੜ ਕਹਿ ਰਿਹਾ ਜਾਂ ਕੋਈ ਹੋਰ ਕਹਿ ਰਿਹਾ। ਜਿੰਨੀ ਵਾਰ ਵੀ ਗੋਲਡੀ ਬਰਾੜ ਦੇ ਵੱਲੋਂ ਕੋਈ ਗੱਲ ਆਈ ਹੈ, ਕੋਈ ਸਪਸ਼ਟੀਕਰਨ ਆਇਆ, ਕੋਈ ਜਾਣਕਾਰੀ ਆਈ ਹੈ, ਜਾਂ ਤਾਂ ਲਿਖਤੀ ਆਈ ਹੈ ਜਾਂ ਆਡੀਓ ਦੇ ਰੂਪ 'ਚ ਆਈ ਹੈ। ਹੁਣ ਲਿਖਤੀ 4 ਅੱਖਰ ਟਾਈਪ ਕੌਣ ਕਰਦਾ ਕੌਣ ਨਹੀਂ ਕਰਦਾ ਉਹ ਦੁਬਿਧਾ, ਉਹ ਭੁਲੇਖਾ ਹੈ। ਦੂਸਰੇ ਪਾਸੇ ਆਡੀਓ ਕਿਹੜਾ ਫੋਰੈਂਸਿਕ ਲੈਬ ਦੇ ਵਿੱਚ ਜਾ ਕੇ ਜਾਂਚ ਹੋ ਜਾਣੀ ਹੈ ਕਿ ਭਾਈ ਉਹ ਗੋਲਡੀ ਬਰਾੜ ਦੀ ਆਵਾਜ਼ ਹੈ ਜਾਂ ਕਿਸੇ ਹੋਰ ਦੀ। ਉਹ ਕਿਹੜਾ ਗੀਤ ਗਾਉਂਦਾ ਰਿਹਾ ਜਾਂ ਉਹਦੀਆਂ ਰਿਕਾਰਡਿੰਗਸ ਪਹਿਲੀਆਂ ਪਈਆਂ ਨੇ ਕਿ ਪਤਾ ਲੱਗ ਜਾਊਗਾ ਕਿ ਆਵਾਜ਼ ਗੋਲਡੀ ਬਰਾੜ ਦੀ ਆਵਾਜ਼ ਦੇ ਨਾਲ ਮੈਚ ਕਰਦੀ ਹੈ ਕਿ ਨਹੀਂ ਕਰਦੀ। ਪਹਿਲੀ ਗੱਲ ਹੈ ਕਿ ਉਹਦੇ ਦਾਅਵੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਸਾਰੇ ਸ਼ੱਕੀ ਨੇ, ਸੱਚ ਵੀ ਹੋ ਸਕਦੇ ਤੇ ਨਹੀਂ ਵੀ। ਹਾਂ, ਕਿਉਂਕਿ ਗੋਲਡੀ ਬਰਾੜ ਕਿਸੇ ਜ਼ਿੰਮੇਵਾਰ ਅਹੁਦੇ ਤੇ ਨਹੀਂ ਬੈਠਾ। ਉਹ ਦੱਸਦਾ, ਉਹ ਨਹੀਂ ਦੱਸਦਾ, ਉਹਦੇ ਕੋਲ ਪਿਸਤੌਲ ਹੈ, ਉਹਦੇ ਕੋਲ ਬੰਦੂਕ ਹੈ, ਉਹਦੇ ਕੋਲ ਤੋਪ ਹੈ, ਉਹਦੇ ਕੋਲ ਟੈਂਕ ਹੈ, ਉਹਨੂੰ ਪਤਾ ਹੋਊ। ਦੂਸਰੀ ਗੱਲ, ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਦੌਰਾਨ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਭਾਈ ਬੰਦਾ ਡਿਟੇਨ ਕਰ ਲਿਆ, ਬੰਦਾ ਫੜ ਲਿਆ, ਅਸੀਂ ਬੜੀ ਛੇਤੀ ਲੈ ਕੇ ਆਵਾਂਗੇ, ਅਸੀਂ ਇਨਸਾਫ ਦੇਣਾ ਹੈ, ਸਾਡੀ ਸਰਕਾਰ ਲੱਗੀ ਹੈ। ਉਹਨਾਂ ਦੀ ਜ਼ਿੰਮੇਵਾਰੀ ਡਿਊਟੀ ਜ਼ਰੂਰ ਬਣਦੀ ਹੈ ਕਿ ਭਾਈ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਸਪਸ਼ਟ ਕਰਨ, ਪਰ ਨਾਲ ਦੀ ਨਾਲ ਕਾਲੀ ਨਾ ਕਰਨ। ਜੇ ਤਾਂ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ, ਇੰਟਰਨੈਸ਼ਨਲ ਕਾਨੂੰਨ, ਇੰਟਰਪੋਲ ਦੇ ਰਾਹੀਂ ਸਾਰਾ ਕੰਮ ਹੋਣਾ। ਜੇ ਤਾਂ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਮੁੱਖ ਮੰਤਰੀ ਹੋਰਾਂ ਦੇ ਕੋਲ ਇਹ ਤਾਕਤ ਹੈ ਕਿ ਇੱਕ ਦੇਸ਼ ਨੇ ਦੂਸਰੇ ਦੇਸ਼ ਤੋਂ ਕੋਈ ਬੰਦਾ ਮੰਗਵਾਉਣਾ, ਤਾਂ ਕੀ ਸੂਬੇ ਦਾ ਮੁੱਖ ਮੰਤਰੀ ਉਹਦੇ ਬਾਬਤ ਕੋਈ ਅਥੈਂਟਿਕ ਜਾਣਕਾਰੀ, ਕੋਈ ਕਾਗਜ਼ ਪੱਤਰ ਦੇ ਸਕਦਾ? ਜੇ ਦੇ ਸਕਦੇ ਆ ਤਾਂ ਭਗਵੰਤ ਮਾਨ ਸਾਹਿਬ ਬਿੰਦ ਨਾ ਲਾਓ, ਝੱਟ ਨਾ ਲਾਓ, ਇੱਕ ਪਲ ਵੀ ਨਾ ਲਾਓ। ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਲੋਕਾਂ ਦੀ ਜਿਗਿਆਸਾ ਸ਼ਾਂਤ ਕਰ ਦਿਓ। ਹਾਂ, ਪਰ ਜੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਕੋਈ ਗੱਲ ਅੜਿੱਕਾ ਬਣਦੀ ਹੈ, ਜੇ ਗੋਲਡੀ ਬਰਾੜ ਨੂੰ ਭਾਰਤ ਜਾਂ ਪੰਜਾਬ ਲਿਆਉਣ ਦੇ ਵਿੱਚ ਫਿਰ ਥੋੜ੍ਹਾ ਜਿਹਾ ਸਮਾਂ ਹੋਰ ਲੱਗਦਾ, ਫਿਰ ਚੁੱਪ ਕਰਕੇ ਬੈਠੇ ਰਹੋ, ਪਰ ਕੰਮ ਕਰਦੇ ਰਹੋ ਜਿਹਦੇ ਨਾਲ ਕਿ ਸਾਰਾ ਕੁਝ ਸਿੱਧਾ ਤੇ ਸਪਸ਼ਟ ਹੋ ਜਾਏ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਇੱਕ ਚਰਚਾ ਚੱਲੀ ਕਿ ਗੋਲਡੀ ਬਰਾੜ ਡਿਟੇਨ ਕਰ ਲਿਆ ਜਾਂ ਫੜ ਲਿਆ। ਦੂਸਰਾ, ਭਗਵੰਤ ਮਾਨ ਸਾਹਿਬ ਨੇ ਬਿਆਨ ਦੇ ਦਿੱਤਾ। ਹੁਣ ਉਹਦੇ ਤੋਂ ਬਾਅਦ ਹੋਇਆ ਕੀ? ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੱਸੋ। ਉਹ ਬੰਦਾ ਆਖੀ ਜਾਂਦਾ ਕਿ ਮੈਨੂੰ ਤਾਂ ਕਿਸੇ ਨੇ ਫੜਿਆ ਹੀ ਨਹੀਂ, ਮੈਂ ਆਜ਼ਾਦ ਘੁੰਮ ਰਿਹਾ, ਤੇ ਤੁਸੀਂ ਦੱਸੋ ਕਿਹੜੇ ਬਿਹਾਫ ਤੇ ਆਖਿਆ? ਤੁਸੀਂ ਗੈਰ ਜ਼ਿੰਮੇਵਾਰ ਬਿਆਨ ਕਿਉਂ ਦਿੱਤਾ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਆਖਿਆ। ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਵੀ ਆਖਿਆ। ਉਹ ਕਹਿੰਦੇ ਗੱਲ ਕੀ ਆ ਬਈ, ਤੁਸੀਂ ਬਿਆਨ ਦੇ ਦਿੰਦੇ ਹੋ ਮੁੜ ਕੇ ਚੁੱਪ ਕਰ। ਆਮ ਆਦਮੀ ਪਾਰਟੀ ਦਾ ਹੋਰ ਕੋਈ ਵੀ ਲੀਡਰ ਨਹੀਂ ਬੋਲ ਰਿਹਾ। ਡੀਜੀਪੀ ਪੰਜਾਬ ਪੁਲਿਸ ਉਹ ਵੀ ਇਸ ਮੁੱਦੇ ਤੇ ਨਹੀਂ ਬੋਲੇ। ਮੁੱਖ ਮੰਤਰੀ ਸਾਹਿਬ ਦੇ ਕੋਲ ਜਾਣਕਾਰੀ ਕਿੱਥੋਂ ਆਈ? ਉਹਨਾਂ ਨੂੰ ਕਿੱਥੋਂ ਪਤਾ ਲੱਗਿਆ? ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਜਾਂ ਸਰਕਾਰ ਨੇ ਕੋਈ ਅਥੈਂਟਿਕ ਜਾਣਕਾਰੀ ਦਿੱਤੀ ਸੀ? ਇਹਦੇ ਬਾਬਤ ਅਜੇ ਤੱਕ ਦੁਬਿਧਾ, ਤੇ ਉਹ ਦੁਬਿਧਾ ਜਿਹੜੀ ਹੈ ਉਹ ਦੂਰ ਹੋਣੀ ਚਾਹੀਦੀ ਹੈ।
क्योंकि जे मुख मंत्री साहब का बयान गोल्डी बराड़ दे बयान दे मुताबिक गलत होया तो फिर देखो किड्डी माड़ी गल है ना। जिम्मेवार अहुदे दे उत्ते बैठे है, क्योंकि विरोधी धिरां ने तां इल्जाम लाने शुरू करते कि गुजरात दीयां चोणां दे विच लाहा लेना सी। हालांकि मैनूं ये गल बहुत ही ज्यादा ऑथेंटिक नहीं लगती, क्योंकि गुजरात के लोगों का सिद्धू मूसेवाले नाल किन्ना कवा, गुजरात के लोग सिद्धू मूसेवाले दे गीत किन्ने क सुणदे सी। हाँ, हिमाचल दे विच, दिल्ली दे विच, हरियाणे दे विच, पंजाब दे विच, राजस्थान दे विच, यानी जिथे पंजाबी ते हिंदी भाषी लोग ज्यादा ने जां पंजाब दे नेड़े तेड़े दे इलाके ने, उत्थे तां मन्निया कि बहुत ज्यादा फर्क पऊगा। गुजरात दे विच फर्क नहीं सी पैना, पर फिर भी क्योंकि मुख मंत्री साहब ने पहलकदमी की, उन्होंने नूं स्पष्ट कर देना चाहिए जे कानूनी तौर पर कोई अड़िक्का नहीं तां। नहीं देखो, एक गल तो हैगी आ भी ये हुण गल किते ना किते क्लीयर नहीं हो रही, इस करके सियासी जिहड़ा छाज आ ਉਹਦੇ 'ਚ ਇਹ ਗੱਲ ਪੈ ਗਈ। ਹੁਣ ਜੇ ਮਜੀਠੀਆ ਸਾਹਿਬ ਨੇ ਉਧਰੋਂ ਕਿਹਾ ਸੀ ਤੇ ਇਧਰੋਂ ਆਮ ਆਦਮੀ ਪਾਰਟੀ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਤੇ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਉਹਨਾਂ ਲੀਡਰ ਸਾਹਿਬਾਨਾਂ ਦੇ ਉੱਪਰ ਕੁਐਸਚਨ ਚੁੱਕੇ ਨੇ, ਉਹ ਵੀ ਇੱਕ ਵੱਖਰੀ ਤਰ੍ਹਾਂ ਦੀ ਗੱਲ ਆ, ਕਿਉਂਕਿ ਉਹ ਕਹਿੰਦੇ ਵੀ ਦੇਖੋ ਜੀ ਇਹ ਗੈਂਗਸਟਰ ਕਲਚਰ ਇਹ ਸਾਰਾ ਕੁਛ ਇਹਨਾਂ ਦੇ ਹੁੰਦਿਆਂ ਚੱਲਿਆ ਸੀ। ਮਾਲਵਿੰਦਰ ਕੰਗ ਹੋਰੀ ਕਹਿੰਦੇ ਕਿ ਵੀ ਤੁਸੀਂ ਪਿਛਲੀ ਡਿਟੇਲ ਕਢਾ ਕੇ ਦੇਖ ਲਓ, ਉਦੋਂ ਜਿਹੜੇ ਕਤਲ ਹੁੰਦੇ ਸੀ, ਮਰਡਰ ਹੁੰਦੇ ਸੀ, ਕੋਈ ਇੱਕ ਬੰਦਾ ਅਕਾਲੀ ਦਲ ਨਾਲ ਸੰਬੰਧਿਤ ਹੁੰਦਾ ਸੀ, ਦੂਸਰਾ ਕਾਂਗਰਸ ਨਾਲ ਸੰਬੰਧਿਤ ਹੁੰਦਾ ਸੀ, ਤੇ ਕਹਿੰਦੇ ਬੰਦੇ ਤੇ ਇਹਨਾਂ ਦੇ ਆ। ਹੁਣ ਕਹਿੰਦੇ ਵੀ ਜਿਹੜਾ ਵਾਰ-ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹਾਂਜੀ ਸਾਨੂੰ ਦੱਸੋ ਜੀ, ਸਾਨੂੰ ਦੱਸੋ ਜੀ, ਉਹ ਕਹਿੰਦੇ ਕੀ ਮਜੀਠੀਆ ਸਾਹਿਬ ਇਹ ਜਿਹੜੀ ਗੁਪਤ ਸਰਕਾਰੀ ਜਾਣਕਾਰੀ ਹੈ ਉਹ ਹਾਸਲ ਕਰਨਾ ਚਾਹੁੰਦੇ ਨੇ, ਤੇ ਜੇ ਉਹ ਹਾਸਲ ਕਰਨਾ ਚਾਹੁੰਦੇ ਨੇ ਤੇ ਉਸ ਇਨਫੋਰਮੇਸ਼ਨ ਦਾ ਉਹਨਾਂ ਨੇ ਕਰਨਾ ਕੀ ਹੈ, ਕਿਉਂਕਿ ਪਤਾ ਉਹਨਾਂ ਨੂੰ ਵੀ ਆ ਵੀ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਸਰਕਾਰੀ ਤੌਰ ਤੇ ਹੁੰਦੀਆਂ ਨੇ ਉਹਨਾਂ ਨੂੰ ਗੁਪਤ ਰੱਖਿਆ ਜਾਂਦਾ। ਹੁਣ ਇਹ ਵੀ ਇੱਕ ਤਰ੍ਹਾਂ ਦਾ ਹੁਣ ਪਤਾ ਨਹੀਂ ਵੀ ਇਹ ਸਿਆਸੀ ਪੈਂਤੜਾ ਜਾਂ ਸਿਆਸੀ ਜਵਾਬ ਹੈ ਉਹ ਪਹਿਲੇ ਸਿਆਸੀ ਸਵਾਲ ਦਾ, ਪਰ ਜੋ ਵੀ ਆ ਇਹ ਸਾਰੀਆਂ ਗੱਲਾਂ ਜਦੋਂ ਆਮ ਲੋਕਾਂ ਤੱਕ ਪਹੁੰਚਦੀਆਂ ਨੇ ਤੇ ਉਹ ਤੇ ਜ਼ਰੂਰ ਸਿਰ ਫੜ ਕੇ ਬਹਿ ਜਾਂਦੇ ਨੇ ਵੀ ਯਾਰ ਹੁਣ ਕਿਹਦੀ ਗੱਲ ਨੂੰ ਸੱਚ ਮੰਨੀਏ, ਮੁੱਖ ਮੰਤਰੀ ਸਾਹਿਬ ਨੂੰ ਮੰਨੀਏ, ਜਿਹੜੀਆਂ ਵਿਰੋਧੀ ਧਿਰਾਂ ਦੋਸ਼ ਲਾਉਂਦੀ ਉਹਨਾਂ ਨੂੰ ਮੰਨੀਏ, ਆਮ ਆਦਮੀ ਪਾਰਟੀ ਜਿਹੜਾ ਗਾਂ ਸਵਾਲ ਤੇ ਫਿਰ ਸਵਾਲ ਚੁੱਕਦੀ ਉਹਦੀ ਮੰਨੀਏ, ਜਿਹੜੀ ਉਹ YouTube ਤੇ ਇੱਕ ਇੰਟਰਵਿਊ 'ਚ ਤੁਰੀ ਫਿਰਦੀ ਉਹਦੀ ਗੱਲ ਸੱਚ ਮੰਨੀਏ। ਅਸਲ ਦੇ ਵਿੱਚ ਹੈ ਕੀ ਆ ਸੱਚ, ਇਹ ਸਮਝ ਨਹੀਂ ਆ ਰਿਹਾ। ਪਰ ਚਲੋ ਹੁਣ ਤਾਂ ਦੇਖੋ ਇਲੈਕਸ਼ਨਾਂ ਵੀ ਨਿਬੜ ਗਈਆਂ, ਨਤੀਜਾ ਵੀ ਇੱਕ ਅੱਜ ਆ ਜਾਣਾ, ਇੱਕ ਕੱਲ੍ਹ ਨੂੰ ਆ ਜਾਣਾ, ਉਸ ਤੋਂ ਬਾਅਦ ਤੇ ਸ਼ਾਇਦ ਵਿਹਲੇ ਹੋ ਕੇ ਕੋਈ ਨਾ ਕੋਈ ਲੀਡਰ ਸਾਹਿਬਾਨ ਇਹਦਾ ਜਵਾਬ ਦੇ ਹੀ ਦੇਣਗੇ ਕਿ ਨਹੀਂ। ਸੰਧਾਲੀਆ ਸਾਹਿਬ, ਜਦੋਂ ਆਪਣੇ ਘਰ ਸਾਰਿਆਂ ਦੇ ਕੱਚੇ ਹੁੰਦੇ ਸੀ ਨਾ, ਬਾਲੇ ਵਾਲੇ ਹੁੰਦੇ ਸੀ, ਮੀਂਹ ਪੈਣਾ ਤੇ ਕੋਠਾ ਚੋਣਾ, ਉਹਦੇ ਦੋ ਹੀ ਹੱਲ ਹੁੰਦੇ ਆ ਜਿਹੜੇ ਆਪਾਂ ਕਰਦੇ ਰਹੇ ਆ। ਇੱਕ ਥੱਲੇ ਪਰਾਤ ਰੱਖ ਦਈਏ, ਜਿੱਥੋਂ ਚੋਂਦਾ ਬਾਲਟੀ ਰੱਖ ਦਈਏ। ਕਈ ਵਾਰੀ ਤਾਂ ਬੰਦੇ ਨੂੰ ਪਤਾ ਹੀ ਉਦੋਂ ਲੱਗਦਾ ਹੁੰਦਾ ਜਦੋਂ ਮੰਜੇ ਤੇ ਪਾਸਾ ਲੈਣਾ ਤੇ ਦੂਜੇ ਪਾਸੇ ਗਿੱਲਾ ਲੱਗਣਾ, ਫਿਰ ਕਹਿਣਾ ਉਹਦੇ ਟੱਪ 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 ਚੋਂਦਾ, ਫਿਰ ਮੰਜਾ ਖਿੱਚ ਲੈਣਾ ਤੇ ਥੱਲੇ ਪਰਾਤ ਜਾਂ ਬਾਲਟੀ ਰੱਖ ਦੇਣੀ ਕਿ ਭਾਈ ਪਾਣੀ ਉਹਦੇ ਵਿੱਚ ਪਈ ਜਾਵੇ। ਉਹਨੇ ਹਰ 25-27 ਸਕਿੰਟ ਟੱਪ ਟੱਪ ਏਦਾਂ ਚੱਲੀ ਜਾਣਾ ਕੰਮ। ਫਿਰ ਦੋ ਹੱਲ ਕੀ ਹੁੰਦੇ ਸੀ ਕਿ ਭਾਈ ਮੰਜਾ ਖਿੱਚ ਲਿਆ ਪਹਿਲਾ, ਦੂਸਰਾ ਕਿ ਮੀਂਹ ਹਟ ਜਾਵੇ, ਉਡੀਕ ਲੈਂਦੇ ਆ ਕਿ ਹਟ ਹੀ ਜਾਣਾ, ਕਿੰਨੀ ਕੁ ਦੇਰ ਪੈਂਦਾ ਰਹਿਣਾ, ਮੁੜ ਕੇ ਚੇਤਾ ਭੁਲਾ ਦੀਏ। ਸਾਡੀਆਂ ਸਰਕਾਰਾਂ, ਸਾਡੀਆਂ ਸਿਆਸੀ ਪਾਰਟੀਆਂ, ਸਾਡੀ ਅਫਸਰਸ਼ਾਹੀ ਤੇ ਆਪਾਂ ਜਿਸ ਭਾਈਚਾਰੇ ਦੇ ਵਿੱਚ ਕੰਮ ਕਰਦੇ ਆ, ਸਾਡਾ ਮੀਡੀਆ, ਅਸੀਂ ਜਾਂ ਤਾਂ ਬਾਲਟੀ ਰੱਖੀ ਜਾਂਦੇ ਆ, ਜਾਂ ਮੰਜਾ ਘੜੀਸੀ ਜਾਂਦੇ ਆ, ਜਾਂ ਮੀਂਹ ਹਟਣ ਦਾ ਇੰਤਜ਼ਾਰ ਕਰੀ ਜਾਂਦੇ ਆ। ਜਦੋਂ ਮੀਂਹ ਹਟ ਜਾਂਦਾ ਦੂਜੇ ਦਿਨ ਸਵੇਰ ਚੜ੍ਹਦੀ ਹੈ, ਅਸੀਂ ਕਾਰਨ ਨਹੀਂ ਲੱਭਦੇ, ਅਸੀਂ ਉਹ ਗਲੀ ਨਹੀਂ ਲੱਭਦੇ ਕਿ ਭਾਈ ਉਹ ਪਾਣੀ ਅੰਦਰ ਕਿਉਂ ਆਇਆ, ਕੋਠਾ ਕਿਉਂ ਚੋਂਦਾ, ਉਹਦੇ ਉੱਤੇ ਹੁਣ ਮਿੱਟੀ ਪਾਈਏ, ਉਹਦੇ ਉੱਤੇ ਸੀਮੈਂਟ ਪਾਈਏ, ਉਹਦੇ ਉੱਤੇ ਉਹ ਗੋਲੂ ਜਿਹਾ ਪਾਈਏ, ਜਾਨੀ ਸੀਮੈਂਟ ਦਾ ਜਿਹੜਾ ਥੋੜਾ ਜਿਹਾ ਸੰਘਣਾ ਜਿਹਾ ਕਰਕੇ ਪਾਣੀ ਪਾ ਦਈਏ, ਕਰੀਏ ਕੀ? ਕਿਉਂਕਿ ਜੇ ਆਪਾਂ ਚੁੱਪ ਕਰਕੇ ਬਹਿ ਗਏ, ਜਦੋਂ ਦੁਬਾਰਾ ਮੀਂਹ ਆਇਆ ਫਿਰ ਚੋਣਾ, ਫਿਰ ਬਾਲਟੀ ਰੱਖਾਂਗੇ, ਫਿਰ ਮੰਜਾ ਘੜੀਸਾਂਗੇ, ਫਿਰ ਔਖੇ ਹੋਵਾਂਗੇ, ਫਿਰ ਕੋਈ ਨਾ ਕੋਈ ਚੀਜ਼ ਜਿਹੜੀ ਆ ਘਰ ਦੇ ਕਮਰੇ ਦੇ ਵਿੱਚ ਪਈ ਆ ਖਰਾਬ ਹੋ। ਅਸੀਂ ਬੇਨਤੀ ਇੱਕੋ ਹੀ ਕਰਦੇ ਹਾਂ ਕਿ ਭਾਈ ਸਾਨੂੰ ਨਹੀਂ ਪਤਾ ਵਿਰੋਧੀ ਧਿਰਾਂ ਗਲਤ ਨੇ ਜਾਂ ਸੱਤਾਧਾਰੀ ਧਿਰ ਗਲਤ ਹੈ ਜਾਂ ਕੌਣ ਸਹੀ ਹੈ ਜਾਂ ਕੌਣ ਗਲਤ ਹੈ, ਪਰ ਇੱਕ ਗੱਲ ਦਾ ਜ਼ਰੂਰ ਪਤਾ ਕਿ ਸਜ਼ਾ ਮਿਸਾਲੀ ਚਾਹੀਦੀ ਹੈ। ਜਿਹੜੇ ਵੀ ਬੰਦੇ ਨੇ ਸਾਜ਼ਿਸ਼ ਘੜੀ ਉਹ ਬੰਦਾ ਫੜ ਹੋਣਾ ਚਾਹੀਦਾ, ਉਹ ਬੰਦਾ ਭਾਰਤ ਆਉਣਾ ਚਾਹੀਦਾ, ਉਹਨੂੰ ਜੇਲ੍ਹ ਹੋਣੀ ਚਾਹੀਦੀ ਹੈ, ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ, ਤੇ ਇੰਨੀ ਸਮਾਂਬੱਧ, ਇੰਨੀ ਛੇਤੀ ਹੋਣੀ ਚਾਹੀਦੀ ਹੈ ਕਿ ਭਵਿੱਖ ਦੇ ਵਿੱਚ ਕੋਠਾ ਦੁਬਾਰਾ ਨਾ ਚੋਵੇ, ਕਿ ਭਵਿੱਖ ਦੇ ਵਿੱਚ ਕਿਸੇ ਵੀ ਨੌਜਵਾਨ ਦਾ, ਕਿਸੇ ਵੀ ਗੈਂਗਸਟਰ ਦਾ, ਕਿਸੇ ਵੀ ਬਦਮਾਸ਼ ਦਾ ਹੌਸਲਾ ਨਾ ਪਵੇ ਕਿ ਭਾਈ ਮੈਂ ਦੇਸ਼ 'ਚ ਚਲ ਗਿਆ, ਮੈਂ ਵਿਦੇਸ਼ 'ਚ ਬਹਿ ਗਿਆ, ਮੈਂ ਇੱਥੋਂ ਜੋ ਮਰਜ਼ੀ ਕਰਾਈ ਜਾਵਾਂ, ਮੈਂ ਜੇਲ੍ਹ 'ਚ ਟੈਲੀਫੋਨ ਕਰ ਲਵਾਂ, ਮੈਂ ਜੇਲ੍ਹ 'ਚੋਂ ਫਰੌਤੀਆਂ ਦੇਈ ਜਾਵਾਂ, ਜੇਲ੍ਹ 'ਚੋਂ ਕਤਲ ਕਰਾ ਦੇਵਾਂ। ਨਾ, ਕੋਠਾ ਚੋਣਾ ਬੰਦ ਕਰਨਾ ਹੈ ਆਪਾਂ। ਹੁਣ ਮੰਜੇ ਨਹੀਂ ਘੜੀਸਣੇ। ਆ ਜਿੰਨੇ ਸਿਆਸੀ ਬਿਆਨ ਆ ਰਹੇ, ਚਾਹੇ ਸੱਤਾਧਾਰੀ ਧਿਰ ਵੱਲੋਂ, ਚਾਹੇ ਵਿਰੋਧੀ ਧਿਰ ਵੱਲੋਂ, ਚਾਹੇ ਕਿਸੇ ਪਾਸਿਓਂ, ਇਹ ਸਿਰਫ ਮੰਜੇ ਘੜੀਸ ਹੋ ਰਹੇ ਆ, ਇਹ ਸਿਰਫ ਮੀਂਹ ਹਟਣ ਦਾ ਇੰਤਜ਼ਾਰ ਕੀਤਾ ਜਾ ਰਿਹਾ, ਇਹ ਸਿਰਫ ਚੋਂਦੇ ਕੋਠੇ ਦੇ ਥੱਲੇ ਬਾਲਟੀਆਂ ਤੇ ਪਰਾਤਾਂ ਰੱਖੀਆਂ ਜਾ ਰਹੀਆਂ। ਇਹ ਕੰਮ ਪੇਨ ਕਿਲਰ ਹੈ, ਆਰਜੀ ਤੌਰ ਤੇ ਤਾਂ ਠੀਕ ਹੈ, ਸਾਨੂੰ ਆਪਰੇਟ ਕਰਨਾ ਪੈਣਾ।
ਹੁਣ ਦੇਖੋ, ਜੇ ਗੋਲਡੀ ਬਰਾੜ ਹੋਰਾਂ ਦੀ ਚਰਚਾ ਚੱਲਦੀ ਆ ਤੇ ਚਰਚਾ ਉਦੋਂ ਬਾਅਦ ਚੱਲਣ ਲੱਗਦੀ ਆ ਜਦੋਂ ਸਿੱਧੂ ਮੂਸੇਵਾਲੇ ਹੋਰਾਂ ਦਾ ਕਤਲ ਹੁੰਦਾ। ਹਾਲਾਂਕਿ ਉਹ ਜਿਹੜੀ ਇੰਟਰਵਿਊ ਸੀਗੀ ਉਹਦੇ ਵਿੱਚ ਉਹ ਬੰਦਾ ਫਿਰ ਜ਼ਿਕਰ ਕਰਦਾ, ਜਦੋਂ ਉਹਨੂੰ ਪੁੱਛਿਆ ਜਾਂਦਾ ਵੀ ਮਹਾਰਾਜ ਤੁਸੀਂ ਇੱਦਾਂ ਕੀਤਾ, ਤਾਂ ਜਿੰਨਾ ਕੁ ਉਹ ਆਪਣਾ ਪੱਖ ਰੱਖਦਾ ਜਿਹਦੇ 'ਚ ਉਹ ਕਹਿੰਦਾ ਵੀ ਹਾਂ ਜਦੋਂ ਸਾਡੇ ਭਰਾ ਮਾਰੇ ਗਏ ਤੇ ਸਾਡੇ ਆਪਣੇ ਤੁਰ ਗਏ ਉਦੋਂ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ। ਤੇ ਜਿੰਨੀ ਕੁ ਗੱਲਾਂ ਬਾਤਾਂ ਦੇ ਵਿੱਚ ਕੁੜੱਤਣ ਹੈ ਉਹ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਵੀ ਨਜ਼ਰ ਆਉਂਦੀ ਹੈ। ਈਵਨ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਵੀ ਆਉਂਦੀ ਹੈ ਵੀ ਹਾਂਜੀ ਅਜੇ ਵੀ ਉਹ ਜੋ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਗਲਤ ਲੱਗਦਾ। ਪਰ ਚਲੋ ਹੁਣ ਜੇ ਕਾਰਵਾਈ ਦੀ ਗੱਲ ਕਰੀ, ਜਿੱਦਾਂ ਪਿਛਲੇ ਦਿਨੀ ਸਰਦਾਰ ਬਲਕੌਰ ਸਿੰਘ ਹੋਰਾਂ ਕਿਹਾ ਸੀ ਵੀ ਮੈਂ ਹੁਣ ਸੰਤੁਸ਼ਟ ਹਾਂ ਜੀ, ਹੁਣ ਕਾਰਵਾਈ ਠੀਕ ਹੋ ਰਹੀ ਆ, ਹੁਣ ਜਾਂਚ ਸਹੀ ਪਾਸੇ ਚੱਲ ਰਹੀ ਆ। ਪਿਛਲੇ ਦਿਨੀ ਵੀ ਪੁੱਛ ਪੜਤਾਲ ਹੋਈ ਸੀ ਕੁਝ ਸਿੰਗਰ ਕਲਾਕਾਰਾਂ ਤੋਂ, ਤੇ ਹੁਣ ਦੁਬਾਰਾ ਚਰਚਾ ਚੱਲੀ ਹੈ ਕਿ ਕੁਝ ਹੋਰ ਕਲਾਕਾਰਾਂ ਦੇ ਵਿੱਚ ਨਾਮ ਆਏ ਨੇ ਜਿਨ੍ਹਾਂ ਤੋਂ ਪੁੱਛਗਿੱਛ ਹੋਣੀ ਹੈ। ਇੱਕ ਤੇ ਸਭ ਤੋਂ ਵੱਡਾ ਨਾਮ ਬੱਬੂ ਮਾਨ ਹੋਰਾਂ ਦਾ ਲਿਆ ਜਾ ਰਿਹਾ, ਫਿਰ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਉਹਨਾਂ ਕੋਲ ਅੱਗੇ ਵੀ ਪੁੱਛਗਿੱਛ ਹੋਈ ਸੀ, ਉਹਨਾਂ ਕੋਲੋਂ ਵੀ ਕਹਿੰਦੇ ਪੁੱਛਗਿੱਛ ਹੋਣੀ ਹੈ। ਇੱਕ ਵਿੱਕੀ ਮਿੱਡੂ ਖੇੜਾ ਜਿਹਦਾ ਕਤਲ ਹੋਇਆ ਸੀ ਉਹਦੇ ਭਰਾ ਦੇ ਜ਼ਿਕਰ ਚੱਲਦਾ ਵੀ ਸ਼ਾਇਦ ਅਜੇਪਾਲ ਮਿੱਡੂ ਖੇੜਾ ਉਹਦੇ ਤੋਂ ਵੀ ਪੁੱਛਗਿੱਛ ਹੋਣੀ ਹੈ। ਕੁਝ ਪ੍ਰੋਡਿਊਸਰ ਨੇ ਜਿਹੜੇ ਇਸ ਇੰਡਸਟਰੀ ਨਾਲ ਸੰਬੰਧਿਤ ਨੇ ਉਹਨਾਂ ਦਾ ਨਾਮ ਹੀ ਇਸ ਵਕਤ ਖਬਰਾਂ 'ਚ ਹੈ ਵੀ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਣੀ। ਹੁਣ ਇਹ ਕਦੋਂ ਹੋਣੀ ਹੈ, ਕਿਵੇਂ ਹੋਣੀ ਹੈ, ਕਿੱਦਾਂ ਹੋਣੀ ਹੈ, ਇਹ ਤਾਂ ਟਾਈਮ ਦੱਸੂਗਾ। ਪਰ ਇਹ ਜਿਹੜੀ ਜਦੋਂ ਖਬਰ ਆਈ ਹੈ ਤੇ ਉਹਦੇ 'ਤੇ ਇੱਕ ਡਿਫਰੈਂਟ ਤਰ੍ਹਾਂ ਦੀ ਡਿਬੇਟ ਚੱਲ ਪਈ। ਕੁਝ ਲੋਕ ਇਹਨੂੰ ਇਹ ਕਹਿਣ ਲੱਗ ਪਏ ਕਿ ਇਹ ਹੁਣ ਕਲਾਕਾਰ ਵਰਸਸ ਕਲਾਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜੇ ਕੋਈ ਬੱਬੂ ਮਾਨ ਦੇ ਜਾਂ ਇਹਨਾਂ ਕਲਾਕਾਰਾਂ ਦੇ ਫੈਨ ਨੇ ਉਹ ਮੂਸੇਵਾਲੇ ਨੂੰ ਗਾਲਾਂ ਕੱਢਣਗੇ ਜਾਂ ਉਹਦੇ ਫੈਨਸ ਨੂੰ ਗਾਲਾਂ ਕੱਢਣਗੇ, ਜਾਂ ਜਿਹੜੇ ਮੂਸੇਵਾਲੇ ਦੇ ਨੇ ਉਹ ਫਿਰ ਇਹਨਾਂ ਨੂੰ ਗਾਲਾਂ ਕੱਢਣਗੇ। ਹੁਣ ਜੇ ਤੇ ਸੋਸ਼ਲ ਮੀਡੀਆ ਟਰਾਇਲ ਨੇ ਸਾਰਾ ਫੈਸਲਾ ਕਰਨਾ ਤੇ ਫਿਰ ਤੇ ਮੇਰੇ ਖਿਆਲ ਨਾਲ ਚੱਲੀ ਜਾਣਦੀ ਏ। ਪਰ ਜੇ ਵਾਕਈ ਇਹਦੇ ਨਾਲ ਇਸ ਜਾਂਚ ਨਾਲ ਜਾਂ ਇਸ ਪੁੱਛ ਪੜਤਾਲ ਦੇ ਵਿੱਚੋਂ ਕੁਝ ਨਿਕਲਦਾ ਤੇ ਫਿਰ ਅਸੀਂ ਆਸ ਕਰਦੇ ਹਾਂ ਵੀ ਬਹੁਤ ਛੇਤੀ ਕੋਈ ਪੁਲਿਸ ਡਿਪਾਰਟਮੈਂਟ ਚੰਗੀ ਖਬਰ ਦੇਊਗਾ। ਸੰਧਾਲੀਆ ਸਾਹਿਬ, ਤਰੀਕਾ ਤਾਂ ਜਿਨ੍ਹਾਂ ਨੇ ਜਾਂਚ ਕਰਨੀ ਇਹੀ ਹੈ ਨਾ ਕਿ ਜਿੱਧਰਲੇ ਪਾਸੇ ਵੀ ਉਹਨਾਂ ਨੂੰ ਲੱਗਦਾ ਪੁੱਛ ਸਕਦੇ ਕਿਸੇ ਨੂੰ ਵੀ, ਕਿਸੇ ਕੋਲ 2 ਮਿੰਟ ਪੁੱਛਣ, 2 ਘੰਟੇ ਪੁੱਛਣ, 4 ਘੰਟੇ ਪੁੱਛਣ, ਕੋਈ ਮਾੜੀ ਗੱਲ ਨਹੀਂ, ਪੁੱਛਣਾ ਚਾਹੀਦਾ। ਜੇ ਕਿਸੇ ਪਾਸਿਓਂ ਕੋਈ ਕਲੂ ਮਿਲਦਾ, ਕਿਸੇ ਦੇ ਕਾਗਜ਼ ਪੱਤਰ ਚੈੱਕ ਕਰਕੇ, ਕਿਸੇ ਦੀਆਂ ਕਾਲ ਡਿਟੇਲ, ਕਿਸੇ ਦੀ ਕੋਈ ਚੈਟ ਉਹ ਚੈੱਕ ਕਰਕੇ ਜੇ ਕਿਸੇ ਪਾਸੇ ਕੁਝ ਪਤਾ ਲੱਗਦਾ ਪਤਾ ਕਰਨਾ ਚਾਹੀਦਾ। ਦੂਸਰਾ, ਮੀਡੀਆ ਕਰਮੀ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਬੇਨਤੀ ਕਰਨੀ ਬਣਦੀ ਹੈ ਕਿ ਭਾਈ ਜਦੋਂ ਅਜੇ ਇਕੱਲਾ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਤੇ ਉਹਨਾਂ ਦੀਆਂ ਖਬਰਾਂ ਦੇਣੀਆਂ ਸਾਡਾ ਫਰਜ਼ ਹੈ, ਕੋਈ ਗੱਲ ਨਹੀਂ, ਪਰ ਉਹਨੂੰ ਏਡੀ ਵੱਡੀ ਸਨਸਨੀ ਨਾ ਬਣਾਈਏ। ਕਿਸੇ ਵੀ ਬੰਦੇ ਨੂੰ ਆਪਾਂ ਪਹਿਲਾਂ ਹੀ ਨਾ ਦੋਸ਼ੀ ਬਣਾ ਦਈਏ। ਹੋ ਸਕਦਾ ਦੂਜੀ ਵਾਰੀ ਉਹ ਸੱਦਣ ਹੀ ਨਾ, ਹੋ ਸਕਦਾ ਦੂਸਰੀ ਵਾਰੀ ਸੱਦ ਕੇ ਜਾਣ ਹੀ ਨਾ ਦੇਣ। ਉਹਨੂੰ ਅਜੇ ਕੰਮ ਨੂੰ ਆਪਾਂ ਹੋ ਲੈਣ ਦਈਏ, ਲੋਕਾਂ ਤੱਕ ਸਿਰਫ ਇਹ ਜਾਣਕਾਰੀ ਦਈਏ। ਬਹੁਤੇ ਅੰਦਾਜ਼ਿਆਂ ਤੋਂ ਕੰਮ ਜਿਹੜਾ ਉਹ ਲਾਉਣਾ ਸੰਧਾਲੀਆ ਸਭ ਕਈ ਵਾਰੀ ਖਤਰਨਾਕ ਸਾਬਤ ਹੋ ਜਾਂਦਾ। ਦੂਸਰੀ ਗੱਲ, ਹੁਣ ਇੱਥੇ ਇਹ ਵੀ ਕਿ ਭਾਈ ਇਹ ਕਲਾਕਾਰ ਵਰਸਸ ਕਲਾਕਾਰ ਹੈ, ਇਹ ਸਿਆਸੀ ਹੈ ਜਾਂ ਕਿੱਦਾਂ ਹੈ, ਕਿਉਂਕਿ ਪਿਛਲੇ ਦਿਨੀ ਜਦੋਂ ਕਮਲਜੀਤ ਬਰਾੜ ਹੋਰਾਂ ਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਜੀ, ਉਹਨਾਂ ਨੇ 10 ਕਰੋੜ ਰੁਪਈਆ ਸਿੱਧੂ ਮੂਸੇਵਾਲੇ ਤੋਂ ਇਲੈਕਸ਼ਨ ਦੇ ਦੌਰਾਨ ਲਿਆ ਸੀ। ਹੁਣ 10 ਕਰੋੜ ਰੁਪਈਆ ਲਿਆ, ਰੌਲਾ ਪੈ ਗਿਆ ਜੀ ਕਾਹਦੇ ਲਈ ਲਿਆ ਹੋਊਗਾ, ਕਿਉਂਕਿ ਇਹਦੇ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਹਾਈ ਕਮਾਂਡ ਦੇ ਨਾਂ ਤੇ ਰਾਜਾ ਵੜਿੰਗ ਹੋਰੀ ਪੈਸੇ ਲੈਂਦੇ ਆ। ਜਦੋਂ ਰਾਜਾ ਵੜਿੰਗ ਹੋਰਾਂ ਨੂੰ ਪੁੱਛਿਆ ਉਹ ਕਹਿੰਦੇ ਕੋਈ ਰੁਪਈਆ ਨਹੀਂ ਲਿਆ। ਕਮਲਜੀਤ ਬਰਾੜ ਗਲਤ ਬੋਲਦੇ ਆ, ਠੀਕ ਨਹੀਂ ਗੱਲ ਕਰਦੇ। ਚਲੋ ਉੱਥੇ ਵੀ ਜਿੱਦਾਂ ਆਪਾਂ ਕਹਿੰਦੇ ਕਿ ਭਾਈ ਸਪਸ਼ਟ ਹੋਣੀ ਚਾਹੀਦੀ ਹੈ। ਹੁਣ ਬਲਕੌਰ ਸਿੰਘ ਹੋਰੀ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹ ਕਹਿੰਦੇ ਜੀ ਕੋਈ ਪੈਸੇ ਨਹੀਂ ਲਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ। ਉਹ ਕਹਿੰਦੇ ਜੀ ਸਿੱਧੂ ਮੂਸੇਵਾਲਾ ਤਾਂ ਪਰਸ ਵੀ ਮੇਰੇ ਕੋਲ ਹੀ ਰੱਖਦਾ ਸੀ। ਜਾਣੀ ਆਮ ਹੀ ਹੁੰਦਾ ਨਾ, ਆਪਾਂ ਜਦੋਂ ਘਰੇ ਆਉਨੇ ਆ ਕੋਈ ਅਲਮਾਰੀ ਹੁੰਦੀ ਹੈ, ਕੋਈ ਅੰਗੀਠੀ ਹੁੰਦੀ ਹੈ, ਕੋਈ ਸਰਾਣਾ ਹੁੰਦਾ, ਸਰਾਣੇ ਦੇ ਥੱਲੇ ਪਰਸ ਰੱਖਦੀ ਹੈ, ਅਲਮਾਰੀ 'ਚ ਰੱਖਦੀ ਹੈ। ਤੇ ਪਰਿਵਾਰਾਂ ਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਕਿ ਪਰਿਵਾਰ ਦੇ ਕਿਸੇ ਜੀ ਨੂੰ ਫੜਾਤਾ ਜਾਂਦਾ ਪਰਸ, ਕਿਸੇ ਬਜ਼ੁਰਗ ਨੂੰ, ਘਰ ਦੇ ਕਿਸੇ ਵੱਡੇ ਨੂੰ, ਉਹਨਾਂ ਤੋਂ ਹੀ ਜਾਂਦੇ ਹੋਏ ਲੈ ਲਿਆ ਜਾਂਦਾ, ਉਹਨਾਂ ਨੇ ਸਾਂਭ ਕੇ ਰੱਖ ਲੈਣਾ। ਉਹ ਕਹਿੰਦੇ ਜੀ ਉਹਦਾ ਪਰਸ ਵੀ ਮੇਰੇ ਕੋਲੇ ਹੁੰਦਾ ਸੀ। ਜੇ 10 ਕਰੋੜ ਰੁਪਈਏ ਦਾ ਲੈਣ ਦੇਣ ਕਿਸੇ ਲੀਡਰ ਦੇ ਨਾਲ ਜਾਂ ਕਿਸੇ ਹੋਰ ਬੰਦੇ ਦੇ ਨਾਲ ਹੁੰਦਾ ਤਾਂ ਮੈਨੂੰ 100% ਪਤਾ ਹੋਣਾ ਸੀ। ਕਮਲਜੀਤ ਸਿੰਘ ਬਰਾੜ ਦੀ ਗੱਲ, ਜਿਹੜੇ ਕਿ ਮੋਗਾ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਜਿਨ੍ਹਾਂ ਨੂੰ ਕਿ ਹੁਣ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਕਾਂਗਰਸ ਚੋਂ ਕੱਢ ਦਿੱਤਾ, ਜਿਨ੍ਹਾਂ ਨੇ ਬਾਅਦ ਵਿੱਚ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਤੋਂ 10 ਕਰੋੜ ਰੁਪਈਆ ਰਾਜੇ ਵੜਿੰਗ ਨੇ ਲਿਆ, ਉਹਨੂੰ ਹੁਣ ਬਲਕੌਰ ਸਿੰਘ ਹੋਰਾਂ ਨੇ ਨਕਾਰ ਦਿੱਤਾ। ਕਹਿੰਦੇ ਜੀ ਇਦਾਂ ਦੀ ਗੱਲ ਕੋਈ ਨਹੀਂ, ਇਹ ਗੱਲਾਂ ਨਾ ਕੀਤੀਆਂ ਜਾਣ। ਨਹੀਂ, ਇਹ ਤਾਂ ਗੱਲ ਹੈਗੀ ਆ, ਪਰ ਚਲੋ ਦੇਖੋ ਕਾਰਨ ਹੈ ਨਾ ਵੀ ਇੱਕ ਦਿਨ ਕੋਈ ਖਬਰ ਬਣਦੀ ਆ, ਸਾਰਾ ਦਿਨ ਉਹਨੂੰ ਛੱਜ 'ਚ ਪਾ ਕੇ ਛੱਟਿਆ ਜਾਂਦਾ, ਅਗਲੇ ਦਿਨ ਬਿਲਕੁਲ ਹੀ ਉਹਦਾ ਦੂਸਰਾ ਰੂਪ ਸਾਹਮਣੇ ਆ ਜਾਂਦਾ, ਫਿਰ ਉਸ ਹਿਸਾਬ ਨਾਲ ਚਰਚਾ ਚੱਲਣ ਲੱਗ ਪੈਂਦੀ ਹੈ। ਇੱਕ ਜਿਹੜੀ ਇਹ ਹੈ ਕਿ ਵੀ ਫਟਾਫਟ ਖਬਰ ਹੋਵੇ, ਫਿਰ ਉਸ ਖਬਰ ਦੇ ਉੱਪਰ ਪਤਾ ਨਹੀਂ ਆਪਣੇ ਆਪਣੇ ਕਿਆਫੇ ਹੋਣ। ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਣੇ ਭਾਈਚਾਰੇ ਨੂੰ ਵੀ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਮਰਿਆਦਾ ਰੱਖਣੀ ਪਊਗੀ, ਇੱਕ ਨਾ ਇੱਕ ਰੇਖਾ 'ਤੇ ਵਾਹ ਕੇ ਰੱਖਣੀ ਪਊਗੀ ਵੀ ਇਸ ਰੇਖਾ ਤੱਕ ਆਪਾਂ ਜਾਣਾ, ਇਹ ਦੂੰਗਾ ਆਪਾਂ ਇੱਕ ਤਰ੍ਹਾਂ ਆ ਲੈਣ ਦੀ ਵੀ ਅਸਲ ਦੇ ਵਿੱਚ ਸੱਚ ਕੀ ਹੈ, ਝੂਠ ਕੀ ਹੈ।
ਉਸ ਤੋਂ ਬਾਅਦ ਆਪਾਂ ਇਨਫੋਰਮੇਸ਼ਨ ਦੇ ਦਿਆਂਗੇ, ਕਿਉਂਕਿ ਕਿਸੇ ਵੇਲੇ ਇਹ ਹੁੰਦਾ ਨਾ ਵੀ ਕਿਸੇ ਕੋਲੇ ਘੁੰਮਦੀ ਫਿਰਦੀ ਗੱਲ ਇੱਕ ਪਹੁੰਚ ਜਾਂਦੀ ਹੈ, ਕਿਉਂਕਿ ਸਾਰੇ ਪਰਿਵਾਰ ਦੇ ਮੈਂਬਰ ਹਰ ਰੋਜ਼ ਕਿਸੇ ਵੇਲੇ ਨਹੀਂ ਸੁਣਨ ਵੇਖਣ ਵਾਲੇ ਹੁੰਦੇ ਖਬਰਾਂ। ਉਹਨਾਂ ਨੂੰ ਜਦੋਂ ਇੱਕ ਚੀਜ਼ ਮਿਲ ਜਾਂਦੀ ਹੈ, ਉਹਨਾਂ ਦੇ ਮਨ 'ਤੇ ਇੱਕ ਖਬਰ ਦਾ ਪ੍ਰਭਾਵ ਬਣ ਜਾਂਦਾ। ਹੋ ਸਕਦਾ ਅਗਲੇ ਦਿਨ ਹੀ ਉਹਦਾ ਖੰਡਨ ਹੋ ਗਿਆ ਹੋਵੇ ਜਾਂ ਉਹਦਾ ਕੁਛ ਹੋਰ ਰੂਪ ਸਾਹਮਣੇ ਆ ਗਿਆ ਹੋਵੇ, ਪਰ ਉਹ ਉਹਨਾਂ ਨੇ ਦੇਖਿਆ ਨਹੀਂ ਹੁੰਦਾ ਅਤੇ ਉਹਨਾਂ ਦੇ ਦਿਮਾਗ 'ਚ ਉਹ ਚੀਜ਼ ਉੱਦਾਂ ਹੀ ਬਹਿ ਜਾਂਦੀ ਵੀ ਆਹ ਚੀਜ਼ ਇੱਦਾਂ ਹੈ ਅਤੇ ਇੱਦਾਂ ਹੀ ਚੱਲਣੀ ਚਾਹੀਦੀ ਹੈ। ਸੋ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਜਿਹੜੀ ਖਬਰ ਜਿੱਦਾਂ ਹੋਵੇ ਉਹਦਾ ਜ਼ਰੂਰ ਓਥੈਂਟਿਕ ਪੱਖ ਜਿਹੜਾ ਹੈ ਉਹ ਦੱਸਿਆ ਜਾਣਾ ਚਾਹੀਦਾ। ਬਾਕੀ ਚਲੋ ਇਹ ਹੁਣ ਜਾਂਚ ਪੜਤਾਲ ਹੋਣੀ ਆ, ਪੁੱਛਗਿੱਛ ਹੋਣੀ ਆ, ਉਸ ਤੋਂ ਬਾਅਦ ਪੁਲਿਸ ਮਹਿਕਮਾ ਜੋ ਕਿ ਅਸਲ ਦੇ ਵਿੱਚ ਓਥੈਂਟਿਕ ਇਨਫੋਰਮੇਸ਼ਨ ਦਊਗਾ ਉਹ ਕੀ ਦਿੰਦਾ, ਫਿਰ ਆਪਾਂ ਉਹਦੇ 'ਤੇ ਗੱਲ ਕਰ ਲਵਾਂਗੇ। ਦੂਸਰੀ ਗੱਲ ਕਰੀਏ ਤੇ ਕੱਲ੍ਹ ਦੇ ਦਿਨ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵੀ ਵਾਹਵਾ ਉਤਰਾਅ ਚੜ੍ਹਾਅ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਚਰਚਾ ਸੀਗੇ ਜਗਮੀਤ ਸਿੰਘ ਬਰਾੜ ਹੋਰੀ। ਖੈਰ ਹੁਣ ਉਹਨਾਂ ਦਾ ਨਾਮ ਜਗਮੀਤ ਸਿੰਘ ਅਕਾਲੀ ਹੈ, ਇਹ ਕੀ ਆ ਇਹ ਵੀ ਆਪਾਂ ਗੱਲ ਕਰਾਂਗੇ। ਉਹ ਕੱਲ੍ਹ ਦਾ ਦਿਨ 'ਚ ਵਾਹਵਾ ਕਿਉਂਕਿ ਸਰਗਰਮ ਸੀਗੇ। ਉਹਨਾਂ ਨੂੰ ਪਹਿਲਾਂ ਤਾਂ ਇਸੇ ਦਿਨ ਅਨੁਸ਼ਾਸਨੀ ਕਮੇਟੀ ਨੇ ਸੱਦਿਆ ਸੀ, ਪਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਪਾਸਾ ਵੱਟ ਕੇ ਤੇ ਉਹ ਇੱਕ ਤੇ ਬੀਬੀ ਜਗੀਰ ਕੌਰ ਹੋਰਾਂ ਨੇ ਜਿਹੜਾ ਇਕੱਠ ਕੀਤਾ ਸੀ ਉੱਥੇ ਭੋਗਪੁਰ, ਉੱਥੇ ਭਲੱਥ, ਉੱਥੇ ਪਹੁੰਚੇ, ਤੇ ਦੂਸਰਾ ਜਿਹੜਾ ਉਹ ਜਥੇਦਾਰ ਸਾਹਿਬ ਨੂੰ ਮਿਲੇ ਤੇ ਉਸ ਤੋਂ ਬਾਅਦ ਉੱਥੇ ਇੱਕ ਚਿੱਠੀ ਦਿੱਤੀ। ਉਹਦੀ ਬੜਾ ਚਰਚਾ ਚੱਲੀ ਜਾਂਦੀ ਹੈ ਵੀ ਜਗਮੀਤ ਸਿੰਘ ਬਰਾੜ ਹੋਰੀ ਤੇ ਜਾਪਦਾ ਸੀ ਵੀ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਤੋਂ ਬਾਅਦ ਚੁੱਪ ਕਰਕੇ ਬਹਿ ਜਾਣਗੇ, ਪਰ ਜਿੱਦਾਂ ਉਹ ਉੱਥੋਂ ਸਾਰਾ ਕੁਝ ਛੱਡਾ ਕੇ ਅਕਾਲੀ ਦਲ ਤੋਂ ਲਾਂਭੇ ਹੋ ਕੇ ਤੇ ਇਹ ਕਹਿ ਕੇ ਕਿ ਅੱਜ ਤੋਂ ਬਾਅਦ ਜਗਮੀਤ ਸਿੰਘ ਬਰਾੜ ਨਹੀਂ, ਮੇਰਾ ਨਾਂ ਜਗਮੀਤ ਸਿੰਘ ਅਕਾਲੀ ਆ ਤੇ ਮੈਂ ਅਕਾਲੀ ਦਲ ਦਾ ਇੱਕ ਆਮ ਵਰਕਰ ਬਣ ਕੇ ਸਾਰਾ ਕੰਮ ਕਰੂੰਗਾ, ਉਹਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲਈ ਕੋਈ ਨਾ ਕੋਈ ਨਵੀਂ ਮੁਸ਼ਕਿਲ ਖੜੀ ਕਰ ਦੇਣੀ। ਦੇਖੋ ਸੰਧਾਲੀਆ ਸਾਹਿਬ, ਪਹਿਲਾਂ ਇਹ ਅਸਾਰ ਸੀ ਕਿ ਜਗਮੀਤ ਸਿੰਘ ਬਰਾੜ ਜੇ ਅਨੁਸ਼ਾਸਨੀ ਕਮੇਟੀ ਦੇ ਕੋਲੇ ਪੇਸ਼ ਹੋਣ ਦੀ ਥਾਂ ਬੀਬੀ ਜਗੀਰ ਕੌਰ ਦੇ ਇਕੱਠ 'ਚ ਜਾਣਗੇ ਤਾਂ ਅਗਲਿਆਂ ਨੇ ਠੋਕ ਕੇ ਤੁਰੰਤ ਕਾਰਵਾਈ ਕਰ ਦੇਣੀ ਹੈ। ਲਾਈਨਾਂ ਤਾਂ ਦੋ ਹੀ ਲਿਖਣੀਆਂ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਪਾਰਟੀ ਤੋਂ ਬਾਹਰ ਕੀਤਾ ਜਾਂਦਾ ਹੈ, ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਂਦਾ ਹੈ। ਪਰ ਹੁਣ ਸ਼ਾਇਦ ਅਕਾਲੀ ਦਲ ਇੱਕ ਮੌਕਾ ਦਿੱਤੇ ਤੋਂ ਬਗੈਰ ਇਹ ਕਾਰਵਾਈ ਨਹੀਂ ਕਰੂਗਾ। ਉਹਦੇ ਪਿੱਛੇ ਕਾਰਨ ਹੈ, ਕਿਉਂਕਿ ਸੰਧਾਲੀਆ ਸਾਹਿਬ ਉਹ ਉਸੇ ਹੀ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਮਿਲਿਆ, ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਸ਼ਾਇਦ ਇੰਨਾ ਜ਼ੋਖਮ ਨਾ ਲਵੇ, ਕਿਉਂਕਿ ਅਗਲਾ ਬੰਦਾ ਭਲਕ ਨੂੰ ਕਹੂਗਾ ਕਿ ਮੈਂ ਭਾਈ ਤੁਹਾਡੇ ਕੋਲੇ ਆਉਣਾ ਸੀ, ਮੈਂ ਜਥੇਦਾਰ ਸਾਹਿਬ ਕੋਲ ਚਲੇ ਗਿਆ, ਕੋਈ ਗਲਤੀ ਕੀਤੀ ਕਿ ਮੈਂ ਉੱਥੇ ਨਾ ਜਾ ਕੇ ਤੁਹਾਡੇ ਕੋਲੇ ਆਉਂਦਾ। ਸੋ ਮੈਨੂੰ ਲੱਗਦਾ ਕਿ ਇੱਕ ਮੀਟਿੰਗ ਹੋਰ ਅਜੇ ਜਗਮੀਤ ਸਿੰਘ ਬਰਾੜ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਸਾਂਝ ਦਾ ਕੇਂਦਰ ਜਿਹੜੀ ਉਹ ਬਣੀ ਹੋਈ ਹੈ। ਹਾਂ, ਉਹਨਾਂ ਨੇ ਬਾਹਰ ਆ ਕੇ ਜਿਸ ਤਰੀਕੇ ਕਿਹਾ ਕਿ ਮੈਨੂੰ ਭਾਈ ਥੋੜੀ ਸੇਵਾ ਲਾਤੀ ਹੈ, ਮੈਨੂੰ ਥੋੜੀ ਕਿਹਾ ਗਿਆ ਕਿ ਭਾਈ ਹੁਣ ਆਹ ਕਰਨਾ, ਜਥੇਦਾਰ ਸਾਹਿਬ ਵੱਲੋਂ ਕਹਿੰਦੇ ਜੀ ਮੈਂ ਕਰੂੰਗਾ। ਉਹ ਕਹਿੰਦੇ ਜੀ ਮੈਂ ਜਥੇਦਾਰ ਸਾਹਿਬ ਦੇ ਕੋਲੇ ਗਿਆ ਸੀ ਤੇ ਮੈਂ ਜਥੇਦਾਰ ਸਾਹਿਬ ਨੂੰ ਪੱਤਰ ਕੀ ਦੇ ਕੇ ਆਇਆ ਕਿ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰੋ ਜੇ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਬਚਾਉਣਾ, ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ। ਤੇ ਨਾਲ ਹੀ ਉਹਨਾਂ ਨੇ ਇਹ ਵੀ ਸਵਾਲ ਖੜਾ ਕਰਤਾ, ਕਹਿੰਦੇ ਜੀ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ ਰਿਪੋਰਟ ਕਿ ਸ਼੍ਰੋਮਣੀ ਅਕਾਲੀ ਦਲ ਹਰਿਆ ਇਲੈਕਸ਼ਨ ਕਮੇਟੀ ਬਣੀ ਕਿ ਹਾਰ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰੋ, ਵਰਕਰਾਂ ਤੋਂ ਜਾ ਕੇ ਪੁੱਛੋ ਵਰਕਰ ਕੀ ਭਾਲਦਾ, ਵਰਕਰ ਕੀ ਚਾਹੁੰਦਾ, ਵਰਕਰ ਅਕਾਲੀ ਦਲ 'ਚ ਤਬਦੀਲੀ ਚਾਹੁੰਦਾ ਜਾਂ ਵਰਕਰ ਕੁਛ ਹੋਰ ਚਾਹੁੰਦਾ। ਉਹ ਕਹਿੰਦੇ ਜੀ ਉਹਦੇ ਵਿੱਚ ਪਹਿਲੀ ਮੱਦ ਅਸਤੀਫੇ ਦੀ ਸੀ ਝੁੰਦਾ ਕਮੇਟੀ ਦੀ ਰਿਪੋਰਟ 'ਚ। ਇਹ ਮੈਂ ਨਹੀਂ ਕਹਿ ਰਿਹਾ, ਇਹ ਜਗਮੀਤ ਸਿੰਘ ਬਰਾੜ ਸਾਹਿਬ ਕਹਿ ਰਿਹਾ ਕਿ ਪਹਿਲੀ ਮੱਦ ਇਹ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਅਸਤੀਫਾ ਦੇਵੇ, ਭਾਵੇਂ ਮੁੜ ਕੇ ਉਹੀ ਬਣ ਜਾਣ। ਉਹ ਕਹਿੰਦੇ ਜੀ ਜਨਤਕ ਹੀ ਨਹੀਂ ਕੀਤੀ ਜਾ ਰਹੀ, ਉਸ ਗੱਲ ਦੇ ਉੱਤੇ ਕੋਈ ਕੰਮ ਹੀ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਜਗਮੀਤ ਸਿੰਘ ਬਰਾੜ ਹੋਰਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲਿਆ, ਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਨਾ ਕਿਸੇ ਹੋਰ ਦਾ। ਉਹ ਕਹਿੰਦੇ ਮੈਂ ਨਾਂ ਲੈਣਾ ਹੀ ਨਹੀਂ, ਮੈਂ ਤਾਂ ਆਉਣ ਵਾਲੇ 5 ਸਾਲ ਦੇ ਵਿੱਚ ਅਕਾਲੀ ਦਲ ਨੂੰ ਉੱਪਰ ਕਿੱਦਾਂ ਲੈ ਕੇ ਜਾਣਾ, ਸਾਰਿਆਂ ਦਾ ਸਾਰਾ ਕੰਮ ਉਧਰਲੇ ਪਾਸੇ ਕੇਂਦਰਿਤ ਸੀ। ਹੁਣ ਸੰਧਾਲੀਆ ਸਾਹਿਬ ਜੇ ਉਹ ਪੱਤਰ ਦੇ ਕੇ ਆਏ ਆ, ਇਹ ਜਥੇਦਾਰ ਸਾਹਿਬ ਦੇ ਉੱਤੇ ਨਿਰਭਰ ਕਰਦਾ, ਕਿਉਂਕਿ ਜਥੇਦਾਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਸਿੱਖ ਸੰਸਥਾਵਾਂ ਜਿਹੜੀਆਂ, ਪੰਥਕ ਜਥੇਬੰਦੀਆਂ ਜਿਹੜੀਆਂ, ਉਹਨਾਂ ਦੀ ਮਜ਼ਬੂਤੀ ਦੇ ਉੱਤੇ ਬਹੁਤ ਜ਼ੋਰ ਦਿੰਦੇ ਰਹੇ ਆ। ਕੀ ਹੁਣ ਜਗਮੀਤ ਸਿੰਘ ਬਰਾੜ ਸਾਹਿਬ ਦੇ ਉਸ ਪੱਤਰ ਤੇ, ਉਸ ਚਿੱਠੀ ਤੇ, ਉਹਨਾਂ 2 ਸਫ਼ਿਆਂ ਤੇ 2 ਵਰਕਿਆਂ ਦੇ ਉੱਤੇ ਗੌਰ ਕੀਤੀ ਜਾਊ? ਕਿਉਂਕਿ ਜਿਸ ਤਰੀਕੇ ਉਹ ਕਹਿੰਦੇ ਜੀ ਮੈਂ ਅਸਤੀਫਾ ਦੇਤਾ, ਬਾਕੀ ਵੀ ਦੇਣ, ਮੈਂ ਹੁਣ ਨਿਮਾਣਾ ਵਰਕਰ ਬਣ ਕੇ ਰਹੂੰਗਾ, ਉਹਦੇ ਨਾਲ ਬਹੁਤਾ ਨਹੀਂ, ਥੋੜੀ ਜੀ ਚਰਚਾ ਤਾਂ ਸੰਧਾਲੀਆ ਸਾਹਿਬ ਅਕਾਲੀ ਦਲ ਦੀਆਂ ਸਫਾਂ ਦੇ ਅੰਦਰ ਚੱਲੂਗੀ ਜ਼ਰੂਰ। ਇਹ ਚੱਲੂਗੀ, ਪਰ ਮੈਨੂੰ ਲੱਗਦਾ ਵੀ ਜਿੱਦਾਂ ਉਹਨਾਂ ਨੇ ਇੱਕ ਨਾਰਾ ਕਰ ਲਿਆ ਅਕਾਲੀ ਦਲ ਤੋਂ ਤੇ ਸਿਰਫ ਇਹ ਕਿਹਾ ਵੀ ਮੈਂ ਇੱਕ ਨਿਮਾਣਾ ਵਰਕਰ ਬਣ ਕੇ ਰਹੂੰਗਾ, ਨਾਲ ਉਹਨਾਂ ਇਹ ਵੀ ਕਿਹਾ ਵੀ ਅਕਾਲੀ ਦਲ ਮੇਰੇ ਪੁਰਖਿਆਂ ਦੀ ਪਾਰਟੀ। ਫਿਰ ਉਹ ਆਪਣੇ ਫਾਦਰ ਸਾਹਿਬ ਗੁਰਮੀਤ ਸਿੰਘ ਹੋਰਾਂ ਦੀ ਗੱਲ ਕਰਦੇ ਆ ਕਿ ਵੀ ਉਹ ਕਿਵੇਂ ਸ਼ੁਰੂ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਉਸ ਤੋਂ ਬਾਅਦ ਉਹ ਕਿਵੇਂ ਜੁੜੇ ਰਹੇ, ਵੱਖ-ਵੱਖ ਮੋਰਚਿਆਂ ਦੇ ਵਿੱਚ ਰਹੇ। ਹੁਣ ਗੱਲ ਇਹ ਆ ਕਿ ਵੀ ਇਹ ਸਾਰਾ ਕੁਝ ਉਹ ਆਪਣੀ ਥਾਂ ਦੇ ਉੱਪਰ ਜੇ ਕਹਿੰਦੇ ਨੇ, ਦੱਸਦੇ ਨੇ, ਹੋ ਸਕਦਾ ਉਹ ਠੀਕ ਹੋਵੇ, ਪਰ ਗੱਲ ਇਹ ਆ ਵੀ ਜਦੋਂ ਆਪਾਂ ਪਾਰਟੀ ਦੀ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ, ਤੇ ਆਪਾਂ ਨੂੰ ਉਹ ਵੀ ਮੇਰਾ ਖਿਆਲ ਯਾਦ ਹੋਣੀਆਂ ਖਬਰਾਂ ਜਦੋਂ ਇਹ ਝੁੰਦਾ ਕਮੇਟੀ ਦੀ ਗੱਲ ਚੱਲੀ ਸੀ ਤੇ ਕਿਹਾ ਗਿਆ ਸੀ ਕਿ ਵੀ ਹਾਂਜੀ ਉਹਦੇ 'ਚ ਅਸਤੀਫੇ ਦੀ ਗੱਲ ਹੈ,
ਤਾਂ ਕਲੀਅਰ ਕੱਟ ਮੇਰੇ ਖਿਆਲ ਨਾਲ ਝੁੰਦਾ ਸਾਹਿਬ ਵੀ ਸੀਗੇ ਉਸ ਸਮੇਂ ਜਦੋਂ ਉਹਨਾਂ ਨੇ ਪ੍ਰੈਸ ਨੂੰ ਇਹ ਗੱਲ ਕਲੀਅਰ ਕੀਤੀ ਸੀ ਕਿ ਵੀ ਹਾਂਜੀ ਬਿਲਕੁਲ ਵੀ ਇਸ ਰਿਪੋਰਟ ਦੇ ਵਿੱਚ ਅਸਤੀਫੇ ਦੀ ਕੋਈ ਗੱਲਬਾਤ ਨਹੀਂ ਹੈਗੀ, ਤੇ ਜਦੋਂ ਰਿਪੋਰਟ 'ਚ ਅਸਤੀਫੇ ਦੀ ਗੱਲ ਕੋਈ ਨਹੀਂ ਤੇ ਫਿਰ ਅਸਤੀਫਾ ਕਾਹਦਾ। ਮੈਨੂੰ ਲੱਗਦਾ ਇਸ ਗੱਲ ਨੂੰ ਤੇ ਆਲਰੇਡੀ ਅਕਾਲੀ ਦਲ ਪਹਿਲਾਂ ਕਲੀਅਰ ਕਰ ਚੁੱਕਾ, ਪਰ ਫਿਰ ਵੀ ਇੰਨੇ ਚਿਰ ਬਾਅਦ ਜਗਮੀਤ ਸਿੰਘ ਬਰਾੜ ਹੋਰੀ ਦੁਬਾਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ ਗੱਲ ਦੁਬਾਰਾ ਕਿਉਂ ਚੁੱਕ ਰਹੇ ਆ, ਇਹ ਸਮਝੋ ਬਾਹਰਲੀ ਕਹਾਣੀ ਹੈ। ਪਰ ਵਿੱਚ ਇੱਕ ਗੱਲ ਇਹ ਵੀ ਕਿਤੇ ਨਾ ਕਿਤੇ ਸ਼ੰਕੇ ਉਤਪੰਨ ਕਰਦੀ ਹੈ ਬਾੜ ਸਾਹਿਬ ਕਿ ਵੀ ਜਿੰਨੇ ਕੁ ਵੀ ਲੀਡਰ ਇਸ ਵਕਤ ਅਕਾਲੀ ਦਲ ਤੋਂ ਲਾਂਭੇ ਹੋ ਰਹੇ ਨੇ ਨਾਰਾਜ਼ ਹੋ ਕੇ, ਉਹ ਸਾਰੇ ਕੁਛ ਇਸ ਤਰ੍ਹਾਂ ਦੀ ਬੋਲੀ ਬੋਲ ਰਹੇ ਆ। ਹੁਣ ਜਿਹੜੀ ਕੱਲ੍ਹ ਇੱਕ ਕਹਿ ਲਓ ਮੀਟਿੰਗ ਕਹਿ ਲਓ, ਇੱਕ ਇਕੱਠ ਕਹਿ ਲਓ ਬੀਬੀ ਜਗੀਰ ਕੌਰ ਹੋਰਾਂ ਨੇ ਕੀਤਾ, ਉੱਥੇ ਵੀ ਜਗਮੀਤ ਸਿੰਘ ਬਰਾੜ ਹੋਰੀ ਗਏ। ਉੱਥੇ ਬੀਬੀ ਜਗੀਰ ਕੌਰ ਹੋਰੀ ਜਿਸ ਹਿਸਾਬ ਨਾਲ ਗੁੱਸੇ 'ਚ ਆਏ ਅਤੇ ਜਿਸ ਹਿਸਾਬ ਨਾਲ ਸੰਬੋਧਨ ਕਰਦਿਆਂ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਸਾਡੇ ਕੋਲੋਂ ਸਪਸ਼ਟੀਕਰਨ ਮੰਗਦੇ ਨੇ। ਫਿਰ ਉਹਨਾਂ ਨੇ ਇਕੱਲੀ ਗੱਲ ਵਿੱਚ ਜੋੜੀ ਵੀ ਜਿਹੜੇ ਇੱਥੇ ਫਸੇ ਨੇ ਉਹ ਸਾਡੇ ਕੋਲੋਂ ਸਪਸ਼ਟੀਕਰਨ ਮੰਗਦੇ ਨੇ। ਫਿਰ ਉਹ ਬੇਅਦਬੀ ਦਾ ਜ਼ਿਕਰ ਵੀ ਕਰਦੇ ਨੇ, ਫਿਰ ਹੋਰ ਨਾ ਕਈ ਚੀਜ਼ਾਂ ਦਾ ਜ਼ਿਕਰ ਵੀ ਕਰਦੇ ਨੇ ਵੀ ਉਹ ਬੰਦੇ ਹੁਣ ਸਾਡੇ ਕੋਲੋਂ ਸਪਸ਼ਟੀਕਰਨ ਮੰਗਦੇ ਨੇ। ਅਤੇ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਇੱਕ ਇਕੱਠ ਕਰਕੇ ਆਪਣੀ ਸ਼ਕਤੀ ਉਹਨਾਂ ਨੇ ਵਿਖਾਈ, ਉਸ ਇਕੱਠ ਦੇ ਵਿੱਚ ਜਗਮੀਤ ਸਿੰਘ ਬਰਾੜ ਹੋਣੀ ਗਏ। ਇੱਕ ਧਿਰ ਤੇ ਉਹ ਨਾਰਾਜ਼ ਆਗੂਆਂ ਦੀ ਫਿਰ ਤੋਂ ਉੱਭਰਨ ਲੱਗ ਪਈ ਹੈ ਜਿਹੜੇ ਕਿ ਕਿਤੇ ਨਾ ਕਿਤੇ ਅਕਾਲੀ ਦਲ ਤੋਂ ਵੱਖ ਹੋ ਗਏ ਨੇ ਜਾਂ ਵੱਖ ਕਰ ਦਿੱਤੇ ਗਏ ਨੇ। ਜਿੱਦਾਂ ਕਿ ਉਹ ਕਹਿੰਦੇ ਵੀ ਅਸੀਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ, ਪਰ ਜਿਹੜੀ ਪਾਰਟੀ 'ਚੋਂ ਲਾਂਭੇ ਕਰ ਦਿੱਤੇ ਗਏ ਉਹਨੂੰ ਉਹ ਮੁੜ ਸੁਰਜੀਤ ਕਿੱਦਾਂ ਕਰਨਗੇ, ਇਹ ਵੀ ਸਮਝੋ ਬਾਹਰਲੀ ਕਹਾਣੀ ਹੈ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਬੀਬੀ ਜੀ ਦੇ ਕੋਲ, ਬੀਬੀ ਜਗੀਰ ਕੌਰ ਹੋਰਾਂ ਦੇ ਕੋਲ ਅਜੇ ਬਹੁਤੀ ਤਾਕਤ ਹੈ ਨਹੀਂ। ਜਿਹੜੇ 44 ਮੈਂਬਰਾਂ ਨੇ, 42 ਮੈਂਬਰਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਉਹਨਾਂ ਦੇ ਵਿੱਚੋਂ ਵੀ ਸਾਰੇ ਉਹਨਾਂ ਦੇ ਨਾਲ ਤੁਰ ਸਕਣਗੇ ਕਿ ਨਹੀਂ ਤੁਰ ਸਕਣਗੇ, ਇੱਕ ਦੋ ਇੱਧਰ ਉੱਧਰ ਲਾਂਭੇ ਹੋ ਜਾਂਦੇ ਹੁੰਦੇ ਆ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਪਰ ਜੇ ਆਪਾਂ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੀਬੀ ਜੀ ਕੋਈ ਚੁਣੌਤੀ ਨਹੀਂ ਦੇ ਸਕਦੇ ਤਾਂ ਹਲਕੇ 'ਚ ਨਹੀਂ ਲੈਣਾ ਚਾਹੀਦਾ। ਉਹਦਾ ਕਾਰਨ ਹੈ ਸੰਧਾਲੀਆ ਸਾਹਿਬ, ਹੁਣ ਤੱਕ ਹੁੰਦਾ ਕੀ ਸੀ? ਹੁਣ ਤੱਕ ਹੁੰਦਾ ਆਇਆ, ਚਾਹੇ ਬ੍ਰਹਮਪੁਰਾ ਸਾਹਿਬ ਵੱਖਰੇ ਹੋਏ ਸੀ, ਚਾਹੇ ਉਹਦੇ ਤੋਂ ਬਾਅਦ ਢੀਂਡਸਾ ਸਾਹਿਬ ਵੱਖਰੇ ਹੋਏ ਸੀ, ਇਹਦੇ ਤੋਂ ਪਹਿਲਾਂ ਬਰਨਾਲਾ ਪਰਿਵਾਰ ਇੱਕ ਵਾਰੀ ਵੱਖਰਾ ਹੋਇਆ ਸੀ, ਜਿੰਨੇ ਵੀ ਬੰਦੇ ਵੱਖਰੇ ਹੁੰਦੇ ਰਹੇ ਆ ਉਹ ਬੰਦੇ ਇੱਕ ਸਮੇਂ ਤੱਕ ਸਰਗਰਮੀ ਕਰਦੇ ਸੀ, ਮੁੜ ਕੇ ਇੱਕ ਸੀਮਾ ਦੇ ਵਿੱਚ ਵੱਜੇ ਰਹਿ ਜਾਂਦੇ ਸੀ। ਪਰ ਬੀਬੀ ਜਗੀਰ ਕੌਰ ਹੋਰੀ ਇਦਾਂ ਨਹੀਂ ਕਰ ਰਿਹਾ। ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੇ ਬੜੇ ਸਮੇਂ ਤੋਂ ਪਹਿਲਾਂ ਕਹਿਤਾ ਸੀ ਮੈਂ SGPC ਪ੍ਰਧਾਨ ਦੀ ਚੋਣ ਲੜੂ। ਫਿਰ ਉਹਨਾਂ ਨੇ ਚੋਣ ਲੜੀ, ਬਹੁਤ ਕੁਝ ਹੋਇਆ ਕਿ ਭਾਈ ਵਾਪਸ ਆ ਜਾਣ, ਬੀਬੀ ਜੀ ਨਹੀਂ ਆਏ। ਚੋਣ ਲੜੀ ਤੇ 40 ਤੋਂ ਵੱਧ ਵੋਟਾਂ ਲੈ ਲਈਆਂ। ਜਦੋਂ ਹਾਰ ਗਿਆ ਬੀਬੀ ਜੀ ਤਾਂ ਉਹਦੇ ਤੋਂ ਬਾਅਦ ਅੰਦਾਜ਼ਾ ਲੱਗਦਾ ਕਿ ਭਾਈ ਠੀਕ ਹੈ ਹੁਣ ਬੀਬੀ ਜੀ ਚੁੱਪ ਕਰਕੇ ਬਹਿ ਜਾਣਗੇ, ਪਰ ਨਹੀਂ। ਉਹ ਲਗਾਤਾਰ ਉਹਨਾਂ ਨੇ ਤਕਰੀਬਨ ਸਾਰੇ ਪੰਜਾਬ ਦਾ ਚੱਕਰ ਲਾ ਲਿਆ SGPC ਦੀ ਪ੍ਰਧਾਨਗੀ ਦੀ ਚੋਣ ਤੋਂ ਬਾਅਦ, ਹਾਲਾਂਕਿ ਚਰਚਾ 'ਚ ਨਹੀਂ ਰਹੇ ਸਾਰੇ ਪੰਜਾਬ ਦਾ। ਜਿੱਥੇ ਕਿਤੇ ਉਹਨਾਂ ਨੂੰ ਲੱਗਾ ਕਿ ਕੋਈ ਮਾੜਾ ਮੋਟਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਿਹੜਾ ਉਹ ਹਿੱਲ ਸਕਦਾ, ਉਹ ਨਾਰਾਜ਼ ਬੈਠਾ ਹੈ, ਨਿਰਾਸ਼ ਬੈਠਾ ਹੈ, ਜਾਂ ਜਿਹਦੇ ਨਾਲ ਉਹਦੇ ਸੰਬੰਧ ਚੰਗੇ ਆ, ਘਰੇ ਜਾ ਕੇ ਮਿਲ ਕੇ ਆਏ, ਜਿਹਨੂੰ ਜਿਸ ਤਰੀਕੇ ਵੀ ਮਨਾ ਸਕਦੇ ਸੀ ਮਨਾਇਆ। ਹੁਣ ਆ ਜਿਹੜਾ ਇਕੱਠ ਬੀਤੇ ਕੱਲ ਹੋਇਆ, ਉਹ 'ਚ ਕਿੰਨੇ ਬੰਦੇ ਆਏ? ਉਹ 'ਚ ਜਗਮੀਤ ਸਿੰਘ ਬਰਾੜ ਗਏ ਜਾਂ ਜਗਮੀਤ ਸਿੰਘ ਅਕਾਲੀ ਗਏ ਜਾਂ ਬਾਕੀ ਬੰਦੇ ਆਏ? ਉਹ ਬੰਦੇ 3 ਆਏ, 13 ਆਏ, 23 ਆਏ, 33 ਆਏ ਜਾਂ 133 ਆਏ, ਉਹ ਮੈਟਰ ਨਹੀਂ ਕਰਦਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਸ ਗੱਲ ਦੇ ਉੱਤੇ ਥੋੜੀ ਜਿਹੀ ਨਜ਼ਰ ਟਿਕਾ ਕੇ ਰੱਖਣੀ ਪਊਗੀ ਕਿ ਪਹਿਲਾਂ ਕੀ ਹੁੰਦਾ ਸੀ ਕਿ ਕੋਈ ਬੰਦਾ ਜਾਂਦਾ ਸੀ ਉਹ ਇਕੱਲਾ ਹੁੰਦਾ ਸੀ ਤੇ ਬਾਕੀ ਬੰਦੇ ਕਹਿੰਦੇ ਸੀ ਯਾਰ ਉਹ ਚਲੇ ਗਿਆ, ਇਕੱਲਾ ਰਹਿ ਗਿਆ, ਸਾਡੇ ਪੱਲੇ ਕੀ ਰਹੂਗਾ, ਅਸੀਂ ਕਾਹਤੋਂ ਨਾਲ ਜਾਣਾ। ਪਰ ਹੁਣ ਬੀਬੀ ਜਗੀਰ ਕੌਰ ਇੱਕ ਧੜਾ ਤਿਆਰ ਕਰ ਰਹੇ ਆ, ਇੱਕ ਗਰੁੱਪ ਤਿਆਰ ਕਰ ਰਹੇ ਆ। ਤੇ ਜਿਸ ਤਰੀਕੇ ਅਕਾਲੀ ਦਲ ਦੇ ਲੀਡਰਾਂ ਨੇ ਆਪ ਇਲਜ਼ਾਮ ਲਾਇਆ ਸੀ ਕਿ ਬੀਬੀ ਜੀ ਦੀ ਪਿੱਠ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਹੈ, ਤਾਂ ਇਹ ਗੱਲ ਹੋ ਸਕਦਾ ਕਿ ਕਿਤੇ ਨਾ ਕਿਤੇ ਹਾਨੀਕਾਰਕ ਹੋਵੇ ਬੀਬੀ ਜੀ ਦੇ ਲਈ ਕਿ ਇਲਜ਼ਾਮ ਲਾਉਂਦੇ ਆ। ਪਰ ਕਿਤੇ ਨਾ ਕਿਤੇ ਹੋ ਸਕਦਾ ਕਿ ਕਈ ਬੰਦੇ ਸੋਚਣ ਯਾਰ ਬੀਬੀ ਜੀ ਜੇ ਕਿਤੇ ਸੱਚੀ BJP ਵਾਲੇ ਉਹਨਾਂ ਦੀ ਪਿੱਠ ਤੇ ਹੋਏ ਤਾਂ ਫਿਰ ਠੀਕ ਆ, ਉਧਰਲੇ ਪਾਸੇ ਨੂੰ ਦੇਖਦੇ ਆ। ਜਾਣੀ ਕਿ ਜੇ ਹੁਣ ਭੜਕ ਨੂੰ ਕਿਸੇ ਲੀਡਰ ਨੂੰ ਇਹ ਦੀਦਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਸੁਰੱਖਿਅਤ ਨਹੀਂ, ਜੇ ਕਿਸੇ ਅਕਾਲੀ ਦਲ ਦੇ ਲੀਡਰ ਨੂੰ ਇਹ ਦੀਦਾ ਕਿ ਮੇਰੀ ਪਾਈ ਟਿਕਟ ਦਾ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ, ਜਾਂ ਜੇ ਕਿਸੇ ਲੀਡਰ ਨੂੰ ਇਹ ਦੀਦਾ ਕਿ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਭਵਿੱਖ ਕੀ ਹੋਣਾ, ਉਹਦੇ ਸਾਹਮਣੇ ਇਦਾਂ ਨਹੀਂ ਹੋਊਗਾ ਕਿ ਬੀਬੀ ਜਗੀਰ ਕੌਰ ਇਕੱਲੇ ਨੇ। ਉਹਦੇ ਸਾਹਮਣੇ ਇਦਾਂ ਹੋਊਗਾ ਕਿ ਬੀਬੀ ਜਗੀਰ ਕੌਰ ਸਰਗਰਮ ਨੇ ਤੇ ਬੀਬੀ ਜਗੀਰ ਕੌਰ ਦੇ ਨਾਲ ਆ ਵੀ ਲੀਡਰ ਬੈਠਾ, ਆ ਵੀ ਬੈਠਾ ਤੇ ਆ ਵੀ ਬੈਠਾ ਤੇ ਪਿੱਛੇ ਆ ਵੀ ਬੈਠੇ। ਸੋ ਇਹ ਵੀ ਹੋ ਸਕਦਾ ਕਿ ਇਸ ਵਕਤ ਜੇ ਤੁਸੀਂ ਇਹ ਸਾਡੀ ਗੱਲਬਾਤ ਸੁਣ ਰਹੇ ਹੋ ਤੇ ਅੰਦਾਜ਼ਾ ਲਾਉਂਦੇ ਹੋਵੋ ਕਿ ਯਾਰ ਅੱਛਾ ਇੱਕ ਮੀਟਿੰਗ ਸੀ ਉਹ ਹੋ ਗਈ, ਜਗਮੀਤ ਸਿੰਘ ਬਰਾੜ ਹੋਰੀ ਜਗਮੀਤ ਸਿੰਘ ਅਕਾਲੀ ਹੋਰੀ ਜਥੇਦਾਰ ਸਾਹਿਬ ਨੂੰ ਮਿਲ ਆਏ, ਉੱਥੇ ਚਿੱਠੀ ਦੇ ਆਏ ਤੇ ਗੱਲ ਖਤਮ ਹੋ ਗਈ। ਗੱਲ ਖਤਮ ਨਹੀਂ ਹੋਈ। ਮੈਂ ਯਾਦ ਕਰਾਵਾਂ ਕਿ ਜਗਮੀਤ ਬਰਾੜ ਹੋਰਾਂ ਨੇ ਪਿਛਲੇ ਦਿਨੀ ਜਿਹੜਾ ਇੱਕ ਉਹ ਪ੍ਰੋਗਰਾਮ ਉਲੀਕਿਆ ਸੀ ਜਿਹਦੇ 'ਚ ਇੱਕ ਮੀਟਿੰਗ ਮਾਝੇ 'ਚ, ਇੱਕ ਦੁਆਬੇ 'ਚ, ਇੱਕ ਮਾਲਵੇ 'ਚ ਕਰਨੀ ਸੀ ਤੇ ਉਹ ਕਰਨੀ ਵੀ ਉਹਨਾਂ ਲੋਕਾਂ ਦੇ ਨਾਲ ਸੀਗੀ ਜਿਹੜੇ ਕਿ ਪਿਛਲੇ ਦਿਨੀ ਉਹਨਾਂ ਨੇ ਵੱਖ-ਵੱਖ ਸੰਸਥਾਵਾਂ 'ਚੋਂ ਜਾਂ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੇ ਵਿੱਚੋਂ ਨੁਮਾਇੰਦਿਆਂ ਦੇ ਤੌਰ 'ਤੇ ਮੈਂਬਰ ਲੈ ਕੇ ਇੱਕ ਕੋਆਰਡੀਨੇਸ਼ਨ ਕਮੇਟੀ ਜੀ ਬਣਾਈ ਹੈ
ਤੇ ਅਸਲ ਦੇ ਵਿੱਚ ਉਹਦਾ ਜਿਹੜਾ ਮੁੱਖ ਏਜੰਡਾ ਹੈ ਉਹ ਸਾਰੇ ਅਕਾਲੀ ਦਲ ਦੇ ਆਪਸ ਦੇ ਵਿੱਚ ਜਿਹੜੇ ਮਾੜੇ ਮੋਟ ਰੋਸੇ ਨੇ ਉਹ ਦੂਰ ਕਰਕੇ ਤੇ ਉਹਨਾਂ ਨੂੰ ਇਕੱਠੇ ਕਰਨ ਦਾ ਹੈ। ਉਹ ਪ੍ਰੋਗਰਾਮ ਐਜ਼ ਇਟ ਇਜ਼ ਪਲੈਨਡ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਜਾਂਦਾ ਤੇ ਉੱਥੇ ਕੀ ਕੀ ਸੁਝਾਅ ਦਿੱਤੇ ਜਾਂਦੇ ਆ, ਉਹਨਾਂ ਤੇ ਵੀ ਮੇਰੇ ਖਿਆਲ ਨਾਲ ਨਜ਼ਰ ਰੱਖਣੀ ਚਾਹੀਦੀ ਹੈ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਬਾਕੀ ਓਪੀ ਸੋਨੀ ਸਾਹਿਬ ਜਿਹੜੇ ਕਿ ਸਾਬਕਾ ਉਪ ਮੁੱਖ ਮੰਤਰੀ ਨੇ, ਕਾਂਗਰਸ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਸੱਦਿਆ ਗਿਆ ਸੀ ਕਿ ਭਾਈ ਜਿੰਨੇ ਕੁ ਤੁਹਾਡੇ ਵਸੀਲੇ ਨੇ, ਜਿੰਨੇ ਕੁ ਤੁਹਾਡੇ ਸਾਧਨ ਨੇ, ਲੱਗਦਾ ਕਿ ਪ੍ਰਾਪਰਟੀ ਥੋੜੀ ਬਹੁਤ ਉੱਪਰ ਥੱਲੇ ਬਣਾ ਲਈ ਤੁਸੀਂ। ਪਹਿਲੇ ਦਿਨ ਤੋਂ ਆਏ ਨਾ, ਫਿਰ ਆਏ 2-3 ਘੰਟੇ ਉਹਨਾਂ ਤੋਂ ਪੁੱਛਗਿੱਛ ਹੋਈ ਤੇ ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਓਪੀ ਸੋਨੀ ਕਿਸੇ ਤੋਂ ਡਰਦਾ ਨਹੀਂ, ਮੇਰੇ ਕੋਲ 1 ਵੀ ਰੁਪਈਆ ਦੀ ਪ੍ਰਾਪਰਟੀ ਇੱਧਰ ਉੱਧਰ ਨਹੀਂ, ਮੈਂ ਜੋ ਕੁਝ ਐਫੀਡੈਵਿਟ ਦੇ ਵਿੱਚ ਇਲੈਕਸ਼ਨ ਦੌਰਾਨ ਲਿਖ ਕੇ ਦਿੰਦਾ ਮੇਰੇ ਕੋਲ ਉਹ ਕੁਛ ਹੀ ਹੈ। ਠੀਕ ਹੈ। ਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਹਫ਼ਤੇ ਖੰਡ ਦੇ ਵਿੱਚ ਇੱਕ ਪਰਫਾਰਮਾ ਦਿੱਤਾ ਸੀ ਉਹਨਾਂ ਨੂੰ ਕਿ ਭਾਈ ਤੁਹਾਡੇ ਕੋਲੇ 2012 ਚ ਕਿੰਨੀ ਲੈਂਡ ਸੀ, ਜ਼ਮੀਨ ਸੀ, 17 ਚ ਕਿੰਨੀ ਹੋ ਗਈ, 22 ਚ ਕਿੰਨੀ ਹੋ ਗਈ, ਤੁਹਾਡੇ ਕੋਲੇ ਕਿੰਨੇ ਘਰ 12 ਚ ਸੀ, 17 ਚ ਕਿੰਨੇ ਹੋ ਗਏ, 22 ਚ ਕਿੰਨੇ ਹੋ ਗਏ, ਤੁਹਾਡੇ ਕੋਲ ਕਾਰੋਬਾਰ ਕਿੰਨਾ ਸੀ, ਬੈਂਕ ਬੈਲੈਂਸ ਕਿੰਨਾ ਸੀ, ਕਿ ਆਹ ਪਰਫਾਰਮਾ ਭਰ ਕੇ ਦਿਓ, ਸਾਰੀ ਪ੍ਰਾਪਰਟੀ ਦੇ ਕਾਗਜ਼ ਪੱਤਰ ਦਿਓ। 7 ਦਿਨ ਦਾ ਸਮਾਂ ਦਿੱਤਾ ਸੀ ਓਪੀ ਸੋਨੀ ਸਾਹਿਬ ਨੂੰ। ਉਹ ਕਹਿੰਦੇ ਗੱਲ ਕਿਹੜੀ ਆ, ਜਿੰਨੀ ਵਾਰੀ ਸੱਦਣਗੇ ਵਿਜੀਲੈਂਸ ਵਾਲੇ ਆਪਾਂ ਉਨੀ ਵਾਰੀ ਆ ਜਾਣਾ, ਵਿਹਲੇ ਹੀ ਆ ਹੁਣ, ਵੈਸੇ ਵੀ ਕਿਹੜਾ ਇਲੈਕਸ਼ਨ ਜਿੱਤੇ ਆ। ਪਰ ਹੁਣ ਦੁਬਾਰਾ 7 ਦਿਨ ਬੀਤ ਗਏ। ਵਿਜੀਲੈਂਸ ਵਾਲੇ ਅਧਿਕਾਰੀ ਸਵੇਰੇ ਤਿਆਰ ਹੋਏ, ਕੋਟ ਪੈਂਟ ਪ੍ਰੈਸ ਦਫ਼ਤਰ 'ਚ ਬਹਿ ਗਿਆ, ਚਾਹ ਦਾ ਘੁੱਟ-ਘੁੱਟ ਇੱਕ ਭਰ ਲਿਆ ਕਿ ਸੋਨੀ ਸਾਹਿਬ ਨੇ ਆ ਜਾਣਾ, ਫਿਰ ਕਾਗਜ਼ ਪੱਤਰ ਚੈੱਕ ਕਰਨੇ ਆ। ਸੋਨੀ ਸਾਹਿਬ ਆਪ ਤਾਂ ਨਹੀਂ ਆਏ, ਸਾਬਕਾ ਉਪ ਮੁੱਖ ਮੰਤਰੀ ਪੰਜਾਬ, ਉਹਨਾਂ ਦਾ ਭਤੀਜਾ ਕਹਿੰਦੇ ਆਇਆ ਵਿਕਾਸ, ਉਹਨਾਂ ਨੇ ਆਣ ਕੇ ਕਿਹਾ ਕਿ ਦੇਖੋ ਕਾਗਜ਼ ਪੱਤਰ ਬਹੁਤ ਜ਼ਿਆਦਾ ਸੀ, ਕਾਗਜ਼ ਪੱਤਰ ਕਈ ਪੁਰਾਣੇ ਮੰਗ ਲਏ ਸੀ, ਉਹ ਇੰਨੀ ਛੇਤੀ ਕਢਵਾਏ ਨਹੀਂ ਗਏ, ਇਸ ਕਰਕੇ ਹਫ਼ਤੇ ਕੁ ਦਾ ਸਮਾਂ ਤੁਸੀਂ ਹੋਰ ਦਿਓ, ਫਿਰ ਓਪੀ ਸੋਨੀ ਸਾਹਿਬ ਆਣ ਕੇ ਤੁਹਾਡੇ ਸਾਹਮਣੇ ਪੇਸ਼ ਹੋ ਜਾਣਗੇ। ਵਿਜੀਲੈਂਸ ਵਾਲੇ ਨਹੀਂ ਕੁਝ ਬੋਲੇ, ਉਹਨਾਂ ਨੇ ਮੀਡੀਆ ਨੂੰ ਨਹੀਂ ਕੁਝ ਦੱਸਿਆ ਕਿ ਉਹਨਾਂ ਨੇ ਓਪੀ ਸੋਨੀ ਸਾਹਿਬ ਦੇ ਭਤੀਜੇ ਦੀ ਆਮਦ ਤੋਂ ਬਾਅਦ ਨਿਰਣਾ ਕੀ ਲਿਆ, ਨਤੀਜਾ ਕੀ ਕੱਢਿਆ, ਡਿਸੀਜਨ ਕੀ ਲਿਆ। ਪਰ ਇੰਨੀ ਗੱਲ ਜ਼ਰੂਰ ਹੈ ਕਿ ਸੋਨੀ ਸਾਹਿਬ ਆਏ ਨਹੀਂ। ਉਹ ਕਿਹੜੇ ਕਾਗਜ਼ ਪੱਤਰ ਨੇ ਜਿਹੜੇ ਉਹ ਕੱਢਦੇ ਫਿਰਦੇ ਆ, ਉਹ ਕਿਹੜੇ ਕਾਗਜ਼ ਪੱਤਰ ਨੇ ਐਸੇ ਜਿਹੜੇ ਵਿਜੀਲੈਂਸ ਨੇ ਉਹਨਾਂ ਤੋਂ ਮੰਗ ਲਿਆ ਤੇ ਜਿਨ੍ਹਾਂ ਨੂੰ ਅਜੇ ਟਾਈਮ ਲੱਗਣਾ, ਹਫ਼ਤੇ ਤੱਕ ਪਤਾ ਲੱਗੂ। ਦੇਖੋ ਹਫ਼ਤੇ ਕੁ ਦਾ ਸਮਾਂ ਹੀ ਗਾਂ ਵਰਿੰਦਰਮੀਤ ਪਾੜਾ ਹੋਰਾਂ ਨੂੰ ਦੇ ਦਿੱਤਾ, ਕਿਉਂਕਿ ਉਹਨਾਂ ਨੂੰ ਵੀ ਸੱਦਿਆ ਸੀ ਵਿਜੀਲੈਂਸ ਵਾਲਿਆਂ ਨੇ। ਉੱਥੇ ਉਹ ਗਏ, ਕਹਿੰਦੇ ਆ ਵੀ ਪੁੱਛ ਗਿੱਛ ਉੱਥੇ ਜੋ ਹੋਈ, ਕੋਈ ਬਹੁਤੀ ਬਾਹਰ ਤਾਂ ਨਹੀਂ ਆਉਣ ਦਿੱਤੀ ਉਹਨਾਂ ਨੇ, ਪਰ ਜਿੰਨੀ ਕੁ ਜਾਣਕਾਰੀ ਬਾਅਦ 'ਚ ਵਿਜੀਲੈਂਸ ਵਾਲਿਆਂ ਨੇ ਮੀਡੀਆ ਨਾਲ ਸਾਂਝੀ ਕੀਤੀ, ਉਹ ਕਹਿੰਦੇ ਜੀ ਦੇਖੋ ਉਹੀ ਵਸੀਲਿਆਂ ਤੋਂ ਬਾਅਦ ਆਮਦਨ ਦੀ ਗੱਲਬਾਤ ਸੀਗੀ, ਉਸ ਮਾਮਲੇ ਦੇ ਵਿੱਚ ਕੁਝ ਪੁੱਛ-ਗਿੱਛ ਕਰਨੀ ਸੀ। ਹੁਣ ਉਹਨਾਂ ਨੂੰ ਗਾਂ 6-7 ਦਿਨਾਂ ਦਾ ਸਮਾਂ ਦਿੱਤਾ ਵੀ ਆਹ ਕਾਗਜ਼ ਤੇ ਆਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਲੈ ਕੇ ਤੇ ਤੁਸੀਂ ਸਾਡੇ ਤੱਕ ਪਹੁੰਚਦੀ ਕਰਨੀ ਹੈ। ਹੁਣ ਦੇਖੋ ਓਪੀ ਸੋਨੀ ਸਾਹਿਬ ਵੀ ਕਾਂਗਰਸੀ ਸਾਬਕਾ ਮੰਤਰੀ, ਇਹਦੇ ਵਰਿੰਦਰਮੀਤ ਪਾੜਾ ਹੋਰੀ ਵੀ ਕਾਂਗਰਸੀ, ਉਹਨਾਂ ਦੀ ਵੀ ਪੁੱਛ-ਗਿੱਛ ਉਸੇ ਤਰ੍ਹਾਂ ਚੱਲਣ ਲੱਗ ਪਈ ਹੈ। ਤੇ ਇਹਦੇ ਵਿੱਚ ਹੀ ਖਬਰ ਇੱਕ ਇਹ ਆ ਗਈ ਵੀ ਪਿਛਲੇ ਦਿਨੀ ਧਰਮਸੋਤ ਸਾਹਿਬ ਨੂੰ ਜ਼ਮਾਨਤ ਭਾਵੇਂ ਮਿਲ ਗਈ ਸੀ, ਪਰ ਹੁਣ ਉਹਨਾਂ ਦੇ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਮਿਲ ਗਈ ਆ। ਸੋ ਮੈਨੂੰ ਲੱਗ ਨਹੀਂ ਰਿਹਾ ਵੀ ਕਾਂਗਰਸ ਪਾਰਟੀ ਦੇ ਵੱਖ-ਵੱਖ ਲੀਡਰ ਸਾਹਿਬਾਨਾਂ ਦੇ ਦਿਨ ਕੋ ਬਹੁਤੇ ਸਹੀ ਚੱਲ ਰਹੇ ਆ। ਨਹੀਂ, ਕਾਂਗਰਸ ਦੇ ਇਕੱਲੇ ਕਿਉਂ, ਮੈਂ ਆਮ ਆਦਮੀ ਪਾਰਟੀ ਵਾਲੇ ਪਾਸੇ ਤੁਹਾਨੂੰ ਲੈ ਜਾਣਾ ਸੰਧਾਲੀਆ ਸਾਹਿਬ। ਤੁਸੀਂ ਚੇਤਾ ਭੁਲਾਤਾ ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ ਦੇ ਬਾਬਤ ਇੱਕ ਬੀਬੀ ਨੇ ਇੱਕ ਗੱਲ ਆਖੀ ਸੀ ਕਿ ਭਾਈ ਇਹਦਾ ਬੰਦੇ ਦਾ ਪਹਿਲਾਂ ਵਿਆਹ ਹੋਇਆ ਤੇ ਉਹਦੇ ਤੋਂ ਬਾਅਦ ਇਹਨੇ ਮੇਰੇ ਨਾਲ ਵਿਆਹ ਕਰਾ ਲਿਆ, ਮੈਨੂੰ ਕਹਿਤਾ ਸੀ ਮੇਰਾ ਤਲਾਕ ਹੋਇਆ। ਉਹ ਇੱਕ ਵੀਡੀਓ ਦਾ ਵੀ ਰੌਲਾ ਰੱਪਾ ਪੈ ਗਿਆ ਸੀ। ਉਹਦੇ ਤੋਂ ਬਾਅਦ ਪਠਾਨ ਮਾਜਰਾ ਸਾਹਿਬ ਕਹਿੰਦੇ ਸੀ ਕਿ ਇਦਾਂ ਦੀ ਕੋਈ ਗੱਲ ਨਹੀਂ, ਮੈਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਸੀ, ਸਾਰਾ ਕੁਝ ਸਹਿਮਤੀ ਦੇ ਨਾਲ ਹੋਇਆ। ਉਹ ਬੀਬੀ ਕਹਿੰਦੀ ਸੀ ਪੈਸੇ ਇਹਨਾਂ ਨੇ ਬਹੁਤ ਕਮਾਏ, ਇਹ ਕਹਿੰਦੇ ਸੀ ਕਿ ਬੀਬੀ ਮੈਨੂੰ ਕਹਿੰਦੀ ਸੀ ਕਿ ਤੂੰ ਪੈਸੇ ਕਮਾ, ਹੁਣ ਐਮਐਲਏ ਬਣ ਗਿਆ। ਚਰਚਾ ਚੱਲੀ, ਚਲੋ ਠੰਡੇ ਜਿਹਾ ਪੈ ਗਿਆ ਕੰਮ। ਵਿਰੋਧੀ ਧਿਰਾਂ ਨੇ ਮਹੀਨਾ ਕੁ ਤਾਂ ਬਹੁਤ ਰੌਲਾ ਰੱਪਾ ਪਾਇਆ, ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਕਿ ਅਸੀਂ ਕਰਾ ਰਹੇ ਹਾਂ ਜਾਂਚ ਅੰਦਰੂਨੀ ਤੌਰ ਤੇ। ਚਲੋ ਉਹ ਫਰਾਰੀ ਸਾਹਿਬ ਵਾਲੇ ਮਸਲੇ ਦੇ ਉੱਤੇ ਵੀ ਚਰਚਾ ਚੱਲਦੀ ਸੀ ਕਿ ਜਾਂਚ ਕਰਾ ਰਹੇ ਹਾਂ। ਹੁਣ ਉਹ ਬੀਬੀ ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ ਦੀ ਜਿਹੜੀ ਉਹ ਦੂਸਰੀ ਪਤਨੀ ਹੈ, ਕਿਉਂਕਿ ਤਸਵੀਰਾਂ ਤਾਂ ਆਨੰਦ ਕਾਰਜ ਦੀਆਂ ਵੀ ਸਾਹਮਣੇ ਆਈਆਂ ਸੀ, ਉਹ ਬੀਬੀ ਇਲੈਕਸ਼ਨ ਕਮਿਸ਼ਨ ਕੋਲ ਚਲੇ ਗਏ। ਉਹ ਕਹਿੰਦੇ ਜੀ ਆਹ ਦੇਖੋ ਇਹਨਾਂ ਨੇ ਮੇਰੇ ਨਾਲ ਜਾਲੀ ਵਿਆਹ, ਉਹਨਾਂ ਨੇ ਇਦਾਂ ਦੇ ਸ਼ਬਦ ਵਰਤੇ ਕਿ ਪਹਿਲਾਂ ਵੀ ਵਿਆਹੇ ਸੀ, ਮੁੜ ਕੇ ਆਹ ਵਿਆਹ ਕਰਾ ਲਿਆ। ਹੁਣ ਇਲੈਕਸ਼ਨ, ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਪੁਲਿਸ ਮੇਰੀ ਸੁਣਦੀ ਨਹੀਂ, ਫਿਰ ਉਹ ਅਦਾਲਤ 'ਚ ਵੀ ਚਲੇ ਗਏ ਸੀ। ਹੁਣ ਇਲੈਕਸ਼ਨ ਕਮਿਸ਼ਨ ਦੇ ਕੋਲ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ ਦੇ ਖਿਲਾਫ ਜਾਣਾ ਉਸ ਬੀਬੀ ਦਾ, ਕੀ ਉਹ ਬੀਬੀ ਹੁਣ ਇਹ ਚਾਹੁੰਦੀ ਹੋਊਗੀ ਕਿ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ? ਕਿ ਐਫੀਡੈਵਿਟ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਜਾਣੀ ਉਹਦੇ ਆਧਾਰ ਦੇ ਉੱਤੇ ਬੀਬੀ ਸਾਬਤ ਕੀ ਕਰਨਾ ਚਾਹੁੰਦੇ ਆ? ਇੱਕ ਤਾਂ ਇਹਦੇ ਤੇ ਨਜ਼ਰਾਂ ਟਿੱਕੀਆਂ ਰਹਿਣਗੀਆਂ, ਦੂਸਰਾ ਸੰਧਾਲੀਆ ਸਾਹਿਬ ਇਹਦਾ ਮਤਲਬ ਹੈ ਕਿ ਪਠਾਨ ਮਾਜਰਾ ਸਾਹਿਬ ਦੀ ਜਾਨ ਇੰਨੀ ਛੇਤੀ ਇੰਨੀ ਸੁਖਾਲੀ ਛੁੱਟਣੀ ਨਹੀਂ। ਜਿਸ ਤਰੀਕੇ ਲੱਗਦਾ ਸੀ ਕਿ ਗੱਲ ਹੁਣ ਆਈ ਗਈ ਹੋਗੀ, ਗੱਲ ਠੰਡੀ ਪੈ ਗਈ, ਆ ਬੀਬੀ ਦੀ ਹੁਣ ਨਵੀਂ ਅਰਜ਼ੀ ਨੇ ਮਾਮਲਾ ਫਿਰ ਪਖਾਤਾ। ਹਾਂ ਨਹੀਂ, ਇਹ ਤੇ ਗੱਲ ਹੈਗੀ ਆ। ਹੋਰ ਵੀ 1-2 ਲੀਡਰ ਸਾਹਿਬਾਨ ਨੇ ਪੰਜਾਬ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਦੇ ਕਦੀ
ਉਹ ਕੇਸ ਤਾਂ ਹੈਗੇ ਨੇ ਪਰ ਉਹ ਕਦੀ ਕਦਾਈ ਨਿਕਲਦੇ ਨੇ, ਜਿੱਦਾਂ ਹੁਣ ਪਠਾਨ ਮਾਜਰਾ ਸਾਹਿਬ ਦਾ ਇਹ ਦੁਬਾਰਾ ਨਿਕਲ ਆਈ ਹੈ ਗੱਲਬਾਤ। ਹੁਣ ਚਲੋ ਆਉਣ ਵਾਲੇ ਦਿਨਾਂ 'ਚ ਕੀ ਬਣਦਾ ਕੀ ਨਹੀਂ ਬਣਦਾ ਇਹ ਤਾਂ ਰੱਬ ਦੱਸੂ, ਪਰ ਅੱਜ ਹੋ ਸਕਦਾ ਵੀ ਸ਼ਾਮ ਤੱਕ ਜਾਂ ਦੁਪਹਿਰ ਤੱਕ ਹੀ ਲਾ ਲਓ ਆਮ ਆਦਮੀ ਪਾਰਟੀ ਵਾਲੇ ਜਾਂ ਤੇ ਲੱਡੂ ਵੰਡ ਕੇ ਕਮਲੇ ਹੋ ਜਾਣਗੇ ਤੇ ਜਾਂ ਫਿਰ ਇੱਕ ਦੂਜੇ ਨੂੰ ਹੋ ਸਕਦਾ ਉਲਾਂਭੇ ਦੇਣੇ ਸ਼ੁਰੂ ਕਰ ਦੇਣ, ਕਿਉਂਕਿ ਦਿੱਲੀ 'ਚ ਉਹ ਜਿਹੜੀਆਂ ਮਿਊਨਸਿਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਸੀ ਉਹਦਾ ਅੱਜ ਕਹਿੰਦੇ ਨਤੀਜਾ ਆ ਜਾਣਾ। ਵੈਸੇ ਤੇ ਪਿਛਲੇ ਦਿਨ ਜਿਹੜਾ ਐਗਜ਼ਿਟ ਪੋਲ ਆਇਆ ਸੀ ਉਸ ਐਗਜ਼ਿਟ ਪੋਲ ਨੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵਾਹਵਾ ਹੌਸਲਾ ਬਣਾਇਆ ਸੀ ਵੀ 250 ਦੇ ਕਰੀਬ ਸੀਟਾਂ ਨੇ ਤੇ ਇੱਕ ਤੇ ਸ਼ਾਇਦ 170-75 ਦੇ ਕਰੀਬ ਸੀਟਾਂ ਵੀ ਆਮ ਆਦਮੀ ਪਾਰਟੀ ਨੂੰ ਦੇਈ ਜਾਂਦਾ, ਪਰ ਘੱਟ ਤੋਂ ਘੱਟ 135-40 ਦੇ ਕਰੀਬ ਤੇ ਫਿਰ ਵੀ ਮਿਲਦੀਆਂ ਹੀ ਨੇ। ਹੁਣ ਮੇਰਾ ਖਿਆਲ 125 ਦੇ ਕਰੀਬ ਉਹਨਾਂ ਨੂੰ ਸੀਟ ਚਾਹੀਦੀ ਹੈ ਉੱਥੇ ਆਪਣੇ ਮੇਅਰ ਬਣਾਉਣ ਦੇ ਲਈ ਜਾਂ ਆਪਣੀ ਬਹੁਮਤ ਦੇ ਲਈ। ਉਸ ਤੋਂ ਵੱਧ ਇਸ ਵਕਤ ਐਗਜ਼ਿਟ ਪੋਲ ਉਹਨਾਂ ਨੂੰ ਸੀਟਾਂ ਦੇ ਰਿਹਾ, ਤੇ ਜੇ ਐਗਜ਼ਿਟ ਪੋਲ ਦੇ ਹਿਸਾਬ ਦੇ ਨਤੀਜੇ ਅੱਜ ਆ ਗਏ ਤੇ ਫਿਰ ਤੇ ਹੋ ਸਕਦਾ ਸ਼ਾਮ ਤੱਕ ਜਿਹੜਾ ਜਿੱਦਾਂ ਤੁਸੀਂ ਕਹਿੰਦੇ ਮਾਰਕ ਹੋਰਾਂ ਦਾ ਕੁੱਕੜ ਬੋਲਦਾ, ਇੱਥੇ ਕਈ ਕੁੱਕੜ ਬੋਲਣੋਂ ਢਾ ਦੇਣ। ਸੰਧਾਲੀਆ ਸਾਹਿਬ ਜਿੱਦਾਂ ਆਪਣੇ ਪਿੰਡਾਂ 'ਚ ਗਲੀਆਂ 'ਚ ਨਹੀਂ ਸੀ ਜਿਹੜੇ ਵਾਰਾ ਕੁੱਤੇ ਕਈ ਵਾਰੀ ਜਿਹੜੇ ਉਹ ਲੜਨ ਲੱਗ ਪੈਂਦੇ ਸੀ, ਇੱਥੇ ਵੀ ਆਲੇ ਦੁਆਲੇ ਦੇ ਘਰਾਂ 'ਚੋਂ ਆਵਾਜ਼ਾਂ ਇਦਾਂ ਦੀਆਂ ਆਉਂਦੀਆਂ ਸੀ। ਚਲੋ ਮੈਂ ਕਿਹਾ ਕੋਈ ਗੱਲ ਨਹੀਂ, ਪਿੰਡ ਵਾਲਾ ਮਾਹੌਲ ਜੇ ਬਣਿਆ, ਪਿੱਛੇ ਮੰਜੇ ਦੇ ਉੱਤੇ ਦਰੀ ਟੰਗੀ ਆ, ਖੇਸੀ ਮੋਢਿਆਂ ਤੇ ਲਈ ਆ, ਤਾਂ ਫਿਰ ਇਦਾਂ ਹੀ ਸਹੀ। ਤੁਸੀਂ ਦੇਖੋ ਸੰਧਾਲੀਆ ਸਾਹਿਬ ਇੱਕ ਗੱਲ ਦੇ ਉੱਤੇ ਤਾਂ ਸਾਨੂੰ ਧਿਆਨ ਥੋੜ੍ਹਾ ਜਿਹਾ ਕੇਂਦਰਿਤ ਕਰਨਾ ਪਊਗਾ ਨਾ ਕਿ ਹੁਣ ਕਹਾਣੀ ਕਿੱਧਰ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਿਛਲੀ ਵਾਰੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਬੁਰੇ ਤਰੀਕੇ ਹਰੇ ਸੀ, ਉਹ ਭਾਰਤੀ ਜਨਤਾ ਪਾਰਟੀ ਦੁਬਾਰਾ ਜਿੱਤੀ ਸੀ। ਲੋਕ ਵੀ ਹੈਰਾਨ ਹੁੰਦੇ ਸੀ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਦੇ ਆ, ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਲੋਕ ਬੀਜੇਪੀ ਦੇ 7 MP ਜਿਤਾਉਂਦੇ ਆ। ਹੇਠਲੇ ਤੀਸਰੀ ਧਿਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਹੈ, ਪਹਿਲਾਂ 3 ਹੁੰਦੀਆਂ ਸੀ ਨਿਗਮਾਂ ਦਿੱਲੀ ਦੀਆਂ, ਉਹਨਾਂ ਦੀ ਇਲੈਕਸ਼ਨ ਹੁੰਦੀ ਆ ਤਾਂ ਲੋਕ ਫਿਰ ਬੀਜੇਪੀ ਨੂੰ ਵੋਟਾਂ ਪਾ ਦਿੰਦੇ ਆ। ਮਿਊਨਿਸਪਲ ਕਾਰਪੋਰੇਸ਼ਨ ਵਾਲੇ ਕਹਿੰਦੇ ਸੀ ਦਿੱਲੀ ਦੀ ਸਰਕਾਰ ਨਹੀਂ ਸਾਨੂੰ ਕੁਛ ਦਿੰਦੀ, ਉਹ ਕਹਿੰਦੇ ਸੀ ਅਸੀਂ ਇੰਨੇ 1000 ਕਰੋੜ ਰੁਪਈਆ ਦਿੱਤਾ ਹਿਸਾਬ ਦਿਓ। ਦਿੱਲੀ ਸਰਕਾਰ ਕਹਿੰਦੀ ਉਪ ਰਾਜਪਾਲ ਸਾਹਿਬ ਨਹੀਂ ਜੀਣ ਦਿੰਦੇ, ਉਪ ਰਾਜਪਾਲ ਸਾਹਿਬ ਕਹਿੰਦੇ ਸੀ ਦਿੱਲੀ ਦੀ ਸਰਕਾਰ ਨਹੀਂ ਕੰਮ ਕਰਦੀ। ਜਾਣੀ ਕਿ ਦਿੱਲੀ ਦੇ ਲੋਕ, ਰਾਜਧਾਨੀ ਦੇ ਲੋਕ, 3 ਕੂੜੇ ਦੇ ਪਹਾੜਾਂ ਦੇ ਵਿੱਚ ਘਿਰੇ ਹੋਏ ਲੋਕ, ਜਿਨ੍ਹਾਂ ਦੇ ਪਾਰਕਾਂ ਦੀ ਕਹਿੰਦੇ ਸਫਾਈ ਦਾ ਰੌਲਾ, ਉਹ ਲੋਕ ਕਿਹੜੇ ਹਿਸਾਬ ਕਿਤਾਬ ਦੇ ਨਾਲ ਵੋਟਾਂ ਪਾਉਂਦੇ ਸਾਨੂੰ ਨਹੀਂ ਪਤਾ, ਪਰ ਐਤਕੀ ਗਹਿ ਗੱਚ ਮੁਕਾਬਲਾ ਸੀ। ਇੱਕ ਪਾਸੇ ਅਰਵਿੰਦ ਕੇਜਰੀਵਾਲ ਹੋਰੀ, ਜਿਨ੍ਹਾਂ ਦੇ ਬਾਬਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੂਜੇ ਤੀਜੇ ਦਿਨ ਬਿਆਨ ਦੇ ਰੱਖਦੀ ਹੈ ਕਿ ਪ੍ਰਧਾਨ ਮੰਤਰੀ ਇਹਨਾਂ ਨੇ ਬਣਨਾ ਹੈ, ਅਗਲੇ ਪ੍ਰਧਾਨ ਮੰਤਰੀ ਇਹ ਨੇ, 2024 ਚ ਮੁਕਾਬਲਾ ਮੋਦੀ ਵਰਸਸ ਕੇਜਰੀਵਾਲ ਹੋਊਗਾ, ਉਹ ਬਿਆਨ ਦਿੰਦੇ ਆ, ਉਹ ਦੇ ਸਕਦੇ ਆ। ਪਰ ਜੇ ਉਹ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀਆਂ ਚੋਣਾਂ ਨਹੀਂ ਜਿੱਤ ਸਕਦੇ, ਕਿਉਂਕਿ ਗਿਣਤੀ ਸ਼ੁਰੂ ਹੋ ਜਾਣਗੀਆਂ ਹੋਰ ਚੰਦ ਮਿੰਟਾਂ ਤੱਕ, ਜੇ ਉਹ ਚੋਣਾਂ ਨਹੀਂ ਜਿੱਤ ਪਾਉਣਗੇ ਪ੍ਰਧਾਨ ਮੰਤਰੀ ਕਿੱਥੋਂ ਬਣ ਜਾਣਗੇ? ਫਿਰ ਲੋਕ ਕਹਿਣਗੇ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਦਿੱਲੀ 'ਚ ਕੰਮ ਬੜਾ ਕੀਤਾ, ਫਿਰ ਤੁਹਾਨੂੰ ਵੋਟਾਂ ਕਿਉਂ ਨਾ ਪਈਆਂ? ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਵੱਡੀ ਚੁਣੌਤੀ ਹੈ। ਚੁਣੌਤੀ ਇਸ ਕਰਕੇ ਹੈ ਕਿ ਰਾਜਧਾਨੀ ਦੇ ਵਿੱਚ ਉਹਨਾਂ ਦੀ ਆਪ ਦੀ ਨਿਗਮ ਦੇ ਉੱਤੇ ਕਬਜ਼ਾ ਹੈ, ਉਹਨਾਂ ਨੂੰ ਕੋਈ ਚੁਣੌਤੀ ਨਹੀਂ, ਨਾ ਆਪ ਤੋਂ ਨਾ ਕਾਂਗਰਸ ਤੋਂ। ਉਹਨਾਂ ਨੇ ਆਪਣੀ ਕੁਰਸੀ ਬਹਾਲ ਰੱਖਣ ਦੇ ਲਈ ਉਹਨਾਂ ਦੇ ਲਈ ਜਿੱਤਣਾ ਜ਼ਰੂਰੀ ਹੈ। ਬਾਕੀ ਜਿਹੜੇ ਐਗਜ਼ਿਟ ਪੋਲ ਦੀ ਤੁਸੀਂ ਗੱਲ ਕਰਦੇ ਹੋ ਸੰਧਾਲੀਆ ਸਾਹਿਬ, ਉਹ ਕਿੰਨੇ ਕੁ ਸਹੀ ਹੁੰਦੇ ਆ ਕਿੰਨੇ ਕੁ ਗਲਤ ਹੁੰਦੇ ਆਪਾਂ ਨੂੰ ਚੰਗੇ ਤਰੀਕੇ ਪਤਾ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਲੋਕ ਵੋਟਾਂ ਪਾ ਕੇ ਬਾਹਰ ਨਿਕਲਦੇ ਸੀ, ਉਹਦੇ ਤੋਂ ਬਾਅਦ ਇੱਕ ਧਿਰ ਨੂੰ ਛੱਡ ਕੇ ਬਾਕੀ 7-8 ਧਿਰਾਂ ਨੇ ਕਿਸੇ ਨੇ ਵੀ ਆਮ ਆਦਮੀ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਸੀ ਦਿੱਤਾ ਤੇ ਸੀਟਾਂ ਅਗਲੇ 92 ਲੈ ਗਿਆ ਸੀ। ਕਿਸੇ ਨੇ ਵੀ ਅਕਾਲੀ ਦਲ ਨੂੰ 15 ਤੋਂ ਥੱਲੇ ਨਹੀਂ ਸੀ ਲਿਆਂਦਾ, ਉਹ 3 ਤੇ ਰਹਿ ਗਿਆ ਸੀ। ਕਿਸੇ ਨੇ ਵੀ ਕਾਂਗਰਸ ਪਾਰਟੀ ਨੂੰ 32-33 ਤੋਂ ਥੱਲੇ ਨਹੀਂ ਸੀ ਲਿਆਂਦਾ, ਅਗਲੇ ਬੰਦੇ 18 ਤੱਕ ਸੀਮਤ ਹੋ ਗਿਆ ਸੀ। ਹੁਣ ਦਿੱਲੀ ਦੀ ਚੋਣ ਬਹੁਤ ਕੁਝ ਨਿਰਧਾਰਿਤ ਕਰੂਗੀ, ਕਿਉਂਕਿ ਅੱਜ ਦਿੱਲੀ ਦਾ ਨਤੀਜਾ ਆਉਣਾ, ਇਧਰਲੇ ਪਾਸੇ ਲੋਕਾਂ ਨੇ ਲੱਡੂ ਖਾ ਕੇ ਚਾਹ ਦਾ ਘੁੱਟ ਜੇ ਭਰਨਾ ਹੈ। ਕੱਲ ਨੂੰ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵੋਟਾਂ ਗਿਣਨੀਆਂ ਸ਼ੁਰੂ ਹੋ ਜਾਣੀਆਂ, ਕੰਮ ਠਾਠਾ ਹੀ ਚੱਲੂਗਾ ਸੰਧਾਲੀਆ ਸਾਹਿਬ। ਨਹੀਂ ਪੂਰਾ ਚੱਲੂਗਾ। ਮੈਂ ਤਾਂ ਇਹ ਸੋਚਦਾ ਸੀ ਵੀ ਚਲੋ ਸਪਸ਼ਟ ਬਹੁਮਤ ਜਿਹੜਾ ਉਹ ਕਿਸੇ ਨਾ ਕਿਸੇ ਨੂੰ ਮਿਲ ਜਾਵੇ, ਚਾਹੇ ਬੀਜੇਪੀ ਨੂੰ ਮਿਲ ਜਾਵੇ ਜੇ ਉਹਨਾਂ ਕੋਲੇ ਪਹਿਲਾਂ ਰਾਜ ਸੀਗਾ ਤੇ ਗਾਂਹ ਵੀ ਆ ਜਾਵੇ, ਜਾਂ ਆਮ ਆਦਮੀ ਪਾਰਟੀ ਨੂੰ ਮਿਲ ਜਾਵੇ ਤੇ ਮਿਲੇ ਵੀ ਥੋੜ੍ਹਾ ਜਿਹਾ ਇੰਨਾ ਵੀ 2-4-5 ਬੰਦੇ ਵੱਧ ਨਾ ਹੋਣ, ਥੋੜ੍ਹੇ ਜਿਹੇ ਵਧੇਰੇ ਵੱਧ ਹੋਣ। ਕਿਉਂਕਿ ਇਹ ਮੈਂ ਇਸ ਕਰਕੇ ਕਹਿ ਰਿਹਾ ਵੀ ਜਿਹੜੇ ਉੱਥੋਂ ਦੇ ਆਮ ਵੋਟਰ ਨੇ ਦਿੱਲੀ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ, ਉਹਨਾਂ ਦਾ ਕੋਈ 2-4-5 ਸਾਲ ਭਲਾ ਹੋ ਜਾਊਗਾ। ਕਿਉਂਕਿ ਜੇ ਥੋੜ੍ਹਾ ਜਿਹਾ ਫਰਕ ਰਹਿ ਗਿਆ ਨਾ, ਤੇ ਪਿਛਲੇ ਦਿਨ ਹੀ ਆਪਾਂ ਉਹ ਰੇਟ ਬੜਾ ਸੁਣਿਆ ਸੀ MLA ਦਾ। ਹੁਣ ਚਲੋ MLA ਦਾ ਜੇ ਕਹਿੰਦੇ ਵਾਹਵਾ ਰੇਟ ਆ, ਤੇ ਜਿਹੜਾ ਉੱਥੋਂ ਦਾ ਲੋਕਲ ਕਾਉਂਸਲਰ ਹੋਇਆ ਉਹਨੇ ਵੀ ਮੁੜ ਕੇ ਮੂੰਹ ਜਿਹਾ ਸਵਾਰਨਾ ਵੀ ਲੈ ਬੰਦੇ ਤੇ 5 ਹੀ ਚਾਹੀਦੇ ਉਹਨਾਂ ਨੂੰ, ਇੱਕ ਤੇ ਮੈਂ ਹੈਗਾ, 4 ਆਪਾਂ ਹੋਰ ਲੱਭ ਲੈਣੇ। ਇਹੋ ਜਿਹਾ ਕੁਛ ਨਾ ਹੋ ਜਾਵੇ, ਕਿਉਂਕਿ ਉਸ ਤੋਂ ਬਾਅਦ ਫਿਰ ਉਹ ਐਸੀ ਕੜੀ ਜੀ ਘੁਲ ਜਾਣੀ ਹੈ ਵੀ ਨਾ ਤੇ ਉੱਥੇ ਦਿੱਲੀ ਵਾਲਿਆਂ ਦਾ ਕੁਛ ਬਣਨਾ ਤੇ ਨਾ ਉੱਥੇ ਜਿਹੜੇ ਕੋਈ ਜਿੱਤੇ ਹੋਏ ਕਾਉਂਸਲਰ ਹੋਏ ਉਹਨਾਂ ਦੇ ਕੁਛ ਬਣਨਾ। ਪਰ ਇੱਕ ਗੱਲ ਹੈ ਵੀ ਜੇ ਦੀ ਗੱਲ ਆਪਾਂ ਕਰਦੇ ਹਾਂ, ਕਿਉਂਕਿ ਨਤੀਜੇ ਜੇ ਆਉਣੇ ਆ, ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਜਾਂਦਾ ਤੇ ਕਾਰਪੋਰੇਸ਼ਨ ਜਿਹੜੀ ਹੈ ਦਿੱਲੀ ਦੀ ਉਹ ਵੀ ਆਮ ਆਦਮੀ ਪਾਰਟੀ ਦੇ ਕੋਲ ਆ ਜਾਂਦੀ, ਕਬਜ਼ੇ 'ਚ ਆ ਜਾਂਦੀ ਹੈ,
ਤੇ ਸਭ ਤੋਂ ਥੱਲੇ ਵਾਲੀ ਸਰਕਾਰ ਜਿਹੜੀ ਉਹ ਵੀ ਆਪ ਦੀ, ਵਿਚਕਾਰਲੀ ਸਰਕਾਰ ਉਹ ਵੀ ਆਪ ਦੀ, ਤੇ 24 ਵਾਲੀਆਂ ਜਦੋਂ ਇਲੈਕਸ਼ਨਾਂ ਆਈਆਂ ਉਦੋਂ ਹੋ ਸਕਦਾ ਵੀ ਦਿੱਲੀ ਦੇ ਵਿੱਚ ਉਹ ਜਿਹੜੇ 7 ਦੇ 7 MP ਅੱਗੇ ਲੋਕ BJP ਦੇ ਜਿਤਾ ਦਿੰਦੇ ਸੀ, ਉਹਦੇ ਵਿੱਚੋਂ ਕੋਈ 2-4 ਸੀਟਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨੇ। ਨਹੀਂ, ਅਗਲਿਆਂ ਨੇ ਪਾਉਣ ਦੀ ਕੋਸ਼ਿਸ਼ ਤਾਂ ਕਰਨੀ ਹੈ, ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਫਿਰ ਖਾਲੀ ਪਿਆ ਨਾ ਕੰਮ। ਇੱਕ ਵੀ ਨਹੀਂ ਬੰਦਾ, ਹੁਣ ਭਗਵੰਤ ਮਾਨ ਹੋਰੀ MP ਹੁੰਦੇ ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਬੈਠੇ ਨੇ। ਹੁਣ ਇਸ ਕਰਕੇ ਕੋਈ ਨਾ ਕੋਈ ਬੰਦਾ ਲੋਕ ਸਭਾ ਤਾਂ ਚਾਹੀਦਾ ਨਾ ਅਗਲਿਆਂ ਨੂੰ ਬੋਲਣ ਵਾਲਾ। ਕੋਸ਼ਿਸ਼ ਕਰਨਗੇ, ਪਰ ਸੰਧਾਲੀਆ ਸਾਹਿਬ ਤੁਸੀਂ ਦੇਖੋ ਚੀਜ਼ਾਂ ਮਨਫੀ ਕਿੱਦਾਂ ਹੁੰਦੀਆਂ, ਐਲੀਮੀਨੇਟ ਕਿੱਦਾਂ ਹੋ ਜਾਂਦੀਆਂ, ਸ਼ੂਨਯ ਕਿੱਦਾਂ ਹੋ ਜਾਂਦਾ ਕੰਮ। ਮੈਨੂੰ ਤੇ ਤੁਹਾਨੂੰ 4.5 ਮਿੰਟ ਹੋ ਗਏ ਦਿੱਲੀ ਦੀਆਂ ਨਿਗਮ ਚੋਣਾਂ ਤੇ ਗੱਲ ਕਰਦਿਆਂ ਨੂੰ। ਆਪਾਂ ਕਿਹਾ ਜੀ BJP ਕਾਬਜ਼, ਆਪਾਂ ਕਿਹਾ ਜੀ ਆਮ ਆਦਮੀ ਪਾਰਟੀ ਯਤਨ ਕਰ ਰਹੀ, ਐਗਜ਼ਿਟ ਪੋਲ ਦੇ ਵਿੱਚ ਉਹਨਾਂ ਦੀ ਚਰਚਾ। ਆਪਾਂ ਕਾਂਗਰਸ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਕਾਂਗਰਸ ਪਾਰਟੀ ਕਿੱਥੇ ਹੈ। ਕੀ ਕਾਂਗਰਸ ਪਾਰਟੀ 250 ਦੇ ਵਿੱਚੋਂ 50 ਸੀਟਾਂ ਵੀ ਨਹੀਂ ਜਿੱਤ ਸਕਦੀ? ਕੀ ਕਾਂਗਰਸ ਪਾਰਟੀ ਨੂੰ ਦਿੱਲੀ ਦੀ ਨਿਗਮ 'ਚ ਬਹੁਮਤ ਨਹੀਂ ਮਿਲ ਸਕਦਾ? ਇਹ ਉਹੀ ਸੂਬਾ ਜਾਂ ਉਪ ਸੂਬਾ ਜਾਂ ਦੇਸ਼ ਦੀ ਰਾਜਧਾਨੀ ਹੈ ਜਿੱਥੇ ਬੀਬੀ ਸ਼ੀਲਾ ਦੀਕਸ਼ਤ ਕਾਂਗਰਸ ਪਾਰਟੀ ਦੀ ਲੀਡਰ ਵਜੋਂ ਕਈ ਵਾਰ ਲਗਾਤਾਰ ਮੁੱਖ ਮੰਤਰੀ ਬਣ ਗਿਆ ਸੀ। ਤੇ ਕੀ ਗੱਲ ਹੋ ਗਈ ਕਿ 7-8-9 ਸਾਲ ਪਹਿਲਾਂ ਤੱਕ ਜਿਸ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ, ਅੱਜ ਉਸੇ ਸੂਬੇ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਉਹਦੀ ਚਰਚਾ ਹੀ ਕੋਈ ਨਹੀਂ। ਰਾਹੁਲ ਗਾਂਧੀ ਸਾਹਿਬ ਭਾਰਤ ਜੋੜ ਰਹੇ ਹੈ। ਦਿੱਲੀ ਦੇ ਵਿੱਚ ਕੀ ਗੱਲ ਹੋ ਗਈ? ਜੇ ਇਸੇ ਤਰੀਕੇ ਕਾਂਗਰਸ ਪਾਰਟੀ ਵੱਖ-ਵੱਖ ਸੂਬਿਆਂ ਦੇ ਵਿੱਚੋਂ ਮਨਫੀ ਹੋਣ ਲੱਗ ਪਈ, ਜਾਨੀ ਇੱਕ ਹੁੰਦਾ ਜਿੱਤਣਾ, ਇੱਕ ਹੁੰਦਾ ਹਾਰਨਾ। ਸੰਧਾਲੀ ਸਾਹਿਬ, ਇੱਕ ਹੁੰਦਾ ਚਰਚਾ ਤੋਂ ਬਾਹਰ ਹੋਣਾ, ਉਹ ਸਭ ਤੋਂ ਵੱਧ ਖਤਰਨਾਕ ਹੁੰਦਾ। ਪਾਸ਼ ਦੀ ਕਵਿਤਾ ਵਾਂਗੂ ਹੁਣ ਚਰਚਾ ਤੋਂ ਹੀ ਬਾਹਰ ਹੋ ਗਏ ਹੋ ਤੁਸੀਂ। ਥੋੜਾ ਜਿਹਾ ਕਾਇਮ ਰਹੋ। ਤੇ ਦੂਸਰੀ ਗੱਲ, ਮੈਂ ਦਿੱਲੀ ਦੇ ਲੋਕਾਂ ਨੂੰ, ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਭਾਈ 5-4 ਮੁੱਦੇ, ਇਹ ਨਾ ਹੋਵੇ ਕਿ ਨਤੀਜੇ ਆ ਗਏ ਫਿਰ ਤੂੰ ਕੌਣ ਤੇ ਮੈਂ ਕੌਣ। ਦਿੱਲੀ ਦੇ ਕੂੜੇ ਦੇ ਪਹਾੜ ਲੋਕਾਂ ਲਈ ਬਿਮਾਰੀਆਂ ਦਾ ਸਬੱਬ ਨੇ। ਚਾਹੇ ਕੋਈ ਧਿਰ ਜਿੱਤੇ, ਚਾਹੇ ਕਿਸੇ ਧਿਰ ਦਾ ਉੱਪਰ ਥੱਲੇ ਰਾਜ ਹੋਵੇ, ਉਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ। ਜੇ ਅਵਾਰਾ ਪਸ਼ੂ ਉੱਥੇ ਤੁਰੇ ਫਿਰਦੇ ਆ, ਨੁਕਸਾਨ ਕਰਦੇ ਆ, ਹੱਲ ਹੋਣਾ ਚਾਹੀਦਾ। ਜੇ ਨਕਸ਼ੇ ਪਾਸ ਕਰਾਉਣ ਦੇ ਲਈ ਦਿੱਲੀ ਦੇ ਲੋਕਾਂ ਨੂੰ ਕੋਈ ਰਿਸ਼ਵਤ ਦੇਣੀ ਪੈਂਦੀ ਆ, ਧੱਕੇ ਖਾਣੇ ਪੈਂਦੇ ਸਰਕਾਰੀ ਦਫ਼ਤਰਾਂ 'ਚ, ਹੱਲ ਹੋਣਾ ਚਾਹੀਦਾ। ਜੇ ਪਾਰਕਾਂ ਦੀ ਸਫਾਈ ਨਹੀਂ ਜਾਂ ਸਟਰੀਟ ਲਾਈਟਾਂ ਦਾ ਕੋਈ ਮਸਲਾ, ਸੰਧਾਲੀਆ ਸਾਹਿਬ, ਕਿਉਂ ਨਹੀਂ ਹੱਲ ਹੋਣਾ ਚਾਹੀਦਾ? ਜੇ ਦੇਸ਼ ਦੀ ਆਜ਼ਾਦੀ ਤੋਂ 7.5 ਦਹਾਕੇ ਬਾਅਦ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਇੰਸਪੈਕਟਰੀ ਰਾਜ ਸ਼ਬਦ ਵਰਤਿਆ ਗਿਆ ਇਲੈਕਸ਼ਨ ਦੇ ਵਿੱਚ, ਇਹ ਸ਼ਰਮ ਵਾਲੀ ਗੱਲ ਹੈ ਸਾਡੇ ਲਈ। ਇਹ ਕੋਈ ਦੂਰ ਦਰਾਜ ਦਾ ਪਿੰਡ ਨਹੀਂ, ਇਹ ਕੋਈ ਦੂਰ ਦਰਾਜ ਦਾ ਕਸਬਾ ਨਹੀਂ, ਇਹ ਦਿੱਲੀ ਹੈ ਭਾਈ। ਤੇ ਜੇ ਦਿੱਲੀ 'ਚ ਵੀ ਇੰਸਪੈਕਟਰੀ ਰਾਜ ਚੱਲਦਾ ਤਾਂ ਫਿਰ ਲਾਲੀਆ ਸਾਹਿਬ, ਇਹ ਮੁੱਦੇ ਕਾਇਮ ਰਹਿਣੇ ਚਾਹੀਦੇ, ਜਿੱਤ ਹਾਰ ਜਿਹਦੀ ਮਰਜ਼ੀ ਹੋਵੇ। ਨਹੀਂ, ਚਲੋ ਆਸ ਕਰਦੇ ਹਾਂ ਵੀ ਇਹ ਸਾਰਾ ਕੁਝ ਹੋਊਗਾ, ਪਰ ਉਧਰ ਆਸ ਕਾਂਗਰਸ ਪਾਰਟੀ ਵਾਲਾ ਨੂੰ ਵਾਹ ਯਾਰ। ਤੁਸੀਂ ਆਖੀ ਜਾਂਦੇ ਕਾਂਗਰਸ ਪਾਰਟੀ ਮਨਫੀ ਹੋ ਗਈ, ਪੂਰੀ ਚਰਚਾ ਕਹਿੰਦੇ ਰਾਹੁਲ ਗਾਂਧੀ ਸਾਹਿਬ ਨੇ ਨਵਾਂ ਗੈਟਅਪ ਬਣਾ ਲਿਆ। ਪਹਿਲਾਂ ਸ਼ੇਵ ਕਰਕੇ ਉਹ ਕਹਿੰਦੇ ਯੰਗ ਲੀਡਰ ਦੇ ਤੌਰ ਤੇ ਪੇਸ਼ ਕਰਦੇ ਸੀ ਆਪਣੇ ਆਪ ਨੂੰ। ਹੁਣ ਜਿੱਦਾਂ ਉਹਨਾਂ ਨੇ ਦਾੜੀ ਵਧਾ ਲਈ ਹੈ ਤੇ ਦਾੜੀ ਵੀ ਸੁੱਖ ਨਾਲ 80% ਚਿੱਟੀ ਹੋ ਗਈ ਆ, ਉਹਦੇ ਤੋਂ ਲੱਗਦਾ ਵੀ ਸਿੰਸੀਅਰ ਤੇ ਸੀਨੀਅਰ ਲੀਡਰ ਦੇ ਤੌਰ ਤੇ ਆਪਣੀ ਛਵੀ ਨੂੰ ਉਭਾਰਨ ਦੀ ਕੋਸ਼ਿਸ਼ ਉਹ ਕਰ ਰਹੇ ਆ। ਇਸ ਵੇਲੇ ਰਾਜਸਥਾਨ 'ਚ ਨੇ, ਤੇ ਆ ਰਾਜਸਥਾਨ ਕਿਉਂਕਿ ਬਹੁਤ ਵੱਡਾ ਸੂਬਾ, ਉਹਨੂੰ ਨਿਬੇੜ ਕੇ ਪੰਜਾਬ ਤੱਕ ਆਉਣਾ ਉਹਨਾਂ ਨੇ ਜਨਵਰੀ ਦੇ ਵਿੱਚ। ਤੇ ਪੰਜਾਬ ਉਹਨਾਂ ਦੀ ਜਿਹੜੀ ਯਾਤਰਾ ਹੈ ਉਹ ਸਫਲ ਹੋਵੇ, ਉਹਦੇ 'ਚ ਕੋਈ ਦਿੱਕਤ ਨਾ ਆਵੇ। ਪਿਛਲੇ ਦਿਨੀ ਆਪ ਰਾਜਾ ਵੜਿੰਗ ਸਾਹਿਬ, ਬਿੱਟੂ ਸਾਹਿਬ ਨਾਲ ਰਾਣਾ ਕੇ ਉਹ ਜਿਹੜੇ ਸਾਬਕਾ ਸਪੀਕਰ ਸੀ ਰਾਣਾ ਸਾਹਿਬ, ਉਹ ਜਾ ਕੇ ਤੇ ਮੰਗ ਪੱਤਰ ਦੇ ਕੇ ਆਏ ਨੇ ਮੁੱਖ ਮੰਤਰੀ ਸਾਹਿਬ ਨੂੰ, ਤੇ ਕਹਿ ਕੇ ਆਏ ਆ ਕਿ ਮਹਾਰਾਜ ਪ੍ਰਸ਼ਾਸਨਿਕ ਸਹਿਯੋਗ ਚਾਹੀਦਾ। ਰਾਹੁਲ ਗਾਂਧੀ ਸਾਹਿਬ ਜੋੜਦੇ ਆ ਰਹੇ ਨੇ ਭਾਰਤ ਨੂੰ, ਇਹ ਨਾ ਹੋਵੇ ਵੀ ਇੱਥੋਂ ਜੋ ਕਿਤੇ ਕੋਈ ਹੁੰਦਾ ਨਾ ਕਿਸੇ ਵੇਲੇ ਵੀ ਯਾਰ ਇੱਥੋਂ ਜੋ ਤੋਪਾ ਚੰਗੀ ਤਰ੍ਹਾਂ ਜੁੜਿਆ ਨਹੀਂ, ਇਹ ਜੋੜਨ 'ਚ ਸਹਿਯੋਗ ਕਰਿਓ ਕਹਿੰਦੇ ਸਾਡਾ। ਸੰਧਾਲੀਆ ਸਾਹਿਬ, ਤੁਹਾਡੀ ਸਟੇਟਮੈਂਟ ਮੈਨੂੰ ਕਮਾਲ ਦੀ ਲੱਗੀ। ਮੈਨੂੰ ਐਂ ਲੱਗਦਾ ਕਿ ਜਦੋਂ ਤੁਸੀਂ ਚੌਥੀ ਜਮਾਤ 'ਚ ਪੜ੍ਹਦੇ ਹੋਣੇ ਆ, ਤੁਸੀਂ ਹਿਸਾਬ 'ਚ ਬਹੁਤ ਹੁਸ਼ਿਆਰ ਵਿਦਿਆਰਥੀ ਹੋਣੇ ਆ। ਮੂਰਲੇ 4-5 'ਚ ਆਉਂਦੇ ਹੋਣੇ। ਜਦੋਂ ਤੁਸੀਂ ਕਿਹਾ ਨਾ 80% ਦਾੜੀ ਚਿੱਟੀ ਹੋ ਗਈ ਆ, ਮੈਂ ਕਿਹਾ ਯਾਰ ਕਮਾਲ ਹੈ। ਨਹੀਂ, ਮੈਂ ਤਾਂ ਅੰਦਾਜ਼ਾ ਹੀ ਮਾਰਿਆ 80% ਮੈਨੂੰ ਲੱਗੀ। ਹੋ ਸਕਦਾ ਭਾਈ ਸਾਹਿਬ ਘੱਟ ਵੱਧ ਹੋਵੇ, ਮੈਂ ਕਿਹੜਾ ਵਾਲ ਗਿਣੇ, ਅੰਦਾਜ਼ਾ ਹੀ ਲਾਇਆ। ਮੈਨੂੰ ਤੇ ਤੁਸੀਂ ਸਰਦਾਰ ਸਾਹਿਬ ਮੇਰੇ ਗੱਲ ਨਾ ਪਾਓ ਵੀਰ ਜੀ, ਮੈਨੂੰ ਪਤਾ ਤੁਸੀਂ ਅੱਜ ਜਿੱਦਾਂ ਖੇਸੀ ਲਈ ਹੈ ਨਾ, ਤੁਸੀਂ ਨਹੀਂ ਅੱਜ ਕਿਸੇ ਨੂੰ ਚੱਲਦੇ। ਸੰਧਾਲੀਆ ਸਾਹਿਬ, ਮੈਨੂੰ ਨਾ ਐਂ ਲੱਗਦਾ ਕਿ ਪ੍ਰੋਗਰਾਮ ਖਤਮ ਹੋ ਜਾਣਾ, ਫਲਾਈਟ ਦਾ ਟਾਈਮ ਹੋ ਜਾਣਾ, ਖੇਸੀ ਕਿਤੇ ਮੇਰੇ ਤੋਂ ਨਾਲ ਹੀ ਨਾ ਲਿਆ ਹੋ ਜਾਵੇ। ਜਾਨੀ ਵੈਸੇ ਗੱਲ ਹੀ ਕਰਦਾ ਮੈਂ। ਨਹੀਂ, ਏਦਾਂ ਨਾ ਕਹੋ। ਇਹਨਾਂ ਵਿੱਚ ਚੱਲਦੇ ਪ੍ਰੋਗਰਾਮ 'ਚ ਅਗਲੇ ਖਿੱਚ ਕੇ ਲੈ ਜਾਵੇ, ਵੀਰ ਅਸੀਂ ਤਾਂ ਤੈਨੂੰ ਇੱਥੇ ਦਿੱਤੀ ਆ ਤੇ ਤੂੰ ਨਾਲ ਵਲੇਟਣ ਨੂੰ ਫਿਰਦਾ। ਹੋ ਸਕਦਾ ਗੇਟ ਤੋਂ ਬਾਹਰ ਜਾਣ ਲੱਗੇ ਕੱਲੀ ਚੀਜ਼ ਫੋਲਣ ਅਗਲੇ ਕੇ ਪਾਈ ਪੈਣਾ, ਦੇਖੋ ਖੇਸੀ ਦਾ ਲੈ ਚੱਲੇ। ਅੱਛਾ ਸੰਧਾਲੀਆ ਸਾਹਿਬ, ਰਾਹੁਲ ਗਾਂਧੀ ਸਾਹਿਬ ਦੀ ਗੱਲ ਚੱਲਦੀ ਸੀ। ਦੇਖੋ ਆਉਣਾ ਅਗਲਿਆਂ ਨੇ ਜਨਵਰੀ ਮਹੀਨੇ ਦੇ ਵਿੱਚ ਆਉਣਾ। ਅਜੇ ਤਾਂ ਰਾਜਸਥਾਨ ਦੇ ਵਿੱਚ ਨੇ, ਫਿਰ ਮੁੜ ਕੇ ਹਰਿਆਣਾ, ਤੇ ਦੋਨਾਂ ਹੀ ਸੂਬਿਆਂ ਦੇ ਵਿੱਚ ਕਾਂਗਰਸੀਆਂ ਦਾ ਆਪਸ ਵਿੱਚ ਤਫਾਕ ਬੜਾ ਤਫਾਕ ਆ।
ਇੰਨਾ ਇਤਫਾਕ ਆ ਕਿ ਭਾਈ ਹਾਈ ਕਮਾਂਡ ਵਾਲੇ ਸ਼ਾਮ ਨੂੰ ਬਿਠਾਲ ਕੇ ਜਾਂਦੇ ਹੁੰਦੇ, ਸਵੇਰੇ ਫੇਰ ਲੜੇ ਹੁੰਦੇ ਆਪਸ 'ਚ। ਤੇ ਪੰਜਾਬ ਦੇ ਵਿੱਚ ਵੀ ਕੋਈ ਬਹੁਤੀ ਤਸੱਲੀ ਬਖਸ਼ ਹਾਲਤ ਨਹੀਂ। ਚਲੋ ਵਧੀਆ ਹੋਇਆ, ਵੜਿੰਗ ਸਾਹਿਬ, ਬਿੱਟੂ ਸਾਹਿਬ ਸਾਰੇ ਬੰਦੇ ਗਏ ਤੇ ਜਾ ਕੇ ਕਿਹਾ ਜੀ 10-12 ਦਿਨ ਉਹਨਾਂ ਨੇ ਪੰਜਾਬ 'ਚ ਲਾਉਣੇ ਆ। ਸ਼ੰਭੂ ਬਾਰਡਰ ਤੋਂ ਲੈ ਕੇ ਬਟਾਲੇ ਤੱਕ ਉਹਨਾਂ ਦੀ ਯਾਤਰਾ ਹੈ। ਸ਼੍ਰੀ ਦਰਬਾਰ ਸਾਹਿਬ ਦੇ ਵੀ ਦਰਸ਼ਨ ਦਿਦਾਰੇ ਕਰਨੇ ਆ, ਹੋਰ ਵੀ ਥਾਵਾਂ ਦੇ ਉੱਤੇ ਧਾਰਮਿਕ ਸਥਾਨਾਂ ਦੇ ਉੱਤੇ ਜਾਣਾ ਹੈ। ਦੇਖੋ ਪ੍ਰਬੰਧ ਤਾਂ ਚਾਹੀਦੇ ਆ, ਆਪਾਂ ਇਹ ਨਹੀਂ ਕਹਿੰਦੇ। ਸਰਕਾਰ ਨੂੰ ਪਹਿਲਾਂ ਦੱਸਿਆ ਮਹੀਨਾ ਇੱਕ ਬਹੁਤ ਚੰਗਾ ਹੋਇਆ, ਸਰਕਾਰ ਆਪਣੇ ਹਿਸਾਬ ਨਾਲ ਪ੍ਰਬੰਧ ਕਰ ਲੂ, ਪਰ ਨਾਲ ਦੀ ਨਾਲ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਭਾਈ ਤੁਸੀਂ ਆਪਣੇ ਵੀ ਪ੍ਰਬੰਧ ਕਰ ਲਿਓ ਕਿ ਤੁਸੀਂ ਕਿੱਦਾਂ ਵਿਚਰਨਾ। ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਦੀ ਗੱਲ ਚੱਲਦੀ ਹੁੰਦੀ ਆ ਤਾਂ 2-3 ਲੀਡਰ ਟੁੱਟ ਕੇ ਪੈ ਜਾਂਦੇ ਹੁੰਦੇ ਆ। ਰਵਨੀਤ ਬਿੱਟੂ ਸਾਹਿਬ ਦਾ ਆਪਦਾ ਬਿਆਨ ਹੁੰਦਾ, ਰੰਧਾਵਾ ਸਾਹਿਬ ਦਾ ਆਪਦਾ ਬਿਆਨ ਹੁੰਦਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਆਪਾਂ ਨਾਲ ਲੱਗਦੀ, ਕਿਉਂਕਿ ਰਾਹੁਲ ਗਾਂਧੀ ਸਾਹਿਬ ਰਾਜਸਥਾਨ ਦੇ ਵਿੱਚ ਨੇ ਤੇ ਪੰਜਾਬ ਦੇ ਇੱਕ ਲੀਡਰ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਲਾਇਆ, ਪ੍ਰਮੋਸ਼ਨ ਹੋਈ ਹੈ ਉਹਨਾਂ ਦੀ। ਤੁਹਾਨੂੰ ਚੇਤਾ ਹੋਣਾ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਚਰਚਾ ਚੱਲਦੀ ਸੀ। ਇਹ ਵੀ ਰੌਲਾ ਰੱਪਾ ਪਿਆ ਸੀ ਕਿ ਉਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਗੁੱਸੇ ਹੋ ਗਿਆ ਸੀ ਕਿ ਜੇ ਰੰਧਾਵਾ ਸਾਹਿਬ ਨੂੰ ਬਣਾਉਣਾ ਫਿਰ ਮੈਨੂੰ ਬਣਾ ਦਿਓ। ਚਲੋ ਰੰਧਾਵਾ ਸਾਹਿਬ ਚੁੱਪ ਕਰਕੇ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਤਾ। ਉਹ ਬਹੁਤਾ ਰੌਲਾ ਨਹੀਂ ਪਾਉਂਦੇ ਹੁੰਦੇ ਪਾਰਟੀ ਦੇ ਕਿਸੇ ਫੈਸਲੇ ਦੇ ਖਿਲਾਫ। ਹੁਣ ਅਗਲਿਆਂ ਨੂੰ ਰਾਜਸਥਾਨ ਦਾ ਇੰਚਾਰਜ ਬਣਾ ਕੇ ਸਰਦਾਰੀ ਦਿੱਤੀ ਗਈ ਹੈ। ਪਰ ਚੇਤਾ ਰੱਖਣ ਰੰਧਾਵਾ ਸਾਹਿਬ, ਪਹਿਲਾਂ ਤਾਂ ਵਧਾਈਆਂ ਭਾਈ ਤੁਹਾਨੂੰ, ਗਵਾਂਢੀ ਸੂਬੇ ਦੇ ਇੰਚਾਰਜ ਬਣੇ ਹੋ, ਪ੍ਰਮੋਸ਼ਨ ਹੋਈ ਹੈ, ਇੱਕ ਪੌਡਾ ਉੱਪਰ ਚੜ੍ਹੇ ਹੋ। ਪਰ ਉੱਥੇ ਸਚਿਨ ਪਾਇਲਟ ਹੈ, ਉੱਥੇ ਅਸ਼ੋਕ ਗਹਿਲੋਤ ਹੈ, ਉੱਥੇ ਉਹ ਸਾਰੇ ਬੰਦੇ ਨੇ ਜਿਹੜੇ ਆਪਣੇ ਧੜੇ ਦੇ ਐਮਐਲਏ ਲੈ ਕੇ ਹੋਟਲਾਂ 'ਚ ਜਾ ਕੇ ਬਹਿੰਦੇ ਆ। ਤੇ ਸਭ ਤੋਂ ਵੱਡੀ ਗੱਲ, ਰੰਧਾਵਾ ਸਾਹਿਬ ਇਲੈਕਸ਼ਨ ਵੀ ਆ ਉੱਥੇ ਤੇ ਭਾਰਤੀ ਜਨਤਾ ਪਾਰਟੀ ਨੇ ਪੂਰਾ ਜ਼ੋਰ ਲਾਉਣਾ ਹੈ ਕਿ ਭਾਈ ਐਤਕੀ ਸਰਕਾਰ ਉੱਥੇ ਸਾਡੀ ਬਣੇ ਤੇ ਤੁਹਾਡੇ ਬੰਦੇ ਆਪਸ ਵਿੱਚ ਖਿਲਰੇ ਪੱਤਰੇ ਆ, ਥੋੜਾ ਜਿਹਾ ਹੋਮਵਰਕ ਕਰਕੇ ਜਾਇਓ। ਨਹੀਂ ਕਰਨਗੇ। ਦੇਖੋ ਹਰੀ ਚੌਧਰੀ ਸਾਹਿਬ ਰਾਜਸਥਾਨ ਤੋਂ ਲਿਆ ਕੇ ਪੰਜਾਬ ਦੇ ਇੰਚਾਰਜ, ਇਧਰੋਂ ਪੰਜਾਬ ਤੋਂ ਰੰਧਾਵਾ ਸਾਹਿਬ ਰਾਜਸਥਾਨ ਦੇ ਇੰਚਾਰਜ, ਇਹ ਵਧੀਆ ਹਿਸਾਬ ਉਹਨਾਂ ਨੇ ਬਰਾਬਰ ਰੱਖਿਆ। ਅੱਛਾ ਹੁਣ ਅਗਲੀ ਗੱਲ ਆਪਾਂ ਭੁੱਲ ਨਾ ਜਾਈਏ, ਜਹੇਦਾਰ ਸਾਹਿਬ ਨੇ ਕਿਉਂਕਿ ਕੱਲ੍ਹ ਦੇ ਦਿਨ 'ਚ ਇੱਕ ਹੋਰ ਜਿਹੜੀ ਕਮੇਟੀ ਸੀ ਉਹਦੇ ਮੈਂਬਰਾਂ ਨੂੰ ਤਲਬ ਕੀਤਾ ਸੀ, ਪਟਨਾ ਸਾਹਿਬ ਦੀ ਕਮੇਟੀ ਜਿਹੜੀ ਉੱਥੋਂ ਦੇ ਬੋਰਡ ਦੇ ਮੈਂਬਰ ਸੀਗੇ, ਨਾਲ ਜਿਹੜੇ ਉੱਥੋਂ ਦੇ ਜਹੇਦਾਰ ਸੀਗੇ, ਇੱਕ ਜਹੇਦਾਰ ਇਕਬਾਲ ਸਿੰਘ ਹੋਰੀ, ਦੂਸਰੇ ਰਣਜੀਤ ਸਿੰਘ ਗੌਹਰ ਹੋਰੀ, ਉਹਨਾਂ ਦੇ ਬਾਰੇ ਵੀ ਫੈਸਲਾ ਲੈਣਾ ਸੀ। ਹੁਣ ਜੋ ਖਬਰਾਂ ਆ ਰਹੀਆਂ ਇਸ ਵਕਤ ਉਹ ਇਹ ਆ ਕਿ ਵੀ ਜਹੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੀ ਤੇ ਨਾਲ ਦੇ ਸਿੰਘ ਸਾਹਿਬਾਨਾਂ ਜਿਹੜੇ ਨੇ ਉਹ ਸਾਰਾ ਮਸਲਾ ਸੁਣਿਆ। ਉਸ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੂੰ ਲੱਗੀ ਵੀ ਆਹ ਚੀਜ਼ਾਂ ਗਲਤ ਹੋਈਆਂ ਨੇ ਤੇ ਉਹਦਾ ਕਰਕੇ ਕਿਉਂਕਿ ਸਜ਼ਾ ਵੀ ਮਿਲਣੀ ਸੀਗੀ, ਸੋ ਤਨਖਾਹ ਲਾਈ ਗਈ ਹੈ ਜਹੇਦਾਰ ਇਕਬਾਲ ਸਿੰਘ ਹੋਰਾਂ ਨੂੰ। ਦੂਸਰੇ ਪਾਸੇ ਜਹੇਦਾਰ ਰਣਜੀਤ ਸਿੰਘ ਗੌਰ ਹੋਰਾਂ ਨੂੰ ਵੀ ਅਹੁਦੇ ਤੋਂ ਪਾਸੇ ਕੀਤਾ ਗਿਆ। ਇੱਕ ਹੋਰ ਸ਼ਖਸੀਅਤ ਨੂੰ ਜਹੇਦਾਰ ਦੀਆਂ ਸੇਵਾਵਾਂ ਦੇ ਦਿੱਤੀਆਂ ਗਈਆਂ। ਦੂਸਰੇ ਪਾਸੇ ਜਿਹੜੀ ਉਹ ਕਮੇਟੀ ਮੈਂਬਰ ਸੀਗੇ ਜਾਂ ਬੋਰਡ ਦੇ ਮੈਂਬਰ ਸੀਗੇ, ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਇੱਥੇ ਆਹ ਗਲਤੀ ਕੀਤੀ ਹੈ ਤੇ ਇਸ ਕਰਕੇ ਤੁਹਾਨੂੰ ਤਨਖਾਹ ਲਾਈ ਜਾਂਦੀ ਆ। ਹੁਣ ਖਬਰਾਂ ਇਹ ਕਹਿੰਦੀਆਂ ਵੀ ਉੱਥੇ ਉਹ ਬੰਦੇ ਸ਼ਾਇਦ ਮੰਨ ਗਏ ਵੀ ਠੀਕ ਹੈ ਜੀ, ਪਰ ਬਾਅਦ ਦੇ ਵਿੱਚ ਮੀਡੀਆ ਦੇ ਸਾਹਮਣੇ ਆਣ ਕੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਸਜ਼ਾ ਨਹੀਂ ਮੰਨਦੇ ਤੇ ਸਾਡੇ ਨਾਲ ਧੱਕਾ ਕੀਤਾ ਗਿਆ। ਜੋ ਜਹੇਦਾਰ ਸਾਹਿਬ ਨੇ ਸਾਨੂੰ ਤਨਖਾਹ ਲਾਈ ਆ ਅਸੀਂ ਉਹਨੂੰ ਪ੍ਰਵਾਨ ਹੀ ਨਹੀਂ ਕਰਦੇ। ਹੁਣ ਇਹ ਬੜੀ ਵੱਡੀ ਗੱਲ ਹੈ ਵੀ ਜਹੇਦਾਰ ਅਕਾਲ ਤਖਤ ਸਾਹਿਬ ਦੀ ਪਦਵੀ ਕਿਉਂਕਿ ਸਰਵਉੱਚ ਆ, ਜੇ ਆਪਾਂ ਸਿੱਖ ਧਰਮ ਦੇ ਹਿਸਾਬ ਨਾਲ ਗੱਲ ਕਰੀਏ, ਤੇ ਉਸੇ ਹੀ ਪਦਵੀ ਵਾਲੇ ਪਾਸਿਓਂ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਉਹ ਬੰਦਿਆਂ ਨੂੰ ਸਜ਼ਾ ਸੁਣਾਈ ਗਈ ਹੋਵੇ ਤੇ ਉਸ ਤੋਂ ਬਾਅਦ ਬੰਦੇ ਉਹ ਸਜ਼ਾ ਮੰਨਣ ਤੋਂ ਇਨਕਾਰ ਕਰ ਜਾਣ, ਇਹ ਵਾਹਵਾ ਚਿਰ ਬਾਅਦ ਆਇਆ ਕੋਈ ਇਹੋ ਜਿਹਾ ਮਾਮਲਾ। ਅੱਗੇ ਵੀ ਖੈਰ ਆਉਂਦੇ ਰਹੇ ਨੇ ਇਹੋ ਜਿਹੇ, ਪਰ ਵਾਹਵਾ ਚਿਰ ਬਾਅਦ ਇਹੋ ਜਿਹਾ ਫਿਰ ਮਾਮਲਾ ਆਇਆ। ਸੰਧਾਲੀਆ ਸਾਹਿਬ ਇਹ ਸਾਰੀ ਪ੍ਰਕਿਰਿਆ ਜਿਹੜੀ ਨਾ ਬੜੀ ਅਜੀਬੋ ਗਰੀਬ ਜਿਹੀ ਹੈ। ਪ੍ਰਕਿਰਿਆ ਤੋਂ ਭਾਵ ਇਹ ਹੈ ਕਿ ਆਮ ਜਿਹੜੀ ਸੰਗਤ ਹੈ, ਸਧਾਰਨ ਜਿਹੜੀ ਸੰਗਤ ਹੈ, ਉਹਨਾਂ ਨੂੰ ਬਹੁਤ ਫਿਰ ਦੁੱਖ ਹੁੰਦਾ ਕਿਉਂਕਿ ਸਾਬਕਾ ਜਥੇਦਾਰ ਨੂੰ ਜਾਂ ਕਿਸੇ ਜਥੇਦਾਰ ਨੂੰ ਤਨਖਾਹ ਲਾਈ ਜਾਣੀ, ਇਹਦਾ ਮਤਲਬ ਹੈ ਕਿ ਉਹਨਾਂ ਨੇ ਆਪਣੀਆਂ ਸੇਵਾਵਾਂ ਠੀਕ ਤਰੀਕੇ ਨਿਭਾਈਆਂ ਨਹੀਂ। ਇਹਦਾ ਮਤਲਬ ਹੈ ਕਿ ਜੋ ਸਾਡੀਆਂ ਰੀਤਾਂ ਸੀ, ਰਵਾਇਤਾਂ ਸੀ, ਉਹਦੇ ਤੋਂ ਥੋੜਾ ਬਹੁਤ ਖੱਬੇ ਸੱਜੇ ਹੋ ਗਏ ਹੋਣਗੇ। ਕਿੰਨੀ ਮਾੜੀ ਗੱਲ ਹੈ। ਦੂਸਰਾ, ਕਿਸੇ ਹੋਰ ਜਥੇਦਾਰ ਨੂੰ ਲਾਂਭੇ ਕਰ ਦੇਣਾ, ਉਹ ਵੀ ਆਪਣੇ ਆਪ ਦੇ ਵਿੱਚ ਕਿ ਭਾਈ ਗੱਲ ਕੀ ਹੋ ਗਈ, ਕੀ ਹਲਕੇ ਬੰਦੇ ਲਾ ਦਿੱਤੇ ਗਏ ਸੀ ਜਾਂ ਫਿਰ ਪਤਾ ਨਹੀਂ। ਤੀਸਰੀ ਗੱਲ ਕਿ ਪ੍ਰਬੰਧਕੀ ਕਮੇਟੀ ਵਾਲਿਆਂ ਨੇ ਜਿਸ ਤਰੀਕੇ ਕਿਹਾ, ਕਿਉਂਕਿ ਪ੍ਰਬੰਧਕੀ ਕਮੇਟੀ ਵਾਲੇ ਕਹਿੰਦੇ ਜੀ ਸਾਨੂੰ ਸੱਦ ਕੇ ਕੀਤਾ ਗਿਆ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਹੁਣ ਜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਫੈਸਲੇ ਤੇ ਕਿੰਤੂ ਪਰੰਤੂ ਕਰਦੇ ਆ, ਇਹ ਸਾਰਾ ਕੁਝ ਜਿਹੜਾ ਨਾ ਇਹ ਭਵਿੱਖ ਦੇ ਲਈ ਬੜਾ ਖਤਰਨਾਕ ਹੈ। ਆਉਣ ਵਾਲੀ ਨਵੀਂ ਪੀੜ੍ਹੀ ਜਦੋਂ ਇਹ ਸਾਰਾ ਕੁਝ ਪੜ੍ਹਦੀ ਸੁਣਦੀ ਵਹਿੰਦੀ ਹੋਊਗੀ ਤਾਂ ਉਹਨਾਂ ਦੇ ਮਨ ਦੇ ਉੱਤੇ ਕੀ ਬੀਤਦੀ ਹੋਊ। ਬਾਕੀ ਜੇ ਉਹ ਫੈਸਲੇ ਨੂੰ ਨਹੀਂ ਮੰਨਣਗੇ ਤਾਂ ਫਿਰ ਕਿਹਦੇ ਫੈਸਲੇ ਨੂੰ ਮੰਨਣਗੇ? ਜੇ ਉਹ ਫੈਸਲੇ ਨੂੰ ਨਹੀਂ ਮੰਨਦੇ ਤਾਂ ਜਥੇਦਾਰ ਸਾਹਿਬ ਅਗਲਾ ਹੁਕਮ ਕੀ ਜਾਰੀ ਕਰਨਗੇ? ਇਹ ਵੀ ਆਪਣੇ ਆਪ 'ਚ ਵੱਡੀ ਗੱਲ ਹੈ। ਨਹੀਂ ਤੁਸੀਂ ਦੇਖੋ ਵੀ ਉਹ ਕੋਈ ਆਮ ਸਧਾਰਨ ਸਿੱਖ ਤਾਂ ਹੈ ਨਹੀਂ, ਉਹ ਤਾਂ ਕਿਉਂਕਿ ਬੋਰਡ ਦੇ ਮੈਂਬਰ ਨੇ, ਉੱਥੋਂ ਦਾ ਪ੍ਰਬੰਧ ਦੇਖਣਾ ਤਖਤ ਸਾਹਿਬ ਦਾ, ਪਟਨਾ ਸਾਹਿਬ ਦਾ, ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਆ। ਜੇ ਉਹਨਾਂ ਨੂੰ ਲੱਗਦਾ ਵੀ ਕਿਤੇ ਉਹਨਾਂ ਕੋਲੋਂ ਕੋਈ ਉਣਤਾਈ ਰਹਿ ਗਈ ਆ ਤੇ ਜੇ ਉਹ ਉਸ ਉਣਤਾਈ ਨੂੰ
ਸਾਹਮਣੇ ਰੱਖ ਕੇ ਜਥੇਦਾਰ ਸਾਹਿਬ ਨੇ ਕੋਈ ਤਨਖਾਹ ਲਾਈ ਜਾਂ ਸਜ਼ਾ ਸੁਣਾਈ ਹੈ ਤੇ ਉਹਨੂੰ ਪ੍ਰਵਾਨ ਕਰਨਾ ਚਾਹੀਦਾ। ਪਰ ਹੁਣ ਜਿਸ ਤਰ੍ਹਾਂ ਨਾਲ ਇਹ ਰੇੜਕਾ ਮੈਨੂੰ ਲੱਗਦਾ ਪੈ ਗਿਆ, ਇਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ। ਪਰ ਇੱਕ ਗੱਲ ਹੋਰ ਜਾਂਦੇ ਜਾਂਦੇ ਆਪਾਂ ਜ਼ਿਕਰ ਕਰ ਜਾਈਏ ਬਾਠ ਸਾਹਿਬ ਕਿ ਵੀ ਤੁਸੀਂ ਇੱਕ ਤੇ ਜਿਹੜੀ ਖੇਸੀ ਹੈ ਜੀ ਉਹ ਮੋੜ ਕੇ ਜਾਣੀ ਆ ਤੇ ਇੱਕ ਮਾਰਕ ਹੋਣਾ ਦੇ ਕੁੱਕੜ ਬਾਰੇ ਧਿਆਨ ਨਹੀਂ ਦੇਣਾ। ਮੈਂ ਫਿਰ ਚੇਤਾ ਕਰਾ ਦਾਂ। ਠੀਕ ਹੈ ਜੀ ਮਹਾਰਾਜ, ਮੈਨੂੰ ਲੱਗ ਗਿਆ ਪਤਾ ਵੀ ਤੁਸੀਂ ਤਾਂ ਰੌਲਾ ਪਾਉਂਦੇ ਹੋ ਕਿ ਖੇਸੀਆਂ ਕਿਹੜਾ 2 ਆ। ਮੈਂ ਮਹਾਰਾਜ ਲੈ ਕੇ ਆ ਤਾਂ 2 ਲੈ ਕੇ ਉਹਨੇ ਤੇ ਪਹਿਲੀ ਵੀ ਛੱਡ ਕੇ ਆਉਂ। ਨਹੀਂ ਚਲੋ ਤੁਸੀਂ ਤਾਂ ਹੁਣ ਗੁੱਸਾ ਕਰਦੇ ਲੈ ਕਹਿੰਦਾ ਹੁਣ ਇਹ ਗੁੱਸਾ ਕਰਦੇ। ਚਲੋ ਹੁਣ ਆਪਣੇ ਜਾਣ ਦਾ ਵੇਲਾ ਹੋ ਗਿਆ ਜੀ। ਕੱਲ ਮੇਰਾ ਖਿਆਲ ਜਦੋਂ ਪ੍ਰੋਗਰਾਮ ਦਾ ਸਮਾਂ ਹੋਣਾ ਸ਼ਾਇਦ ਤੁਸੀਂ ਉਦੋਂ ਕਿਤੇ ਜਹਾਜ਼ 'ਚ ਹੋ ਤੇ ਕੱਲ ਦਾ ਦਿਨ ਫਿਰ ਤੁਹਾਨੂੰ ਛੁੱਟੀ ਦੇ ਦਈਏ। ਬਿਲਕੁਲ ਜੀ, ਕੱਲ ਹੁਣ ਫਿਰ ਤੁਸੀਂ ਪੰਨੂ ਸਾਹਿਬ ਆਪਣੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਦੇਣਗੇ ਹਮੇਸ਼ਾ ਹੀ ਉਹ ਜਦੋਂ ਲੋੜ ਹੁੰਦੀ ਆ ਤੇ ਉਦੋਂ ਆਣ ਕੇ ਖੜਦੇ ਨੇ। ਕੱਲ ਪੰਨੂ ਸਾਹਿਬ ਤੇ ਪਰਸੋਂ ਤੋਂ ਫਿਰ ਆਪਾਂ ਤੁਹਾਡੇ ਨਾਲ ਬੈਠ ਕੇ ਜੀ ਗੁਆਂਢ 'ਚ। ਚਲੋ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਸਮਾਂ ਕੱਢਣ ਲਈ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਇੱਕ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ ਜੀ, ਉਹਦੇ ਲਈ ਬੜੇ ਸ਼ੁਕਰਗੁਜ਼ਾਰ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।